KSP 600 AM शेरे पंजाब रेडियो सुन रहे हो तुसी। प्रोग्राम चल रहा है इस वेले द हरजीत गिल शो तो मैं तुहाडा होस्ट समीर कौशल हरजीत गिल उन्होंने गैर हाज़री ये शो जिहड़ा तुहाडे तक मैं लेके आया और तुहाडा ते मेरा साथ अज बना रहेगा 11 बजे तक और अज 9 नवंबर है और समा हो गया 9:09 सवेर दे और अज प्रोग्राम दे विच कई महत्वपूर्ण विषयां ते तुहाडे नाल गलबात होएगी। सब तो पहला भारत तो साडे साथी रिपोर्टर नवकिरण पत्ती जिहड़े ने वो साडे नाल इस वेले फोन लाइन ते स्टैंड बाय ने उन्हां दे नाल किसान संघर्ष जिहड़ा पंजाब दे विच चल रहा उस बारे गलबात होएगी। करतारपुर साहिब दे लांघे दी वरेगंढ है उस नूं लैके की कुछ अपडेट्स आ रही हैं उहदे बारे गलबात होएगी और डेरा दे जिहड़ा चीफ है गुरमीत राम रहीम ਉਹਨੂੰ ਚੁੱਪ ਚਪੀਤੇ ਜਿਹੜੀ ਪੈਰੋਲ ਤੇ ਬਾਹਰ ਭੇਜਣ ਦਾ ਮਾਮਲਾ ਹੈ ਉਹਨੂੰ ਲੈ ਕੇ ਵੀ ਖਾਸ ਵਿਸ਼ੇ ਤੇ ਗੱਲਬਾਤ ਹੋਏਗੀ ਔਰ ਨਾਲ ਹੀ ਬਿਹਾਰ ਦੀਆਂ ਚੋਣਾਂ ਬਾਰੇ ਗੱਲਬਾਤ ਕਰਾਂਗੇ। ਬਿਹਾਰ ਦੀਆਂ ਚੋਣਾਂ 'ਚ ਐਤਕੀ ਇੱਕ ਨਵਾਂ ਸਿਤਾਰਾ ਜਿਹੜਾ ਚਮਕਦਾ ਨਜ਼ਰ ਆ ਰਿਹਾ ਉਹ ਕੌਣ ਹੈ ਉਹਦੇ ਬਾਰੇ ਵੀ ਨਵਕਿਰਨ ਪੱਤੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ ਔਰ ਪ੍ਰੋਗਰਾਮ 'ਚ ਅੱਗੇ ਚੱਲ ਕੇ BC ਦੇ ਜਿਹੜੇ ਇਲੈਕਸ਼ਨ ਹੋ ਕੇ ਹਟੇ ਨੇ ਉਹਦੀ ਕੱਲ ਜਿਹੜੀ ਕਾਊਂਟਿੰਗ ਹੋਈ ਹੈ ਮੇਲ ਇਨ ਬੈਲਟਸ ਦੀ ਉਹਦੇ ਬਾਰੇ ਗੱਲਬਾਤ ਕਰਾਂਗੇ। ਕੀ ਪਰਫਾਰਮੈਂਸ ਰਹੀ ਪਾਰਟੀਜ਼ ਦੀ, ਕਿੰਨੀਆਂ ਸੀਟਸ ਆਈਆਂ ਨੇ और नाल दे नाल BC दे विच कैनेडा दे विच और पूरी दुनिया दे विच COVID-19 दे की हालात ने BC दे विच किस तरह दी नवीं रिस्ट्रिक्शनस लगियां ने उन्हां नूं लैके की कुछ है पर नाल दे नाल एक चंगी खबर फाइजर कंपनी जिहड़ी दवाइयां बनाउण वाली कंपनी है उन्होंने कहा कि उन्हां दे वल्लों एक जिहड़ी दवाई है ਉਹ ਜਿਹੜਾ ਵੈਕਸੀਨੇਸ਼ਨ ਹੈ ਉਹ ਤਿਆਰ ਕੀਤੀ ਗਈ ਹੈ ਜਿਹਦਾ 90% ਰਿਜ਼ਲਟ ਜਿਹੜੇ ਉਹ ਠੀਕ ਆਏ ਨੇ। ਸੋ ਇੱਕ ਬੜੀ ਹੀ ਵਧੀਆ ਗੱਲ ਹੈ ਪੂਰੀ ਦੁਨੀਆ ਦੇ ਵਾਸਤੇ ਔਰ ਖਾਸ ਕਰਕੇ ਨਾਰਥ ਅਮਰੀਕਾ ਦੀਆਂ ਜਿਹੜੀਆਂ ਕੰਟਰੀਜ਼ ਨੇ ਇਹਨਾਂ ਦੇ ਵਾਸਤੇ ਕਿਉਂਕਿ ਇਹਦੇ 'ਚ ਕੈਨੇਡਾ ਨੇ ਵੀ ਇਹ ਕੰਪਨੀ ਕੋਲ ਆਰਡਰ ਕੀਤਾ ਹੋਇਆ ਜਿਹੜੀਆਂ ਵੈਕਸੀਨੇਸ਼ਨਸ ਨੇ ਉਹਨਾਂ ਦਾ ਔਰ 90% ਤੋਂ ਜ਼ਿਆਦਾ ਇਹਦੇ 'ਚ ਸਫਲਤਾ ਜਿਹੜੀ ਅਜੇ ਤੱਕ ਸਾਹਮਣੇ ਆਈ ਹੈ। ਪ੍ਰੀਲਿਮਿਨਰੀ ਅਜੇ ਇਹ ਨਤੀਜੇ ਨੇ ਇਹਦੇ ਬਾਰੇ ਤੁਹਾਨੂੰ ਬਹੁਤ ਵਿਸਤਾਰ ਦੇ ਵਿੱਚ ਚੱਲ ਕੇ ਜਾਣਕਾਰੀ ਦੇਵਾਂਗੇ ਔਰ ਨਾਲ ਦੇ ਨਾਲ US ਇਲੈਕਸ਼ਨ ਦੇ ਨਤੀਜਿਆਂ ਦੇ ਬਾਰੇ ਗੱਲਬਾਤ ਕਰਾਂਗੇ ਕਿ US ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਨੇ ਜੋ ਬਾਈਡਨ ਹੁਣ ਉੱਥੇ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਔਰ ਇਸੇ ਤਰੀਕੇ ਨਾਲ ਜਿਹੜੇ ਕਮੈਲਾ ਹੈਰਿਸ ਨੇ ਇਹ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ ਇਹਦੇ ਨਾਲ ਹੁਣ ਦੁਨੀਆ ਭਰ ਦੇ ਮੁਲਕਾਂ ਦੀ ਸਿਆਸਤ ਤੇ ਕੀ ਪ੍ਰਭਾਵ ਪਏਗਾ। ਖਾਸ ਕਰਕੇ ਏਸ਼ੀਅਨ ਜਿਹੜਾ ਕੰਟੀਨੈਂਟ ਹੈ ਸਾਊਥ ਏਸ਼ੀਅਨ ਮੁਲਕ ਨੇ ਜਿਹੜੇ ਉਹਨਾਂ ਦੇ ਉੱਤੇ ਕਿਸ ਕਿਸਮ ਦਾ ਪ੍ਰਭਾਵ ਪਏਗਾ। ਭਾਰਤ ਪਾਕਿਸਤਾਨ ਚੀਨ ਇਹਨਾਂ ਦੇ ਨਾਲ ਰਿਸ਼ਤੇ ਜਿਹੜੇ ਨੇ ਅਮਰੀਕਾ ਦੇ ਕਿਹੋ ਜਿਹੇ ਰਹਿਣਗੇ ਇਹਦੇ ਬਾਰੇ ਗੱਲਬਾਤ ਕਰਾਂਗੇ ਔਰ ਕਮੈਲਾ ਹੈਰਿਸ ਕੌਣ ਨੇ। ਕਮੈਲਾ ਹੈਰਿਸ ਜਿਹੜੇ ਨੇ ਇਹਨਾਂ ਦੇ ਬਾਰੇ ਬੜੀ ਗੱਲ ਹੋ ਰਹੀ ਹੈ। ਭਾਰਤ ਬੜੀਆਂ ਇਹਨਾਂ ਤੋਂ ਉਮੀਦਾਂ ਲਾ ਰਿਹਾ। ਕੈਨੇਡਾ ਤੋਂ ਹੁਣ ਇੱਕ ਖਬਰ ਆਉਣੀ ਸ਼ੁਰੂ ਹੋਈ ਹੈ ਕੈਨੇਡਾ ਦੇ ਨਾਲ ਵੀ ਇਹਨਾਂ ਦਾ ਤਾਲੁਕ ਰਿਹਾ ਉਹ ਕਿਸ ਕਿਸਮ ਦੇ ਤਾਲੁਕ ਇਹਨਾਂ ਦੇ ਰਹੇ ਔਰ ਇਹ ਕੌਣ ਨੇ ਇਹਨਾਂ ਦੇ ਬਾਰੇ ਤੁਹਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਜਾਏਗੀ। ਸੋ ਪ੍ਰੋਗਰਾਮ ਦੇ ਵਿੱਚ ਅੱਜ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਪਰ ਸਭ ਤੋਂ ਪਹਿਲਾਂ ਭਾਰਤ ਤੋਂ ਸਾਡੇ ਸਾਥੀ ਰਿਪੋਰਟਰ ਨਵਕਿਰਨ ਪੱਤੀ ਹੋਣ ਦੇ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਨਵਕਿਰਨ ਪੱਤੀ ਜਿਹੜੇ ਨੇ ਫੋਨ ਲਾਈਨ ਤੇ ਮੌਜੂਦ ਨੇ। ਨਵਕਿਰਨ ਪੱਤੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਸਮੀਰ ਕੌਸ਼ਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਸ਼ਲ ਸਾਹਿਬ ਪਤੀ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਦੱਸੋ ਕਿ ਕਿਸਾਨ ਸੰਘਰਸ਼ ਜਿਹੜਾ ਚੱਲ ਰਿਹਾ ਪੰਜਾਬ ਦੇ ਵਿੱਚ ਉਹਦੇ ਵਿੱਚ ਹੁਣ ਕੇਂਦਰ ਸਰਕਾਰ ਨੇ ਜਿਹੜਾ ਗੱਲਬਾਤ ਦਾ ਸੱਦਾ ਦਿੱਤਾ ਹੈ ਉਹ ਕਿਸ ਕਿਸਮ ਦੇ ਸੰਕੇਤ ਦੇ ਰਿਹਾ? ਜੀ ਦੇਖੋ ਜਿਹੜਾ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਚੱਲ ਰਿਹਾ ਕਿਸਾਨ ਸੰਘਰਸ਼ ਲਗਾਤਾਰ ਅੱਗੇ ਵੱਧ ਰਿਹਾ ਪਰ ਪੰਜਾਬ ਦੀ ਜਿਸ ਤਰੀਕੇ ਦੀ ਆਰਥਿਕ ਘੇਰਾਬੰਦੀ ਹੋਈ ਹੈ ਪੰਜਾਬ 'ਚ ਰੇਲ ਗੱਡੀਆਂ ਆਉਣੀਆਂ ਬੰਦ ਹੋਈਆਂ ਪੰਜਾਬ ਦੇ ਥਰਮਲ ਪਲਾਂਟਾਂ 'ਚ ਕੋਲਾ ਮੁੱਕ ਗਿਆ ਪੰਜਾਬ ਦੇ ਕਿਸਾਨਾਂ ਕੋਲ ਯੂਰੀਆ ਤੇ DAP ਦੀ ਖਾਦ ਨਹੀਂ ਪਹੁੰਚ ਰਹੀ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਉਹਨੂੰ ਕੱਚਾ ਮਾਲ ਨਹੀਂ ਪਹੁੰਚ ਰਿਹਾ ਜਿਹਦੇ ਕਰਕੇ ਪੂਰੇ ਪੰਜਾਬ 'ਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ 'ਚ ਇੱਕ ਅਨਿਸ਼ਚਿਤਤਾ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ। ਇਸੇ ਦਰਮਿਆਨ ਕਿਸਾਨਾਂ ਦੇ ਵੱਲੋਂ 26-27 ਨਵੰਬਰ ਨੂੰ ਦਿੱਲੀ ਘੇਰਨ ਦਾ ਐਲਾਨ ਕੀਤਾ ਹੋਇਆ ਤਾਂ ਹੁਣ ਕੇਂਦਰ ਸਰਕਾਰ ਕਿਸਾਨ ਸੰਘਰਸ਼ ਅੱਗੇ ਝੁਕਦੀ ਨਜ਼ਰ ਆ ਰਹੀ ਹੈ। ਜਿਸ ਤਰੀਕੇ ਦੇ ਨਾਲ ਕਿਸਾਨ ਸੰਘਰਸ਼ ਅੱਗੇ ਵਧਿਆ ਜਾਤਾਵਾਦ ਢੰਗ ਹੈ ਬਿਨਾਂ ਹਿੰਸਾ ਦੇ ਬਿਨਾਂ ਕਿਸੇ ਸਾੜ ਫੂਕ ਦੇ ਬਿਨਾਂ ਕਿਸੇ ਅਜਿਹੀ ਘਟਨਾ ਦੇ ਜਿਸ ਘਟਨਾ ਦੇ ਨਾਲ ਕੋਈ ਕਿਸਾਨਾਂ ਦੀ ਬਦਨਾਮੀ ਹੁੰਦੀ ਹੋਵੇ ਇਹ ਸੰਘਰਸ਼ ਲਗਾਤਾਰ ਅੱਗੇ ਵੱਧਦਾ ਗਿਆ ਔਰ ਇਹ ਸੰਘਰਸ਼ ਦੀਆਂ ਜਿੱਤਾਂ ਨੇ ਜਿਹੜੀਆਂ ਉਹ ਦਰਜ ਹੁੰਦੀਆਂ ਗਈਆਂ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਝੁਕਣਾ ਪਿਆ ਕੇਂਦਰ ਅਸਤੀਫਾ ਦੇਣਾ ਪਿਆ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵਿਧਾਨ ਸਭਾ 'ਚ ਬਿੱਲ ਲਿਆਉਣੇ ਪਏ ਫਿਰ ਦਿੱਲੀ ਧਰਨਾ ਦੇਣਾ ਪਿਆ। ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਝੁਕਦੇ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਸਰਜੀਤ ਕੁਮਾਰ ਜਿਆਣੀ ਨੇ ਪੰਜਾਬ ਦੇ ਉਹਨਾਂ ਨੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਉਸ ਤੋਂ ਬਾਅਦ ਜਿਆਣੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ
ਆਗੂਆਂ ਦਾ ਇੱਕ ਵਫਦ ਜਿਹੜਾ ਉਹ ਕੇਂਦਰ ਦੇ ਮਿਨਿਸਟਰਾਂ ਨੂੰ ਮਿਲਿਆ। ਉਹਨਾਂ ਨੇ ਰਾਜਨਾਥ ਸਿੰਘ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਜਿਹੜੇ ਤੋਮਰ ਜੀ, ਉਹਨਾਂ ਨਾਲ ਵੀ ਗੱਲਬਾਤ ਕੀਤੀ। ਉਸ ਤੋਂ ਬਾਅਦ ਕੌਸ਼ਲ ਸਾਹਿਬ, ਅੱਜ ਪੰਜਾਬ ਦੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਫੋਨ ਆਇਆ। ਪਹਿਲਾਂ ਉਹਨਾਂ ਨੂੰ ਖੇਤੀਬਾੜੀ ਮੰਤਰੀ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਉਸ ਤੋਂ ਬਾਅਦ ਦੇਸ਼ ਦੇ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ, ਉਹਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਤਾਂ ਉਹਨਾਂ ਨੇ ਦੋਨਾਂ ਹੀ ਮੰਤਰੀਆਂ ਨੂੰ ਕਿਹਾ ਕਿ ਤੁਸੀਂ ਸਾਨੂੰ ਲਿਖਤੀ ਸੱਦਾ ਭੇਜੋ, ਉਸ ਤੋਂ ਬਾਅਦ ਅਸੀਂ ਤੈਅ ਕਰਾਂਗੇ ਕਿਸਾਨ ਜਥੇਬੰਦੀਆਂ ਬੈਠ ਕੇ ਕਿ ਅਸੀਂ ਤੁਹਾਡੇ ਸੱਦੇ ਦੇ ਉੱਤੇ ਜਾਣਾ ਜਾਂ ਨਹੀਂ ਜਾਣਾ। ਇਸ ਮਸਲੇ ਨੂੰ ਲੈ ਕੇ ਵੀ ਹੁਣ ਦੋ ਰਾਵਾਂ ਚੱਲ ਰਹੀਆਂ ਨੇ, ਜਿੱਥੇ ਕੁਝ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਸਾਨੂੰ ਕੇਂਦਰ ਦੇ ਮੰਤਰੀਆਂ ਦੀ ਮੀਟਿੰਗ 'ਚ ਉਦੋਂ ਤੱਕ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਉਹ ਪੰਜਾਬ 'ਚ ਮਾਲ ਗੱਡੀਆਂ ਨਹੀਂ ਚਲਾਉਂਦੇ, ਪਰ ਕਿਸਾਨ ਜਥੇਬੰਦੀਆਂ ਦਾ ਇੱਕ ਹਿੱਸਾ ਕਹਿ ਰਿਹਾ ਕਿ ਆਪਾਂ ਨੂੰ ਮੀਟਿੰਗ ਦੇ ਵਿੱਚ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਝੁੱਕੀ ਹੈ। ਉਹਨਾਂ ਨੇ 13 ਨਵੰਬਰ ਨੂੰ ਦੀਵਾਲੀ ਤੋਂ ਐਨ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਆ ਉਹ ਪੰਜਾਬ ਦੇ ਕਿਸਾਨਾਂ ਦੀ ਸੱਦੀ ਹੈ। ਕੇਂਦਰ ਸਰਕਾਰ ਨੇ ਇਸ ਮਸਲੇ ਨੂੰ ਨਜਿੱਠਣ ਦੇ ਲਈ ਤਹਈਆ ਕੀਤਾ, ਪਰ ਹੁਣ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਕਿ ਉਹ ਮੀਟਿੰਗ ਦੇ ਵਿੱਚ ਜਾ ਰਹੇ ਨੇ ਜਾਂ ਉਹ ਜਿਸ ਤਰੀਕੇ ਨਾਲ ਕੇਂਦਰ ਸ਼ਰਤਾਂ ਰੱਖ ਰਿਹਾ। ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਇਹ ਆ ਕਿ ਪੰਜਾਬ 'ਚ ਅਜਿਹਾ ਮਾਹੌਲ ਬਣਾਇਆ ਜਾਵੇ ਜਿਹਦੇ 'ਚ ਬੈਠ ਕੇ ਮੀਟਿੰਗ ਹੋਵੇ। ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਗਿਆ ਕਿ ਰੇਲ ਗੱਡੀ ਦੀਆਂ ਲਾਈਨਾਂ ਤੋਂ ਉੱਠ ਖੜੋ, ਫਿਰ ਮਾਲ ਗੱਡੀਆਂ ਆਉਣਗੀਆਂ। ਉਹ ਰੇਲਵੇ ਲਾਈਨਾਂ ਤੋਂ ਉੱਠ ਕੇ ਰੇਲਵੇ ਟਰੈਕ ਤੇ ਬੈਠ ਗਏ। ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਰੇਲਵੇ ਟਰੈਕ ਤੋਂ ਵੀ ਉੱਠੋ ਤਾਂ ਰੇਲ ਗੱਡੀਆਂ ਚਲਾਵਾਂਗੇ। ਕਿਸਾਨ ਜਥੇਬੰਦੀਆਂ ਰੇਲਵੇ ਟਰੈਕ ਤੋਂ ਵੀ ਉੱਠ ਕੇ ਜਿਹੜਾ ਬਾਹਰ ਪਾਰਕ 'ਚ ਬੈਠ ਗਈਆਂ। ਹੁਣ ਕਹਿੰਦੇ ਕਿ ਤੁਸੀਂ ਪੈਸੇਂਜਰ ਟ੍ਰੇਨਾਂ ਵੀ ਨਾਲ ਚਲਾ, ਫਿਰ ਮਾਲ ਗੱਡੀਆਂ ਚਲਾਵਾਂਗੇ। ਤਾਂ ਇਹਦੇ ਵਿੱਚ ਹੁਣ ਜੇ ਮੀਟਿੰਗ ਹੁੰਦੀ ਵੀ ਆ ਜਿਹੇ ਮਾਹੌਲ ਦੇ ਵਿੱਚ, ਤਾਂ ਦੋਨਾਂ ਧਿਰਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਜਿਹੜੀ ਭਾਵਨਾ ਗੀ ਉਹ ਵਿਗਿਆਨਗੀ ਦੀ ਭਾਵਨਾ ਗੀ, ਜਿਹੇ ਦੇ ਵਿੱਚ ਮੀਟਿੰਗ ਦੇ ਲਈ ਮਾਹੌਲ ਸਾਜ਼ਗਾਰ ਬਣਾਉਣ ਦੀ ਸਭ ਤੋਂ ਪਹਿਲਾਂ ਜ਼ਰੂਰਤ ਹੈ। ਕੌਸ਼ਲ ਸਾਹਿਬ, ਸਾਨੂੰ ਇਹ ਵੀ ਦੱਸੋ ਕਿ ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਵਰ੍ਹੇਗੰਢ ਹੈ ਔਰ ਕਿਹੋ ਜਿਹਾ ਡਿਫਰੈਂਸ ਜਿਹੜਾ ਉਹ ਹੁਣ ਦੇਖਣ ਨੂੰ ਮਿਲ ਰਿਹਾ। ਜਦੋਂ ਖੁੱਲ੍ਹਿਆ ਸੀ ਬੜਾ ਚਾਅ ਸੀ, ਸਾਰਿਆਂ ਨੂੰ ਲੱਗ ਰਿਹਾ ਸੀ ਕਿ ਲੋਕ ਹੁਣ ਉੱਥੇ ਚਲੇ ਜਾਇਆ ਕਰਨਗੇ, ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਆਇਆ ਕਰਨਗੇ, ਪਰ ਉਸ ਤੋਂ ਬਾਅਦ ਫਿਰ ਹਾਲਾਤ ਕੁਝ ਇਹੋ ਜਿਹੇ ਬਣੇ, ਚਾਹੇ ਕਰੋਨਾ ਵਾਇਰਸ ਨੂੰ ਲੈ ਕੇ ਕਹੀਏ ਜਾਂ ਦੋਹੇ ਮੁਲਕਾਂ ਦੇ ਆਪਸੀ ਜਿਹੜੇ ਸੰਬੰਧ ਨੇ ਉਹਨਾਂ 'ਚ ਖਟਾਸ ਆਉਣੀ ਸ਼ੁਰੂ ਹੋਈ। ਅੱਜ 1 ਸਾਲ ਬਾਅਦ ਇਸ ਪੂਰੇ ਲਾਂਘੇ ਨੂੰ ਲੈ ਕੇ ਕਿਹੋ ਜਿਹੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਜੀ? ਜੀ ਕੌਸ਼ਲ ਸਾਹਿਬ, ਅੱਜ ਦਾ ਦਿਨ ਬੜਾ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਇਤਿਹਾਸ ਸਿਰਜਿਆ ਗਿਆ ਸੀਗਾ। ਉਹ ਮੁਲਕ ਜਿਹੜੇ ਇੱਕ ਦੂਜੇ ਦੇ ਖਿਲਾਫ ਸਰਹੱਦ ਦੇ ਉੱਤੇ ਹਥਿਆਰ ਲਈ ਖੜੇ ਨੇ, ਉਹ ਦੋ ਮੁਲਕਾਂ ਦੇ ਵਿਚਾਲੇ ਇੱਕ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਸੀ। 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੁੱਲਿਆ ਸੀਗਾ। ਅੱਜ ਉਹਦੀ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਪਹਿਲਾਂ ਦੇ ਨਾਲੋਂ ਮਾਹੌਲ ਆ ਜਿਹੜਾ ਉਹ ਬਹੁਤ ਡਿਫਰੈਂਸ ਤਰ੍ਹਾਂ ਦਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਕਿਉਂਕਿ 9 ਨਵੰਬਰ 2019 ਨੂੰ ਜਦੋਂ ਅੱਜ ਦੇ ਦਿਨ ਇਤਿਹਾਸ ਸਿਰਜਿਆ ਗਿਆ ਸੀ, ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਲਾਂਘਾ ਖੋਲ੍ਹਿਆ ਗਿਆ ਸੀ। ਉਧਰੋਂ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ ਸੀ, ਦੂਜੇ ਬੰਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ ਸੀ। ਭਾਰਤ 'ਚੋਂ ਇੱਕ ਵਫਦ ਗਿਆ ਸੀ, ਨਵਜੋਤ ਸਿੰਘ ਸਿੱਧੂ ਉਸ ਵਫਦ ਦੇ ਵਿੱਚ ਅਹਿਮ ਆਗੂ ਦੇ ਤੌਰ ਤੇ ਉੱਭਰੇ ਸੀ ਔਰ ਇਮਰਾਨ ਖਾਨ ਹੋਰਾਂ ਨੇ ਜੀ ਆਇਆਂ ਕਿਹਾ ਸੀ। ਕੌਸ਼ਲ ਸਾਹਿਬ, ਲੱਗਦਾ ਸੀ ਕਿ ਇਹ ਲਾਂਘਾ ਦੂਰੀਆਂ ਮਿਟਾਏਗਾ, ਲੱਗਦਾ ਸੀ ਕਿ ਇਹ ਲਾਂਘਾ ਸਿਰਫ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੱਕ ਸੀਮਿਤ ਨਹੀਂ ਰਹੂਗਾ, ਇਹ ਲਾਂਘਾ ਵਪਾਰ ਦਾ ਇੱਕ ਸਾਧਨ ਬਣੂਗਾ। ਕਿਉਂ ਲੱਗਦਾ ਸੀ ਕਿ ਪੰਜਾਬ ਤੋਂ ਤੱਕ ਆਉਣ ਵਾਲੇ ਵਰ੍ਹੇ ਤੱਕ ਜਿਹੜੇ ਨੇ ਉਹ ਪਿਆਜ਼ ਦੇ, ਆਲੂਆਂ ਦੇ, ਟਮਾਟਰਾਂ ਦੇ ਭਰੇ ਇਸ ਲਾਂਘੇ ਰਾਹੀਂ ਲੰਘਿਆ ਕਰਨਗੇ ਤੇ ਸਿੱਧਾ ਅਫਗਾਨਿਸਤਾਨ ਤੱਕ ਜਾਇਆ ਕਰਨਗੇ ਤੇ ਉਧਰੋਂ ਵਪਾਰ ਇੱਧਰ ਨੂੰ ਹੋਊਗਾ। ਇਹ ਇੱਕ ਕੜੀ ਹੈ, ਜਿਵੇਂ ਬਰਲਿਨ ਦੀ ਕੰਧ ਟਿੱਕੀ ਸੀ, ਇਹ ਉਸੇ ਤਰੀਕੇ ਦੇ ਰੂਪ ਦੇ ਵਿੱਚ ਅੱਜ ਤੋਂ 1 ਸਾਲ ਪਹਿਲਾਂ ਦੇਖਿਆ ਗਿਆ ਸੀ। ਲੇਕਿਨ ਹੁਣ ਮਾਹੌਲ ਹੈਗਾ ਜਿਹੜਾ ਉਹ ਬਿਲਕੁਲ ਵੱਖਰੀ ਤਰ੍ਹਾਂ ਦਾ ਨਜ਼ਰ ਆ ਰਿਹਾ ਹੈ ਕਿਉਂਕਿ 365 ਦਿਨਾਂ ਦੇ ਵਿੱਚ ਪਿਛਲੇ 1 ਸਾਲ ਦੇ ਦੌਰਾਨ ਇਹ ਲਾਂਘਾ ਹੈਗਾ ਜਿਹੜਾ ਉਹ ਸਿਰਫ 128 ਦਿਨ ਖੁੱਲ ਸਕਿਆ ਔਰ ਪਿਛਲੀ 16 ਮਾਰਚ ਤੋਂ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਇਹ ਲਾਂਘਾ ਹੈਗਾ ਜਿਹੜਾ ਮੁਕੰਮਲ ਰੂਪ ਦੇ ਵਿੱਚ ਬੰਦ ਕੀਤਾ ਹੋਇਆ ਹੈਗਾ। ਸੋ ਹੁਣ ਅੱਜ ਦੇ ਦਿਨ ਦੇ ਉੱਤੇ ਇਹ ਮੰਗ ਵੀ ਉੱਠ ਰਹੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰੇ ਖੋਲ੍ਹਿਆ ਜਾਵੇ। ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅੱਜ ਹੁਣ ਕੁਝ ਮਿੰਟ ਪਹਿਲਾਂ ਹੀ ਇੱਕ ਬਿਆਨ ਆਇਆ ਹੈਗਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਹੈਗਾ ਜਿਹੜਾ ਉਹ ਖੋਲ੍ਹਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੇ ਤੌਰ ਤੇ ਮੰਗ ਕਰ ਚੁੱਕੀ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਣਾ ਚਾਹੀਦਾ ਹੈ। ਪਾਕਿਸਤਾਨ ਦੀ ਸਰਕਾਰ ਤਰਫੋਂ ਵੀ ਕਈ ਵਾਰ ਇਸ ਵਿਸ਼ੇ ਦੇ ਉੱਤੇ ਪਹਿਲਕਦਮੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਨਜ਼ਰ ਆਈ ਹੈਗੀ। ਸੋ ਹੁਣ ਭਾਰਤ ਸਰਕਾਰ ਨੂੰ ਵੀ ਪਹਿਲਕਦਮੀ ਕਰਨੀ ਚਾਹੀਦੀ ਆ ਔਰ ਜਦੋਂ ਬਾਕੀ ਧਾਰਮਿਕ ਸਥਾਨ ਖੋਲ੍ਹੇ ਜਾ ਚੁੱਕੇ ਨੇ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ। ਮਹਿਜ 4 ਕਿਲੋਮੀਟਰ ਦਾ ਉਹ ਰਸਤਾ ਹੈਗਾ ਔਰ ਸਦਭਾਵਨਾ, ਭਾਈਚਾਰਕ ਏਕਤਾ
ਆਪਸੀ ਮਿੱਤਰਤਾ ਔਰ ਦੋਨਾਂ ਦੇਸ਼ਾਂ ਦੇ ਪਰਿਵਾਰਕ ਸੰਬੰਧਾਂ ਦੀ ਸਾਂਝੀ ਭਰਦਾ ਹੈ। ਅਗਲੀ ਗੱਲ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਸਾਲਾ ਵੀ ਜਿਹੜਾ ਪ੍ਰਕਾਸ਼ ਪੁਰਬ ਆ ਉਹ ਆ ਰਿਹਾ ਹੈ, ਤਾਂ ਉਸ ਮੌਕੇ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਗਾ ਕੇ ਉਹ ਇਸੇ ਲਾਂਘੇ ਰਾਹੀਂ ਫਿਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ। ਸੋ ਅੱਜ ਦੇ ਇਤਿਹਾਸਕ ਦਿਨ ਦੇ ਤੌਰ ਇਹ ਮੰਗ ਹੈ ਜਿਹੜੀ ਉਹ ਦੇਸ਼ ਵਿਦੇਸ਼ ਤੋਂ, ਭਾਰਤ ਤੋਂ, ਪਾਕਿਸਤਾਨ ਤੋਂ, ਹਰ ਪਾਸੋਂ ਜਿਹੜੀ ਉਹ ਉੱਠ ਰਹੀ ਹੈ। ਜੀ ਨਵਕਿਰਨਪਤੀ ਜੀ, ਸਾਨੂੰ ਸੰਖੇਪ ਚ ਦੱਸਿਓ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਚੁੱਪ ਚਪੀਤੇ ਜੀ ਇੱਕ ਦਿਨ ਪੈਰੋਲ ਤੇ ਬਾਹਰ ਭੇਜਿਆ ਗਿਆ, ਇਹਨੂੰ ਲੈ ਕੇ ਕੀ ਹੁਣ ਸਰਕਾਰ ਕਿਸ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੀ ਹੋਈ ਹੈ? ਜੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪੁਰਾਣਾ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਹਿਲਾਂ ਪੈਰੋਲ ਦੇ ਉੱਤੇ ਰਿਹਾ ਕਰਨ ਦੀ ਗੱਲ ਉੱਠੀ ਤਾਂ ਉਦੋਂ ਸਿੱਖ ਸੰਗਤਾਂ ਨੇ ਵਿਰੋਧ ਕੀਤਾ, ਪੰਜਾਬ ਦੇ ਵਿੱਚੋਂ ਵਿਰੋਧ ਉੱਠਿਆ ਤਾਂ ਸਰਕਾਰ ਘੇਰ ਗਈ। ਤਾਂ ਹੁਣ ਪਤਾ ਲੱਗਿਆ ਕਿ ਚੁੱਪ ਚਪੀਤੇ ਹੀ ਜਿਹੜੀ ਹਰਿਆਣਾ ਦੀ ਸਰਕਾਰ ਆ ਉਹਨੇ ਇੱਕ ਦਿਨ ਦੇ ਲਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਹਰ ਕੱਢਿਆ ਔਰ ਗੁਰੂਗ੍ਰਾਮ ਤੱਕ ਲੈ ਕੇ ਗਈ। ਔਰ ਹੁਣ ਜਦੋਂ ਇਹ ਮਸਲਾ ਉਜਾਗਰ ਹੋਇਆ ਤਾਂ ਇਸ ਮਸਲੇ ਦੇ ਉੱਤੇ ਹਰਿਆਣਾ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਹਰਿਆਣਾ ਦੇ ਜੇਲ੍ਹ ਮੰਤਰੀ ਦਾ ਕਹਿਣਾ ਇਹ ਆ ਕਿ ਸਾਡੇ ਕੋਲ ਅਧਿਕਾਰ ਹੈ ਕਿ ਅਸੀਂ ਗੁਰਮੀਤ ਰਾਮ ਰਹੀਮ ਨੂੰ ਇੱਕ ਦਿਨ ਦੇ ਲਈ ਜਿਹੜਾ ਉਹ ਪੈਰੋਲ ਦੇ ਉੱਤੇ ਛੁੱਟੀ ਭੇਜ ਸਕਦੇ ਹੈਗੇ। ਔਰ ਪੁਲਿਸ ਦੀ ਕਹਿੰਦੇ ਹਾਜ਼ਰੀ ਦੇ ਵਿੱਚ ਗਿਆ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਬੋਲਣਾ ਪਿਆ ਇਸ ਮਸਲੇ ਦੇ ਵਿੱਚ। ਉਹਨਾਂ ਨੇ ਵੀ ਕਿਹਾ ਕਿ ਸਾਰਾ ਕੁਝ ਕਾਨੂੰਨ ਅਨੁਸਾਰ ਹੋਇਆ। ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਗੁਰਮੀਤ ਰਾਮ ਰਹੀਮ ਨੇ ਆਪਣੀ ਜ਼ਮਾਨਤ ਦੇ ਲਈ ਅਰਜ਼ੀ ਹੈ ਜਿਹੜੀ ਉਹ ਸੁਪਰੀਮ ਅਦਾਲਤ ਦੇ ਵਿੱਚ ਲਾਈ ਸੀ, ਪਰ ਅਦਾਲਤ ਦੇ ਵਿੱਚ ਉਹਦੀ ਅਰਜ਼ੀ ਰਿਜੈਕਟ ਹੋਈ। ਉਹਨੇ ਪੈਰੋਲ ਮੰਗੀ ਸੀ, ਉਹ ਰਿਜੈਕਟ ਹੋਈ। ਤਾਂ ਫਿਰ ਕੀ ਹਰਿਆਣਾ ਦੀ ਜਿਹੜੀ ਸਰਕਾਰ ਆ ਉਹਨੇ ਉਹ ਸਾਰੀਆਂ ਜਿਹੜੀਆਂ ਪ੍ਰਕਾਸ਼ਨ ਵਰਤਣੀਆਂ ਸੀ, ਜਿਹੜੇ ਕਾਨੂੰਨ ਦਾ ਪਾਲਣ ਹੋਣਾ ਸੀ, ਉਹ ਕੀਤਾ ਜਾਂ ਫਿਰ ਉਹਦੇ ਨਾਲ ਜਿਹੜੀ ਦੋਸਤੀ ਹੈ ਨਿਭਾਈ? ਸੋ ਇਹਨੂੰ ਹਰਿਆਣਾ ਦੇ ਵਿੱਚ ਇੱਕ ਵੱਖਰੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ, ਕਿਉਂਕਿ ਹਰਿਆਣਾ ਦੀ ਜਿਹੜੀ ਇਹ ਸਰਕਾਰ ਬਣੀ ਹੈ ਮਨੋਹਰ ਲਾਲ ਖੱਟਰ ਹੋਰਾਂ ਦੀ, ਉਹਨੂੰ ਬਣਾਉਣ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਦੀਆਂ ਵੋਟਾਂ ਦਾ ਅਹਿਮ ਰੋਲ ਰਿਹਾ ਹੈਗਾ। ਤਾਂ ਹੁਣ ਹਰਿਆਣਾ ਸਰਕਾਰ ਹੈ ਜਿਹੜੀ ਉਹ ਇਸ ਵਿਸ਼ੇ ਦੇ ਉੱਤੇ ਘਿਰਦੀ ਨਜ਼ਰ ਆ ਰਹੀ ਹੈ। ਨਵਕਿਰਨਪਤੀ, ਸਾਨੂੰ ਇਹ ਵੀ ਦੱਸੋ ਕਿ ਇੱਕ ਬੜੀ ਇੰਟਰਸਟਿੰਗ ਇੱਕ ਖਬਰ ਜਿਹੜੀ ਹੈ ਉਹ ਲੁਧਿਆਣੇ ਦੇ ਨੇੜੇ ਇੱਕ ਪਿੰਡ ਹੈ ਰਾਣੋ, ਉੱਥੋਂ ਦੇ ਸਾਬਕਾ ਸਰਪੰਚ ਦੀ ਆ ਰਹੀ ਹੈ ਕਿ ਉਹਨੂੰ ਨਸ਼ਾ ਤਸਕਰੀ 'ਚ ਗ੍ਰਿਫਤਾਰ ਕੀਤਾ ਗਿਆ। ਕਰੋੜਾਂ ਰੁਪਈਏ ਦੀਆਂ ਉਹਦੇ ਕੋਲ ਕਾਰਾਂ ਸੀ ਔਰ ਅਕਾਲੀ ਦਲ ਪਾਰਟੀ ਹੈ ਜਿਹੜੀ ਉਹਦੇ ਨਾਲ ਵੀ ਫੋਟੋਆਂ ਮਿਲੀਆਂ, ਉਹਦੀਆਂ ਕਾਂਗਰਸੀਆਂ ਨਾਲ ਵੀ ਫੋਟੋਆਂ ਮਿਲੀਆਂ। ਇਹ ਪੂਰਾ ਮਾਮਲਾ ਕੀ ਹੈ? ਜੀ ਕੌਸ਼ਲ ਸਾਹਿਬ, ਦੇਖੋ ਪੰਜਾਬ ਦੇ ਵਿੱਚ ਨਸ਼ਾ ਗਾ ਜਿਹੜਾ ਉਹ ਇੱਕ ਅਹਿਮ ਮੁੱਦੇ ਦੇ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਗਾ। 2017 ਦੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਉਦੋਂ ਵੀ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਚੋਣਾਂ ਲੜੀਆਂ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਵੀ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਧੀ ਸੀ ਕਿ ਮੈਂ ਪੰਜਾਬ ਦੇ ਵਿੱਚ 4 ਹਫ਼ਤਿਆਂ 'ਚ ਨਸ਼ਿਆਂ ਦਾ ਲੱਕ ਤੋੜ ਦੂੰਗਾ। ਪਰ ਜੇ ਕਰੋਨਾ ਵਾਇਰਸ ਦੇ ਦਿਨਾਂ ਦੌਰਾਨ ਜਦੋਂ ਚੱਪੇ ਦੇ ਉੱਤੇ ਪੁਲਿਸ ਖੜੀ ਹੈ, ਇਹਨਾਂ ਦਿਨਾਂ ਦੇ ਦੌਰਾਨ ਜਦੋਂ ਪੁਲਿਸ ਦੀ ਚੈਕਿੰਗ ਆ ਜਿਹੜੀ ਉਹ ਬਹੁਤ ਜ਼ਿਆਦਾ, ਆਮ ਲੋਕਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ, ਕੋਈ ਬਹੁਤੇ ਸਾਧਨ ਨਹੀਂ ਚੱਲ ਰਹੇ, ਤਾਂ ਲੁਧਿਆਣਾ ਦੇ ਵਿੱਚ ਐਡੀ 5 ਕਿਲੋ ਤੋਂ ਵੱਧ ਮਾਤਰਾ ਦੇ ਵਿੱਚ ਹੈਰੋਇਨ ਫੜੀ ਜਾਣੀ ਔਰ ਲਗਜ਼ਰੀ ਗੱਡੀਆਂ ਦੇ ਵਿੱਚ ਉਹਦੀ ਸਪਲਾਈ ਹੋਣੀ। ਇੱਕ ਵੱਡਾ ਨਸ਼ਾ ਤਸਕਰ ਜਿਹੜਾ ਗੁਰਦੀਪ ਸਿੰਘ ਰਾਣੋ ਪਿੰਡ ਦਾ ਸਾਬਕਾ ਸਰਪੰਚ ਆ ਉਹ ਫੜਿਆ ਜਾਣਾ, 4 ਜਣਿਆਂ ਦੀ ਹੋਰ ਗ੍ਰਿਫਤਾਰੀ ਹੋਣੀ। ਔਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵਾਇਰਲ ਹੋ ਰਹੀਆਂ, ਉਹ 'ਚ ਕਿਤੇ ਉਹ ਸੁਖਬੀਰ ਬਾਦਲ ਜੀ ਨਾਲ ਖੜਾ ਹੈ, ਕਿਤੇ ਉਹ ਬਿਕਰਮਜੀਤ ਮਜੀਠੀਆ ਦੇ ਨਾਲ ਖੜਾ ਹੈ, ਕਿਤੇ ਉਹੀ ਨੌਜਵਾਨ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਸਭ ਤੋਂ ਨੇੜਲੇ ਸਲਾਹਕਾਰ ਨੇ ਕੈਪਟਨ ਸੰਦੀਪ ਸੰਧੂ, ਉਹਦੇ ਨਾਲ ਖੜਾ ਹੈ। ਤਾਂ ਇਹਦੀ ਤੋਂ ਹੁੰਦਾ ਹੈਗਾ ਕਿ ਨਸ਼ਾ ਅੱਜ ਵੀ ਪੰਜਾਬ ਦੇ ਵਿੱਚ ਚੱਲ ਰਿਹਾ, ਨਸ਼ਾ ਅੱਜ ਵੀ ਬੇਰੋਕ ਪੰਜਾਬ ਦੇ ਵਿੱਚ ਉਹਦੀ ਤਸਕਰੀ ਹੋ ਰਹੀ ਹੈ। ਉਸ ਤੋਂ ਬਾਅਦ ਅਗਲੀ ਗੱਲ ਇਹ ਕਿ ਨਸ਼ਾ ਤਸਕਰੀ ਦੇ ਵਿੱਚ ਜਿਹੜਾ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਦੌਰਾਨ ਕਿਹਾ ਗਿਆ ਨਸ਼ਾ ਤਸਕਰ ਫੜਦੇ ਆ, ਉਦੋਂ ਵੀ ਛੋਟੀਆਂ ਮੱਛੀਆਂ ਨੂੰ ਫੜ ਕੇ ਥੋੜਾ ਬਹੁਤਾ ਨਸ਼ਾ ਕਰਨ ਵਾਲੇ ਅਮਲੀਆਂ ਨੂੰ ਫੜ ਕੇ ਜੇਲ੍ਹਾਂ 'ਚ ਨੱਥਾ ਵੱਡੇ ਨਸ਼ਾ ਤਸਕਰ ਉਦੋਂ ਵੀ ਨਹੀਂ ਫੜੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸਖਤੀ ਕਰਦਾ, ਉਦੋਂ ਵੀ ਥੋੜਾ ਬਹੁਤਾ ਨਸ਼ਾ ਕਰਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ 'ਚ ਤੋਂ ਨੱਥਾ ਵੱਡੇ ਤਸਕਰ ਨੇ ਜਿਹੜੇ ਉਹ ਬਾਹਰ ਫਿਰਦੇ ਨੇ। ਤਾਂ ਇੱਥੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਜਿਹੜੀ ਨਸ਼ਾ ਤਸਕਰੀ ਆ ਉਸ ਮਸਲੇ 'ਚ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੋਨੇ ਹੀ ਦੁੱਧ ਤੋਂ ਤਿੰਨ ਹੈਗੀਆਂ। ਇਸ ਤੋਂ ਇਲਾਵਾ ਜਿਹੜਾ ਵਿਅਕਤੀ ਫੜਿਆ ਗਿਆ ਉਹਦੇ ਦੋਨਾਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਨਾਲ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇਹ ਪਤਾ ਲੱਗਦਾ ਕਿ ਦੋਨਾਂ ਪਾਰਟੀਆਂ ਦੇ ਆਗੂਆਂ ਨਾਲ ਉਹਦੇ ਗੂੜੇ ਸੰਬੰਧ ਨੇ। ਤਾਂ ਇਸ ਮਸਲੇ ਦੇ ਵਿੱਚ ਜਿਹੜੀਆਂ ਦੋਨੇ ਪਾਰਟੀਆਂ ਘਿਰਦੀਆਂ ਨਜ਼ਰ ਆ ਰਹੀਆਂ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕਾਰਜਕਾਲ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਕੌਸ਼ਲ ਸਾਹਿਬ ਜੀ ਨਵਕਿਰਨ ਜੀ, ਸਾਨੂੰ ਜਾਣਕਾਰੀ ਇਹ ਵੀ ਦਿਓ ਕਿ ਬਿਹਾਰ ਦੀਆਂ ਚੋਣਾਂ ਦੇ ਕੱਲ ਨਤੀਜੇ ਆ ਜਾਣੇ ਨੇ ਤੇ ਕਿਹੜਾ ਸਤਾਰਾ ਹੈ ਜਿਹੜਾ ਬਹੁਤ ਚਮਕ ਰਿਹਾ ਇਸ ਵੇਲੇ? ਦੇਖੋ ਬਿਹਾਰ ਦੀਆਂ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ ਕੱਲ ਆਉਣੇ ਨੇ। ਕੱਲ ਦਾ ਦਿਨ ਇੱਕ ਅਹਿਮ ਦਿਨ ਹੋਊਗਾ।
ਇਸ ਦਿਨ ਦੇ ਤੇ ਕਿਉਂਕਿ ਬਿਹਾਰ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਨੇ ਉਹ ਸਿਰਫ ਇੱਕ ਸੂਬੇ ਦੀਆਂ ਚੋਣਾਂ ਦੇ ਨਤੀਜੇ ਨਹੀਂ, ਜਿੱਥੇ ਉਹ ਐਨਡੀਏ ਦਾ ਭਵਿੱਖ ਤੈਅ ਕਰਨਗੀਆਂ। ਐਨਡੀਏ ਦੇ ਨਾਲੋਂ ਪਹਿਲਾਂ ਸ਼ਿਵ ਸੈਨਾ ਗਈ, ਫਿਰ ਸ਼੍ਰੋਮਣੀ ਅਕਾਲੀ ਦਲ ਗਿਆ, ਉਸ ਤੋਂ ਪਹਿਲਾਂ ਹੋਰ ਕਈ ਪਾਰਟੀਆਂ ਗਈਆਂ। ਹੁਣ ਜੇ ਮੁੱਖ ਰੂਪ ਦੇ ਵਿੱਚ ਕੋਈ ਹੈ ਤਾਂ ਨਿਤਿਸ਼ ਕੁਮਾਰ ਹੈ। ਤੇ ਜੇ ਬਿਹਾਰ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਨਿਤਿਸ਼ ਕੁਮਾਰ ਦਾ ਗੱਠਜੋੜ ਹਾਰਦਾ ਗਾ ਤਾਂ ਉਹਦੇ ਤੋਂ ਬਾਅਦ ਦੋਨਾਂ 'ਚ ਟ੍ਰੇਡ ਸ਼ੁਰੂ ਹੋ, ਕਿਉਂਕਿ ਜੋਗੀ ਆਦਿੱਤਿਆਨਾਥ ਤੇ ਨਿਤਿਸ਼ ਕੁਮਾਰ ਦੇ ਵਿੱਚ ਤਾਂ ਪਹਿਲੇ ਟ੍ਰੇਡ ਸ਼ੁਰੂ ਹੋ ਚੁੱਕੀ ਹੈ। ਦੋਨਾਂ ਨੇ ਬਿਹਾਰ ਇਲੈਕਸ਼ਨ ਦੇ ਦੌਰਾਨ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ ਕੁੱਲ 6 ਸਟੇਜਾਂ ਤੋਂ। ਤਾਂ ਹੁਣ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਭਵਿੱਖ ਤੈਅ ਕਰੂ, ਉੱਥੇ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਵੀ ਬੀਜੇਪੀ ਕਿਸ ਰੂਪ ਚ ਕਿੱਥੇ ਲੋਕਾਂ 'ਚ ਖੜੀ ਹੈ ਪੰਜਾਬ ਤੇ ਹਰਿਆਣਾ ਤੋਂ ਬਾਹਰ, ਉਹ ਗੱਲ ਦਾ ਵੀ ਨਿਸ਼ਾਨਦੇਹੀ ਕਰੂਗੀ। ਇਸ ਤੋਂ ਇਲਾਵਾ ਬਿਹਾਰ ਚੋਣਾਂ ਦੇ ਵਿੱਚ ਜਿੱਥੇ ਤੇਜਸਵੀ ਯਾਦਵ ਆ, ਜਿਹੜਾ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ, ਉਹ ਇੱਕ ਚਰਚਿਤ ਚਿਹਰੇ ਦੇ ਤੌਰ ਦੇ ਉੱਤੇ ਸਾਹਮਣੇ ਆਇਆ ਹੈਗਾ। ਅੱਜ ਉਹਦਾ ਜਨਮ ਦਿਨ ਵੀ ਹੈ, 31 ਸਾਲਾਂ ਦਾ ਅੱਜ ਉਹ ਹੋ ਗਿਆ ਹੈਗਾ। ਛੋਟੀ ਉਮਰ 'ਚ ਸਿਆਸਤ 'ਚ ਪੈਰ ਧਰਿਆ। ਲਾਲੂ ਪ੍ਰਸਾਦ ਯਾਦਵ ਤੋਂ ਹਟ ਕੇ ਸਿਆਸਤ ਜਿਹੜੀ ਉਹਨੇ ਕੀਤੀ ਹੈ। ਚਿਰਾਗ ਪਾਸਵਾਨ ਨੇ ਅਹਿਮ ਭੂਮਿਕਾ ਨਿਭਾਈ ਹੈ। ਸੁਖਬੀਰ ਬਾਦਲ ਦਾ ਅੱਜ ਬਿਆਨ ਆਇਆ ਕਿ ਚਿਰਾਗ ਪਾਸਵਾਨ ਨੂੰ ਭਾਰਤੀ ਜਨਤਾ ਪਾਰਟੀ ਨੇ ਨਿਤਿਸ਼ ਕੁਮਾਰ ਖਿਲਾਫ ਵਰਤਿਆ ਹੈਗਾ। ਤਾਂ ਇਹ ਕਿਤੇ ਨਾ ਕਿਤੇ ਕਾਫੀ ਕੁਛ ਤੈਅ ਹੋਊਗਾ। ਚਿਰਾਗ ਪਾਸਵਾਨ ਦੇ ਹੱਥ ਕਿੰਗ ਮੇਕਰ ਦੀ ਭੂਮਿਕਾ ਵੀ ਆ ਸਕਦੀ ਹੈ। ਹੁਣ ਇੱਕ ਬੰਨੇ ਉੱਥੇ ਕਾਂਗਰਸ ਪਾਰਟੀ, ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਆਰਜੇਡੀ, ਇਸ ਤੋਂ ਇਲਾਵਾ ਖੱਬੇ ਪੱਖੀ ਪਾਰਟੀਆਂ, ਇਹਨਾਂ ਦਾ ਇੱਕ ਮਹਾਗਠਜੋੜ ਆ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ। ਜਿੰਨੇ ਵੀ ਹੁਣ ਤੱਕ ਦੇ ਜਿਹੜੇ ਪੋਲ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਸਰਵੇਖਣਾਂ ਦੇ ਵਿੱਚ ਕਿ ਬੀਜੇਪੀ ਤੇ ਨਿਤਿਸ਼ ਕੁਮਾਰ ਦਾ ਗੱਠਜੋੜ ਆ ਜਿਹੜਾ ਉਹ ਪਿੱਛੇ ਰਹੂਗਾ, ਔਰ ਕਾਂਗਰਸ ਤੇ ਤੇਜਸਵੀ ਯਾਦਵ ਹੋਰਾਂ ਦਾ ਜਿਹੜਾ ਗੱਠਜੋੜ ਹੈਗਾ ਉਹ ਵੱਧ ਸੀਟਾਂ ਲਿਜਾ ਸਕਦਾ ਗਾ। ਬਾਕੀ ਕੱਲ ਨੂੰ ਇਹ ਸਾਰਾ ਕੁਛ ਆ ਜਿਹੜਾ ਉਹ ਤੈਅ ਹੋਊਗਾ। ਬਿਹਾਰ ਇਲੈਕਸ਼ਨ ਦੇ ਨਤੀਜੇ ਨੇ ਜਿਹੜੇ ਕੱਲ ਨੂੰ ਬੜੀ ਇੰਟਰਸਟਿੰਗ ਗੱਲਬਾਤ ਆ ਜਿਹੜੀ ਉਹ ਲੋਕਾਂ ਦੇ ਸਾਹਮਣੇ ਲਿਆਉਣਗੇ। ਜੀ ਪਤੀ ਜੀ, ਸਾਨੂੰ ਇਹ ਵੀ ਦੱਸੋ ਕਿ ਫਗਵਾੜਾ ਦੇ ਨੇੜੇ ਰੋਸ ਪ੍ਰਦਰਸ਼ਨ ਕਰ ਰਹੇ ਬਿਕਰਮ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਨੂੰ ਹਿਰਾਸਤ 'ਚ ਪੁਲਿਸ ਨੇ ਕਿਉਂ ਲਿਆ? ਦੇਖੋ, ਬਿਕਰਮਜੀਤ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਵੇਂ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ, ਤੇ ਇਹਨਾਂ ਨੇ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਜਿਹਦੇ 'ਚ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦੇ ਮਸਲੇ 'ਚ ਘਪਲਾ ਹੋਇਆ, ਅੱਜ ਉਸੇ ਮਸਲੇ ਨੂੰ ਲੈ ਕੇ ਫਗਵਾੜਾ 'ਚ ਪ੍ਰਦਰਸ਼ਨ ਕੀਤਾ। ਹੁਣ ਇੱਥੇ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਤੇ ਦਲਜੀਤ ਸਿੰਘ ਚੀਮਾ ਕਾਂਗਰਸ ਪਾਰਟੀ ਦੇ ਐਮਐਲਏ ਦੇ ਘਰ ਵੱਲ ਜਾਣ ਨੂੰ ਵਧੇ ਤਾਂ ਉੱਥੇ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਔਰ ਪੁਲਿਸ ਦੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਭੜਕਦੇ ਗਏ, ਲੇਕਿਨ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਿਆ। ਤਾਂ ਇਉਂ ਲੱਗਦਾ ਕੌਸ਼ਲ ਸਾਹਿਬ ਕਿ ਜਿੱਥੇ ਪੂਰਾ ਪੰਜਾਬ ਕੇਂਦਰ ਖਿਲਾਫ ਲੜ ਰਿਹਾ, ਜਿੱਥੇ ਪੂਰਾ ਪੰਜਾਬ ਖੇਤੀ ਬਿੱਲਾਂ ਦੇ ਮਸਲੇ ਦੇ ਉੱਤੇ, ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਲੜ ਰਿਹਾ, ਉੱਥੇ ਹੀ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਉਹ ਪੰਜਾਬ ਦੇ ਮਸਲਿਆਂ ਨੂੰ ਲੈ ਕੇ 2022 ਦੀ ਤਿਆਰੀ ਕਰ ਰਹੀਆਂ ਨੇ। ਉਹ ਘਪਲੇ ਅਕਾਲੀ ਦਲ ਦੀ ਸਰਕਾਰ ਦੌਰਾਨ ਵੀ ਹੋਏ, ਘਪਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੌਰਾਨ ਵੀ ਜ਼ਾਹਰ ਹੋ ਰਹੇ ਨੇ। ਤਾਂ ਇਹਨਾਂ ਘਪਲਿਆਂ ਦੇ ਉੱਤੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਾਥੀ ਨਹੀਂ ਵਰਤ ਰਹੇ, ਉੱਥੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਉਹ ਸਿਰਫ 2022 ਦੀ ਤਿਆਰੀ ਕਰਨ ਦੇ ਵਿੱਚ ਜੁਟਿਆ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਵੀ ਇਸੇ ਹਾਲਤ ਦੇ ਵਿੱਚ ਨਜ਼ਰ ਆ ਰਹੀ ਆ। ਨਹੀਂ ਤਾਂ ਅੱਜ ਜਿੰਨਾ ਮਾਹੌਲ ਪੱਕਿਆ ਹੋਇਆ ਖੇਤੀ ਕਾਨੂੰਨਾਂ ਦੇ ਖਿਲਾਫ, ਅਜਿਹੇ ਦੇ ਵਿੱਚ ਸਭ ਤੋਂ ਪਹਿਲਾ ਮਸਲਾ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ, ਔਰ ਨਾਲ ਦੀ ਨਾਲ ਦਲਿਤ ਭਾਈਚਾਰੇ ਨੂੰ ਨਾਲ ਲੈ ਕੇ ਜਿਹੜਾ ਉਹ ਵਜ਼ੀਫਿਆਂ ਦੇ ਵਿੱਚ ਘਟਾਲਾ ਹੋਇਆ, ਉਹਨੂੰ ਇੱਕ ਮੁੱਦੇ ਦੇ ਤੌਰ ਦੇ ਉੱਤੇ ਜਿਹੜਾ ਦੋਨਾਂ ਨੂੰ ਨਾਲ ਸਿੱਧਤ ਕਰਨਾ ਚਾਹੀਦਾ ਹੈ। ਜੀ, ਤੇ ਸਾਨੂੰ ਜਾਂਦੇ ਜਾਂਦੇ ਦੱਸੋ ਕਿ ਜਿਹੜੇ ਕਮਾਲਾ ਹੈਰਿਸ ਨੇ US ਦੇ ਨਵੇਂ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਏ, ਉਹਨਾਂ ਦੇ ਨਾਨਕੇ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ? ਜੀ, ਕਮਲਾ ਹੈਰਿਸ ਉਪ ਰਾਸ਼ਟਰਪਤੀ ਬਣਨ ਜਾ ਰਹੇ ਨੇ। ਉਹਨਾਂ ਨੇ ਕਾਫੀ ਵੋਟਾਂ ਦੇ ਫਰਕ ਨਾਲ ਉਪ ਰਾਸ਼ਟਰਪਤੀ ਦੀ ਚੋਣ ਆ ਜਿਹੜੀ ਉਹ ਤਕਰੀਬਨ ਜਿੱਤੀ ਹੈਗੀ। ਤਾਂ ਅਜਿਹੇ ਦੇ ਵਿੱਚ ਉਹਨਾਂ ਦੀ ਜਿਹੜੀ ਪਿਛੋਕੜ ਹੈਗਾ ਉਹ ਤਾਮਿਲਨਾਡੂ ਦੇ ਨਾਲ ਸੰਬੰਧਿਤ ਹੈ, ਕਿਉਂਕਿ ਇਹਨਾਂ ਦੀ ਮਾਤਾ ਉਹ ਤਾਮਿਲਨਾਡੂ ਦੇ ਵਿੱਚ ਰਹੇ ਨੇ, ਔਰ ਮਾਤਾ ਦੇ ਵਿੱਚ ਪੜ੍ਹੇ ਨੇ, ਪਹਿਲਾਂ ਵੱਡੇ ਹੋਏ ਨੇ। ਔਰ ਤਾਮਿਲਨਾਡੂ ਦੇ ਵਿੱਚ ਬਹੁਤ ਹੀ ਅਜਿਹਾ ਮਾਹੌਲ ਹੈ ਕੌਸ਼ਲ ਸਾਹਿਬ ਕਿ ਉੱਥੇ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਚੱਲ ਰਹੇ ਨੇ, ਮਠਿਆਈਆਂ ਵੰਡੀਆਂ ਜਾ ਰਹੀਆਂ ਨੇ, ਔਰ ਲੋਕਾਂ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ। ਲੋਕ ਇਹ ਕਹਿ ਰਹੇ ਨੇ ਕਿ ਸਾਡੇ ਪਿੰਡ ਦੀ ਦੋਹਤੀ ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਚੋਣ ਆ ਜਿਹੜੀ ਉਹ ਜਿੱਤੀ ਹੈਗੀ। ਔਰ ਆਪਣੇ ਭਾਰਤ ਦੇ ਵਿੱਚ ਤਾਂ ਵੈਸੇ ਹੀ ਲੋਕਾਂ ਦੇ ਵਿੱਚ ਬੜੀ ਭਾਵਨਾ ਹੁੰਦੀ ਹੈ ਜਿਹੀ ਪਤਾ ਲੱਗਦੀਆਂ ਨੇ। ਔਰ ਜੇ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਪਿੰਡ ਦੀ ਧੀ, ਭੈਣ, ਦੋਹਤੀ, ਪੋਤਾ ਕਿਤੇ ਵੀ ਜਾ ਕੇ ਦੁਨੀਆ ਦੇ ਵਿੱਚ ਕੋਈ ਮੁਕਾਮ ਹਾਸਲ ਕਰੇ ਤਾਂ ਉਸ ਤੋਂ ਬਾਅਦ ਖੁਸ਼ੀ ਦੇ ਵਿੱਚ ਜੀਵਾ ਹੋ ਜਾਂਦਾ ਸਾਰਾ ਪਿੰਡ।
ਤੇ ਇਹੀ ਕੁਛ ਹੁਣ ਤਾਮਿਲਨਾਡੂ ਦੇ ਵਿੱਚ ਹੋ ਰਿਹਾ। ਤਾਮਿਲਨਾਡੂ ਦੇ 2 ਪਿੰਡ ਨੇ, ਕਾਵੇਰੀ ਨਦੀ ਦੇ ਕੰਢੇ ਦੇ ਉੱਤੇ ਪੈਂਦੇ ਨੇ ਦੋਨੇ ਪਿੰਡ, ਇੱਕ ਤੁਲਾ ਸੈਂਦਰਾਮਪੁਰ, ਇੱਕ ਹੈਗਾ ਪਾਇੰਗਾਂਟੂ। ਇਹਨਾਂ ਦੋਨਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਵੱਲੋਂ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ, ਪਟਾਕੇ ਚਲਾਏ ਜਾ ਰਹੇ ਨੇ। ਬੱਚੇ ਦੇ ਹੱਥ 'ਚ ਕਮਲਾ ਹੈਰਿਸ ਦੀ ਤਸਵੀਰ ਹੈ ਔਰ ਉਹ ਕਹਿ ਰਹੇ ਨੇ ਕਿ ਸਾਡੇ ਪਿੰਡ ਦੀ ਦੋਹਤੀ ਹੈ ਜਿਹੜੀ ਉਹਨੇ ਦੁਨੀਆ ਦੇ ਵਿੱਚ ਸਾਡੇ ਪਿੰਡ ਦਾ ਨਾਂ ਗਾ ਜਿਹੜਾ ਉਹ ਉੱਚਾ ਕੀਤਾ ਗਾ। ਤੇ ਕਮਲਾ ਹੈਰਿਸ ਦੀ ਮਾਤਾ ਤਾਮਿਲਨਾਡੂ ਦੀ ਸੀ, ਇਹਦੀ ਇੱਕ ਮਾਸੀ ਇੱਥੇ ਰਹਿੰਦੀ ਹੈ ਕੌਸ਼ਲ ਸਾਹਿਬ, ਔਰ ਕਮਲਾ ਹੈਰਿਸ ਦੀ ਮਾਸੀ ਡਾਕਟਰ ਹੈ ਇੱਥੇ ਚੇਨਈ ਦੇ ਵਿੱਚ। ਔਰ ਉਹਨੇ ਵੀ ਇੱਛਾ ਜ਼ਾਹਰ ਕੀਤੀ ਹੈਗੀ ਕਿ ਮੈਂ ਵੀ ਚਾਹੁੰਦੀ ਹਾਂ ਕਿ ਮੈਂ ਆਪਣੀ ਜਿਹੜੀ ਭਾਣਜੀ ਹੈ ਉਹਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਾਂ। ਡਾਕਟਰ ਸਰਲਾ ਗੋਪਾਲਨ ਉਹ ਇਹਦੀ ਮਾਸੀ ਭਾਰਤ ਦੇ ਵਿੱਚ ਇਸ ਵਕਤ ਰਹਿੰਦੀ ਹੈ। ਜੀ ਕੌਸ਼ਲ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਨਵਕਿਰਨ ਪੱਤੀ ਜੀ, ਸਾਨੂੰ ਇਹ ਸਾਰੀਆਂ ਜਾਣਕਾਰੀਆਂ ਦੇਣ ਵਾਸਤੇ। ਸ਼ੁਕਰੀਆ ਜੀ ਕੌਸ਼ਲ ਸਾਹਿਬ, ਤੁਹਾਡਾ ਤੇ ਸਾਰੇ ਹੀ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਨਵਕਿਰਨ ਪੱਤੀ ਜੋ ਕਿ ਭਾਰਤ ਤੋਂ ਸਾਨੂੰ ਪੰਜਾਬ ਤੇ ਦਿੱਲੀ ਦਰਬਾਰ ਦੀ ਖਬਰਸਾਰ ਦੇ ਰਹੇ ਸਨ। ਔਰ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਗੱਲਬਾਤ ਕਰਾਂਗੇ ਕੁਝ ਲੋਕਲ ਖਬਰਾਂ ਦੇ ਬਾਰੇ, ਖਾਸ ਤੌਰ ਤੇ BC ਇਲੈਕਸ਼ਨਸ ਜਿਹੜੇ ਹੋ ਕੇ ਹਟੇ ਨੇ, ਨਤੀਜੇ ਹੁਣ ਫਾਈਨਲ ਆ ਚੁੱਕੇ ਨੇ ਔਰ ਉਹਨਾਂ 'ਚ ਕੀ ਕੁਝ ਸਾਹਮਣੇ ਆਇਆ। ਕੁਝ ਉਥਲ ਪੁਥਲ ਜ਼ਰੂਰ ਹੋਈ ਹੈ ਪਰ ਕੋਈ ਐਡੀ ਖਾਸ ਉਥਲ ਪੁਥਲ ਨਹੀਂ ਹੋਈ। ਜਿਹੜੀ ਉਥਲ ਪੁਥਲ ਹੋਈ ਵੀ ਹੈ ਉਹਦਾ ਜ਼ਿਆਦਾ ਫਾਇਦਾ BC NDP ਨੂੰ ਜਾਂਦਾ ਦਿਖਿਆ। BC NDP ਜਿਹੜੀ ਹੁਣ 57 ਸੀਟਾਂ ਤੇ ਕਾਬਜ਼ ਹੋ ਚੁੱਕੀ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ। ਬਣੇ ਰਹੋ। CKSP 600 AM ਸ਼ੇਰੇ ਪੰਜਾਬ ਸੁਣ ਰਹੇ ਹੋ ਤੁਸੀਂ। CKSP 600 AM ਸ਼ੇਰੇ ਪੰਜਾਬ ਰੇਡੀਓ ਤੁਸੀਂ ਸੁਣ ਰਹੇ ਹੋ ਔਰ ਮੈਂ ਹਾਂ ਤੁਹਾਡਾ ਹੋਸਟ ਸਮੀਰ ਕੌਸ਼ਲ। 9 ਤੋਂ 11 ਵਜੇ ਵਾਲੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਜੁੜਿਆ ਹੋਇਆ। 11 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਰਹੇਗਾ। ਭਾਰਤ ਤੋਂ ਹੁਣੇ ਅਸੀਂ ਗੱਲ ਕਰਕੇ ਹਟੇ ਨਵਕਿਰਨ ਪੱਤੀ ਹੋਣਾ ਦੇ ਨਾਲ ਔਰ ਹੁਣ ਅਸੀਂ ਗੱਲਬਾਤ ਕਰਾਂਗੇ ਕੁਝ ਲੋਕਲ ਮੁੱਦਿਆਂ ਦੇ ਬਾਰੇ 'ਚ। ਖਾਸ ਤੌਰ ਤੇ ਇੱਕ ਸਭ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਦੀ ਕਰ ਦਈਏ ਕਿ ਸਰੀ ਦੇ ਰਹਿਣ ਵਾਲੇ ਰਵਿੰਦਰਪਾਲ ਸਿੰਘ ਮੰਗਟ, ਇਹਨਾਂ ਦੀ ਇੱਕ ਇਨਵੈਸਟੀਗੇਸ਼ਨ ਚੱਲੀ ਸੀ। 2017 'ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਦੇ ਉੱਤੇ $5000 ਤੋਂ ਜ਼ਿਆਦਾ ਦੇ ਕ੍ਰਿਮੀਨਲ ਫਰਾਡ ਦਾ ਜਿਹੜਾ ਇੱਕ ਕੇਸ ਸੀ ਉਹਦੇ ਅੰਡਰ ਇਹਨਾਂ ਨੂੰ ਵੈਨਕੂਵਰ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਸੀ। ਔਰ ਹੁਣ ਜਿਹੜੀ ਜਾਣਕਾਰੀ ਆਈ ਹੈ ਉਹ ਇਹ ਆਈ ਹੈ ਕਿ 29 ਅਕਤੂਬਰ ਨੂੰ ਇਹਨਾਂ ਨੂੰ ਵੈਨਕੂਵਰ ਦੀ ਪ੍ਰੋਵਿੰਸ਼ੀਅਲ ਕੋਰਟ ਦੇ ਵੱਲੋਂ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ। 3 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਔਰ $5 ਲੱਖ ਜਿਹੜਾ ਉਹ ਇਹਨਾਂ ਨੂੰ ਪੇ ਕਰਨਾ ਪੈਣਾ। ਜਿਹੜੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲੀ ਸੀ, ਇਹ ਇਨਵੈਸਟੀਗੇਸ਼ਨ ਬ੍ਰਿਟਿਸ਼ ਕੋਲੰਬੀਆ ਸਿਕਿਉਰਿਟੀ ਕਮਿਸ਼ਨ ਜਿਹੜੀ ਹੈ BCSC ਇਹਨੂੰ ਸ਼ਾਰਟ ਫਾਰਮ 'ਚ ਕਹਿ ਦਿੰਦੇ ਆ, ਬ੍ਰਿਟਿਸ਼ ਕੋਲੰਬੀਆ ਸਿਕਿਉਰਿਟੀਜ਼ ਕਮਿਸ਼ਨ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਔਰ ਹੁਣ ਇਹਨੂੰ $5 ਲੱਖ ਵੀ ਦੇਣਾ ਪੈਣਾ। 3 ਸਾਲ ਲਈ ਜੇਲ੍ਹ 'ਚ ਵੀ ਰਹਿਣਾ ਪੈਣਾ। ਹਾਲਾਂਕਿ ਹਿਰਾਸਤ ਦੇ ਵਿੱਚ ਪੁਲਿਸ ਨੇ ਜਦੋਂ ਇਹਨੂੰ ਗ੍ਰਿਫਤਾਰ ਕੀਤਾ ਸੀ 2017 'ਚ, ਉਹ ਜਿਹੜਾ ਟਾਈਮ ਇਹਨੇ ਉੱਥੇ ਸਰਵ ਕਰ ਲਿਆ ਉਹਨੂੰ ਮਿਲਾ ਕੇ ਦੇਖੀਏ ਤਾਂ ਹੁਣ 21 ਕੁ ਮਹੀਨੇ, ਲਗਭਗ 2 ਸਾਲ ਤੋਂ 3 ਮਹੀਨੇ ਘੱਟ ਜਿਹੜੇ ਨੇ ਉਹ ਰਹਿ ਗਏ ਨੇ ਇਹਦੀ ਸਜ਼ਾ ਪੂਰੀ ਹੋਣ ਨੂੰ। ਇਹਨੂੰ 29 ਅਕਤੂਬਰ ਨੂੰ ਇਹ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ ਔਰ BCSC ਜਿਹੜੀ ਹੈ ਸਿਕਿਉਰਿਟੀ ਕਮਿਸ਼ਨ ਹੈ, ਇਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹ 'ਚ ਇਹ ਸਾਹਮਣੇ ਆਇਆ ਸੀ ਕਿ ਜਿਹੜੇ ਮਿਸਟਰ ਮੰਗਟ ਨੇ, ਸਰੀ ਦੇ ਰਹਿਣ ਵਾਲੇ ਰਵਿੰਦਰਪਾਲ ਸਿੰਘ ਮੰਗਟ, ਇਹਨਾਂ ਨੇ ਵੈਨਕੂਵਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ $5 ਲੱਖ ਦਾ ਧੋਖਾਧੜੀ ਕੀਤੀ ਸੀ। ਉਹਨੂੰ ਕਨਵਿੰਸ ਕੀਤਾ ਸੀ ਕਿ ਜਿਹੜਾ ਧਨ ਰਾਸ਼ੀ ਉਹਦੇ ਕੋਲ ਲਈ ਕਿ ਤੇਰੀ ਮੈਂ ਇੱਕ ਐਸੀ ਇਨਵੈਸਟਮੈਂਟ ਸਕੀਮ ਦੇ ਵਿੱਚ ਲਾਊਂਗਾ, ਇੱਕ ਐਸੇ ਕਲੱਬ ਦੇ ਵਿੱਚ ਲਾਊਂਗਾ ਜਿਹਦੇ ਨਾਲ ਕਿ ਤੈਨੂੰ ਬਹੁਤ ਰਿਟਰਨ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਏਗੀ। ਔਰ ਇਹ ਜਿਹੜੀ ਧਨ ਰਾਸ਼ੀ ਹੈ 2012-2013 ਦੇ ਵਿੱਚ ਉਹਦੇ ਕੋਲੋਂ ਲਵਾਉਣੀ ਸ਼ੁਰੂ ਕੀਤੀ ਗਈ ਵੈਨਕੂਵਰ ਦੇ ਕਿਸੇ ਵਿਅਕਤੀ ਦੇ ਕੋਲੋਂ। ਔਰ ਹੁਣ ਜਿਹੜੀ BCSC ਵੱਲੋਂ ਜਾਣਕਾਰੀ ਦਿੱਤੀ ਗਈ ਹੈ ਉਹ 'ਚ ਇਹ ਕਿਹਾ ਗਿਆ ਕਿ ਇਹ ਜ਼ਿਆਦਾਤਰ ਧਨ ਰਾਸ਼ੀ ਜਿਹੜੀ ਜਿਸ ਤਰ੍ਹਾਂ ਇਹਨੇ ਪ੍ਰੋਮਿਸ ਕੀਤਾ ਸੀ ਕਿ ਅਸੀਂ ਇਨਵੈਸਟਮੈਂਟ ਵਾਲੇ ਪਾਸੇ ਲਾਵਾਂਗੇ, ਉਹਦੀ ਬਜਾਏ ਆਪਣੇ ਹੀ ਜਿਹੜੇ ਖਰਚੇ ਸੀ, ਆਪਣੀ ਹੀ ਜਿਹੜੀ ਸ਼ਾਨੋ ਸ਼ੌਕਤ ਸੀ ਉਹ ਵਧਾਉਣ ਦੇ ਵਿੱਚ ਇਹ ਜਿਹੜੀ ਧਨ ਰਾਸ਼ੀ ਖਰਚ ਲਈ ਗਈ ਔਰ ਜਿਹਦੇ ਕਰਕੇ ਕਿ ਫਿਰ ਇਸ ਤੋਂ ਬਾਅਦ ਇਹਨੂੰ 2017 'ਚ ਗ੍ਰਿਫਤਾਰ ਕੀਤਾ ਗਿਆ ਔਰ ਕੇਸ ਚੱਲਦੇ ਹੁਣ 29 ਅਕਤੂਬਰ ਨੂੰ ਇਹਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ 3 ਸਾਲ ਦੀ ਜੇਲ੍ਹ ਦੀ ਤੇ $5 ਲੱਖ ਜਿਹੜਾ ਉਹ ਵਾਪਸੀ ਕਰਨ ਵਾਸਤੇ। ਔਰ ਜਿਹੜਾ BCSC ਹੈ ਜਿਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ, ਇੰਡੀਪੈਂਡੈਂਟ ਪ੍ਰੋਵਿੰਸ਼ੀਅਲ ਗਵਰਨਮੈਂਟ ਏਜੰਸੀ ਹੈ, ਸਰਕਾਰੀ ਏਜੰਸੀ ਹੈ ਜਿਹੜੀ ਕੈਪੀਟਲ ਮਾਰਕੀਟਸ ਹੈ ਜਿਹੜੀਆਂ ਥਰੂ ਆਊਟ BC ਇਹਨਾਂ ਨੂੰ ਸਿਕਿਉਰਿਟੀ ਐਕਟ ਦੇ ਅਧੀਨ ਇਹਨਾਂ ਦੀ ਜਾਂਚ ਕਰਦੀ ਹੈ ਕਿ ਕਿਸ ਕਿਸਮ ਦੇ ਨਾਲ ਜਿਹੜੀਆਂ ਕੈਪੀਟਲ ਮਾਰਕੀਟਸ ਹੈ ਉਹ ਚੱਲਦੀਆਂ, ਕਿਸ ਕਿਸਮ ਨਾਲ ਰੈਗੂਲੇਟ ਹੁੰਦੀਆਂ ਔਰ ਇਸ ਤਰ੍ਹਾਂ ਦੇ ਜਿਹੜੇ ਧੋਖਾਧੜੀ ਕਰਨ ਵਾਲੇ ਲੋਕ ਨੇ ਜੇਕਰ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਜਾਂਦੀ ਹੈ, ਕੋਈ ਵੀ ਕਥਿਤ ਧੋਖਾਧੜੀ ਕਰਦਾ ਹੋਏ ਤਾਂ ਉਹਨਾਂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਕਾਰਵਾਈ ਹੋਈ ਔਰ ਮਿਸਟਰ ਮੰਗਟ ਨੂੰ ਜਿਹੜਾ ਜੇਲ੍ਹ ਦੀ ਔਰ ਇਹ $5 ਲੱਖ ਦੀ ਜਿਹੜੀ ਸਜ਼ਾ ਹੈ ਇਹ ਸੁਣਾਈ ਗਈ ਹੈ।
ਔਰ ਇਹਦੇ ਨਾਲ ਦੇ ਨਾਲ ਅਸੀਂ ਜਿਹੜੀ ਹੁਣ ਗੱਲਬਾਤ ਕਰਾਂਗੇ ਉਹ ਕਰਾਂਗੇ BC ਇਲੈਕਸ਼ਨਸ ਦੇ ਜਿਹੜੇ ਨਤੀਜੇ ਹੁਣ ਆਏ ਨੇ ਸਾਹਮਣੇ, ਔਰ ਕਾਫੀ ਇੰਟਰਸਟਿੰਗ ਜਿਹੜੇ ਨਤੀਜੇ ਸਾਹਮਣੇ ਆਏ ਨੇ। ਕਈ ਥਾਵਾਂ ਤੇ ਜਿਹੜਾ ਹੈ ਬਹੁਤ ਘੱਟ ਮਾਰਜਨ ਅਜੇ ਵੀ ਰਿਹਾ ਹੈ, ਪਰ ਕਈ ਥਾਵਾਂ ਜਿਹੜੀਆਂ ਉਹ ਬਹੁਤ ਕਲੀਅਰ ਹੋ ਗਈਆਂ। ਜਿੱਥੇ ਪਹਿਲਾਂ ਲੱਗ ਰਿਹਾ ਸੀ ਕਿ ਪੇਜ ਜਿਹੜਾ ਫਸਿਆ ਹੋਇਆ, ਸ਼ਾਇਦ ਕਈ ਸੀਟਸ ਐਸੀਆਂ ਲੱਗ ਰਹੀਆਂ ਸੀ ਜਿਨ੍ਹਾਂ ਤੇ ਇਹ ਸ਼ੰਕਾ ਜਤਾਈ ਜਾ ਰਹੀ ਸੀ ਕਿ ਅਜੇ ਵੀ ਜਿਹੜੇ ਮੇਲ ਐਂਡ ਬੈਲਟਸ ਨੇ ਉਹ ਜ਼ਿਆਦਾ ਨੇ ਉੱਥੋਂ ਦੇ ਜਿਹੜਾ ਮਾਰਜਨ ਸੀ ਉਹਦੇ ਕੰਪੈਰੇਟਿਵਲੀ। ਸੋ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਪਾਸਾ ਪਲਟ ਜਾਏ। ਪਾਸਾ ਜ਼ਰੂਰ ਪਲਟਿਆ। ਪਹਿਲਾਂ ਕਿਹਾ ਜਾ ਰਿਹਾ ਸੀ 55 ਸੀਟਾਂ ਤੇ BC NDP ਜਿਹੜੀ ਜੇਤੂ ਰਹੇਗੀ, ਹੁਣ 57 ਸੀਟਾਂ ਜਿਹੜੀਆਂ ਉਹਦੇ ਤੇ ਇਹਦੀ ਜਿੱਤ ਦੀ ਖਬਰ ਜਿਹੜੀ ਆ ਉਹ ਆ ਚੁੱਕੀ ਹੈ, ਔਰ ਬਹੁਤ ਵੱਡੀ ਇੱਕ ਮੈਜੋਰਟੀ ਜਿਹੜੀ ਉਹ ਸਾਹਮਣੇ ਆਈ ਹੈ। ਪਹਿਲਾਂ 55 ਸੀਟਾਂ ਦੀ ਗੱਲ ਕਿਉਂਕਿ ਕਹੀ ਜਾ ਰਹੀ ਸੀ, ਪਰ ਉਸ ਤੋਂ ਬਾਅਦ ਜਿਹੜੀਆਂ 2 ਹੋਰ ਸੀਟਸ ਇਹਨਾਂ ਨੇ ਲਈਆਂ, ਵਰਨਨ ਮੋਨਾਸ਼ੇ ਦੀ ਔਰ ਐਬਟਸਫੋਰਡ ਮਿਸ਼ਨ ਦੀ ਜਿਹੜੀ ਸੀਟ ਹੈ ਇਹ ਇਹਨਾਂ ਦੇ ਹੱਥ 'ਚ ਆ ਗਈ। ਕਿਉਂਕਿ ਵਰਨਨ ਮੋਨਾਸ਼ੇ ਜਿਹੜੀ ਸੀਟ ਹੈ ਇੱਥੇ ਵੀ ਇੱਕ ਪੰਜਾਬੀ ਮੂਲ ਦੇ ਜਿਹੜੇ ਉਮੀਦਵਾਰ BC NDP ਦੇ ਖੜੇ ਸੀ, ਇਹਨਾਂ ਨੇ 3 ਟਰਮ ਦੇ ਜਿਹੜੇ ਲਿਬਰਲ ਇਨਕੰਬੈਂਟ ਸੀ ਐਰਿਕ ਫੋਸਟਰ, ਇਹਨਾਂ ਨੂੰ ਹਰਾਇਆ। ਇੱਥੋਂ ਵਰਨਨ ਮੋਨਾਸ਼ੇ ਤੋਂ ਹਰਵਿੰਦਰ ਸੰਧੂ ਜਿਹੜੇ ਇਹ ਖੜੇ ਹੋਏ ਸੀ, ਔਰ ਇਹ ਪਹਿਲੀ ਵਾਰ ਸੀ ਕਿ ਇਹ ਖੜੇ ਹੋਏ ਆ। ਔਰ ਇਹਨਾਂ ਨੇ ਹੁਣ ਕਿਹਾ ਕਿ ਇਹ ਹੁਣ ਇਸ ਪੂਰੇ ਰਾਈਡਿੰਗ ਦੀ ਜਿਹੜੀ ਇਹਨਾਂ ਨੇ ਧੰਨਵਾਦ ਕੀਤਾ, ਔਰ ਨਾਲ ਦੇ ਨਾਲ ਕਿਹਾ ਕਿ ਹੁਣ ਇਸ ਰਾਈਡਿੰਗ ਨੂੰ ਅੱਗੇ ਲਿਜਾਣ ਵਾਸਤੇ ਇਹਨਾਂ ਦੀ ਜਿਹੜੀ ਜ਼ਰੂਰਤਾਂ ਨੇ ਉਹ ਪੂਰੀਆਂ ਕਰਨ ਵਾਸਤੇ ਮੈਂ ਤਨਦੇਹੀ ਦੇ ਨਾਲ ਕੰਮ ਕਰਾਂਗੀ। ਔਰ ਇਹ ਵਰਨਨ ਦੇ ਵਿੱਚ ਨਰਸ ਨੇ ਹਰਵਿੰਦਰ ਸੰਧੂ, ਔਰ ਇਹਨਾਂ ਦੇ ਹੀ ਜਿਹੜੇ ਜਦੋਂ ਪਿੱਛੇ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ, ਇਹਨਾਂ ਦੇ ਹੀ ਜਿਹੜੇ ਬੋਰਡ ਸੀ ਉਹਨਾਂ ਦੇ ਉੱਤੇ ਕਾਲਖ ਜਿਹੜੀ ਉਹ ਪੋਤੀ ਗਈ ਸੀ, ਜਿਸ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਏ। ਔਰ ਹੁਣ ਜਿਹੜੀਆਂ ਐਬਸੈਂਟੀ ਬੈਲਟਸ ਔਰ ਮੇਲ ਐਂਡ ਬੈਲਟਸ ਨਵੰਬਰ 8 ਨੂੰ ਯਾਨੀ ਕਿ ਲੰਘੇ ਕੱਲ੍ਹ ਜਿਹੜੀਆਂ ਗਿਣਤੀ ਹੋਈ ਹੈ, ਉਸ ਤੋਂ ਬਾਅਦ ਹੁਣ ਇਹ ਆਫੀਸ਼ੀਅਲੀ ਇਲੈਕਟ ਹੋਏ ਨੇ ਜਿਹੜੇ ਮਿਸ ਸੰਧੂ ਨੇ ਵਰਨਨ ਮੋਨਾਸ਼ੇ ਤੋਂ MLA, ਔਰ ਇਹਨਾਂ ਨੂੰ 10,222 ਵੋਟਸ ਇੱਥੋਂ ਪਈਆਂ, ਜਦਕਿ ਜਿਹੜੇ 3 ਵਾਰ ਤੇ ਲਿਬਰਲ ਇਨਕੰਬੈਂਟ ਸੀ ਐਰਿਕ ਫੋਸਟਰ, ਉਹਨਾਂ ਨੂੰ 9798 ਵੋਟਾਂ ਪਈਆਂ। ਸੋ 424 ਵੋਟਾਂ ਦਾ ਫਰਕ ਇੱਥੇ ਰਿਹਾ, ਜਿਹਦੇ ਨਾਲ ਕਿ ਇਹ ਹੁਣ ਜਿੱਤੇ ਨੇ। 182 ਵੋਟਾਂ ਦਾ ਫਰਕ ਸੀ ਪਹਿਲਾਂ ਜਦੋਂ ਇਲੈਕਸ਼ਨ ਨਾਈਟ ਹੋਈ ਸੀ 24 ਅਕਤੂਬਰ ਨੂੰ। ਉਦੋਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਪਤਾ ਨਹੀਂ ਕੀ ਬਣੇਗਾ, ਕੀ ਇਹਨਾਂ ਦੇ ਹੱਥੋਂ ਸੀਟ ਜ਼ਿਆਦਾ ਹੀ ਚਲੀ ਜਾਏਗੀ ਜਾਂ ਕਿਵੇਂ ਹੋਏਗਾ। ਪਰ ਹੁਣ ਜਿਹੜੀਆਂ 424 ਵੋਟਾਂ ਨੇ ਉਹਨਾਂ ਦੀ ਜਿੱਤ ਨਾਲ ਇਹ ਜੇਤੂ ਰਹੇ ਨੇ। ਔਰ ਇਸੇ ਤਰੀਕੇ ਨਾਲ ਰਿਚਮੰਡ ਕੁਈਨਸਬਰੋ ਤੋਂ ਅਮਨ ਸਿੰਘ ਜਿਹੜੇ ਉਹਨਾਂ ਨੇ ਇਨਕੰਬੈਂਟ ਜਿਹੜੇ ਇੱਥੋਂ ਦੇ ਜੈਸ ਜੋਹਲ ਸੀ ਉਹਨਾਂ ਨੂੰ ਹਰਾ ਦਿੱਤਾ। ਔਰ ਸਿਰਫ ਨਾਰਥ ਸੈਂਟਰ ਜਿਹੜਾ ਰਿਚਮੰਡ ਦਾ ਇੱਥੇ ਲਿਬਰਲ ਜਿੱਤੇ ਨੇ। ਬਾਕੀ 3 ਸੀਟਾਂ ਤੇ BC NDP ਜਿਹੜੀ ਜੇਤੂ ਰਹੀ ਹੈ। ਇਸੇ ਤਰੀਕੇ ਨਾਲ ਜਿਹੜਾ ਸਰੀ ਹੈ, ਸਰੀ ਦੇ ਵਿੱਚ 2 ਸੀਟਸ ਸਰੀ ਸਾਊਥ, ਔਰ ਜੇਕਰ ਦੇਖਿਆ ਜਾਏ ਤਾਂ ਸਰੀ ਦੀ ਬਾਕੀ ਸਾਰੀਆਂ ਸੀਟਸ ਤੇ ਜਿਹੜੇ NDP ਦੇ BC NDP ਦੇ ਲੀਡਰ ਨੇ ਉਹੀ ਜਿੱਤੇ ਨੇ। ਪਰ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਤੇ ਲਿਬਰਲਸ ਬੇਸ਼ੱਕ ਜਿੱਤੇ ਤਾਂ ਹਨ ਉਹਨਾਂ ਸੀਟਸ ਤੋਂ, ਪਰ ਮਾਰਜਨ ਉਹਨਾਂ ਦੇ ਘਟ ਗਏ। ਮਾਰਜਨ ਜਿਹੜੇ ਘਟੇ ਨੇ ਉਹਦੇ ਨਾਲ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਫਰਕ ਨੇ ਇਹ ਅਜੇ ਹੋਰ ਵੀ ਪੈ ਸਕਦੇ ਨੇ। ਪਰ ਹੁਣ ਤੱਕ ਜਿਹੜੇ ਰਿਜ਼ਲਟ ਸਾਹਮਣੇ ਆ ਚੁੱਕੇ ਨੇ, ਕਲੀਅਰ ਕੱਟ ਇਹ ਰਿਜ਼ਲਟ ਸਾਹਮਣੇ ਆ ਚੁੱਕੇ ਨੇ ਸਰੀ ਦੀਆਂ ਸਾਰੀਆਂ ਸੀਟਸ ਤੋਂ ਵੀ। ਔਰ ਸਰੀ ਦੇ ਵਿੱਚ ਵੀ ਜੇਕਰ ਦੇਖਿਆ ਜਾਏ ਤਾਂ ਸਰੀ ਕਲੋਵਰਡੇਲ, ਸਰੀ ਫਲੀਟਵੁੱਡ, ਗ੍ਰੀਨ ਟਿੰਬਰਸ, ਗਿਲਫੋਰਡ, ਨਿਊਟਨ, ਪੈਨੋਰਾਮਾ, ਇਹਨਾਂ ਤੋਂ ਵਾਲੀ ਤੋਂ ਸਾਰੀਆਂ ਥਾਵਾਂ ਤੋਂ ਜਿਹੜੇ BC NDP ਦੇ ਲੀਡਰ ਨੇ ਉਹ ਜਿੱਤੇ ਨੇ। ਪਰ ਦੂਸਰੇ ਪਾਸੇ ਜੇ ਸਰੀ ਸਾਊਥ ਦੀ ਗੱਲ ਕਰੀਏ, ਸਟੈਫਨੀ ਕੈਡੂ ਜਿਹੜੇ ਨੇ BC ਲਿਬਰਲ, ਇਹਨਾਂ ਨੂੰ 12,970 ਵੋਟਾਂ ਪਈਆਂ। ਔਰ ਜਿਹੜੇ ਪੋਲਨ ਗਰੀਵਸ ਨੇ BC NDP ਦੇ, ਇਹਨਾਂ ਨੂੰ 11,794 ਵੋਟਾਂ ਪਈਆਂ। ਇੱਥੇ ਵੀ ਕਾਫੀ ਘੱਟ ਜਿਹੜਾ ਮਾਰਜਨ ਉਹ ਦੇਖਣ ਨੂੰ ਹਾਲਾਂਕਿ ਸਾਹਮਣੇ ਆਇਆ। ਔਰ ਇਸੇ ਤਰੀਕੇ ਨਾਲ ਸਰੀ ਵਾਈਟ ਰੌਕ ਦੇ ਵਿੱਚ ਵੀ ਜਿਹੜੇ BC ਲਿਬਰਲ ਕੈਂਡੀਡੇਟ ਨੇ ਟ੍ਰੈਵਰ ਹੈਲਫੋਰਡ, ਇਹਨਾਂ ਨੂੰ 10,718 ਵੋਟਾਂ ਪਈਆਂ। ਔਰ ਬ੍ਰਾਇਨ ਸਮਿਥ ਜਿਹੜੇ BC NDP ਦੇ ਨੇ, ਇਹਨਾਂ ਨੂੰ 10,494 ਵੋਟਾਂ ਪਈਆਂ। ਸੋ ਇੱਥੇ ਵੀ ਜਿਹੜਾ ਪਰਸੈਂਟੇਜ ਹੈ ਉਹ ਕਾਫੀ ਘੱਟ ਰਹੀ ਹੈ, ਜਿੱਤ ਦਾ ਜਿਹੜਾ ਫਰਕ ਹੈ ਉਹ ਕਾਫੀ ਘੱਟ ਰਿਹਾ। ਪਰ ਜੇਕਰ ਪੂਰਾ ਸੂਬੇ ਨੂੰ ਅਸੀਂ ਦੇਖੀਏ, ਪੂਰੇ ਸੂਬੇ ਦੀ ਗੱਲ ਕਰੀਏ ਤਾਂ ਜਿਹੜੀਆਂ 1.88 ਮਿਲੀਅਨ ਵੋਟਸ ਜਿਹੜੀਆਂ ਕਾਸਟ ਹੋਈਆਂ, ਔਰ ਇਹਦੇ 'ਚੋਂ NDP ਨੂੰ 8,99,000 ਤੋਂ ਜ਼ਿਆਦਾ ਵੋਟਸ, ਸੋ ਲਗਭਗ 9 ਲੱਖ ਦੇ ਕਰੀਬ ਵੋਟਾਂ ਜਿਹੜੀਆਂ
ਉਹ BC NDP ਨੂੰ ਪਈਆਂ ਔਰ BC ਲਿਬਰਲਸ ਨੂੰ ਬਹੁਤ ਘੱਟ ਵੋਟਾਂ ਪਈਆਂ ਇਹਨਾਂ ਦੇ ਮੁਕਾਬਲੇ 'ਚ 6,37,000 ਦੇ ਕਰੀਬ ਵੋਟਾਂ ਪਈਆਂ, ਜਦਕਿ BC ਗ੍ਰੀਨਸ 2,83,000 ਦੇ ਕਰੀਬ ਵੋਟਾਂ ਇਹਨਾਂ ਨੂੰ ਪਈਆਂ। ਔਰ ਜਿਹੜੇ ਪ੍ਰੀਮੀਅਰ ਜੌਨ ਹਾਰਗਨ ਨੇ ਇਹਨਾਂ ਨੇ BC NDP ਨੂੰ ਇੰਨੀਆਂ ਵੋਟਾਂ ਪਾਉਣ ਕਰਕੇ ਬ੍ਰਿਟਿਸ਼ ਕੋਲੰਬੀਅਨਸ ਦਾ ਧੰਨਵਾਦ ਵੀ ਕੀਤਾ, ਕਿਉਂਕਿ ਇੱਕ ਬਹੁਤ ਵੱਡਾ ਗੈਂਬਲ ਜਿਹੜਾ ਬਹੁਤ ਵੱਡਾ ਜੂਆ ਜਿਹੜਾ ਉਹ ਖੇਡਿਆ ਗਿਆ ਸੀ। ਪਹਿਲਾਂ ਇਹੀ ਕਿਹਾ ਜਾ ਰਿਹਾ ਸੀ ਕਿ ਇਹ ਇਲੈਕਸ਼ਨ ਵਾਸਤੇ ਰਾਈਟ ਟਾਈਮ ਨਹੀਂ ਹੈ, ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਗੱਲ ਕਰ ਰਹੀਆਂ ਸੀ, ਲੋਕ ਵੀ ਗੱਲ ਕਰ ਰਹੇ ਸੀ, ਪਰ ਐਟ ਦ ਐਂਡ ਜਦੋਂ ਹੁਣ ਨਤੀਜੇ ਆਏ ਨੇ ਸੋ ਬਹੁਤ ਵੱਡਾ ਇੱਕ ਸਵੀਪ ਜਿਹਨੂੰ ਕਿਹਾ ਜਾਂਦਾ ਹੈ ਹੁਣ ਜਾਂ ਫਿਰ ਜਿੱਤ ਜਿਹੜੀ ਹੈ ਉਹ ਹੋ ਗਈ ਹੈ ਇਹਨਾਂ ਦੀ BC NDP ਦੀ। ਔਰ ਟੋਟਲ ਕੁੱਲ 87 ਸੀਟਾਂ ਦੇ ਵਿੱਚੋਂ 57 ਸੀਟਾਂ, ਸੋ ਬਹੁਤ ਭਾਰੀ ਪਲੜਾ ਐਤਕੀ ਵਿਧਾਨ ਸਭਾ ਦੇ ਵਿੱਚ BC NDP ਦਾ ਰਹੇਗਾ। ਔਰ ਜਿਹੜੀਆਂ BC NDP ਨੂੰ ਅਜੇ ਤੱਕ ਸ਼ੱਕ ਲੱਗ ਰਹੇ ਸੀ, ਸ਼ੁਬੇ ਲੱਗ ਰਹੇ ਸੀ ਕਿ ਜਿਹੜੀ ਮਾਈਨੋਰਟੀ ਗਵਰਨਮੈਂਟ ਹੈ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਜਾਂ ਉਹ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੇ ਜਿਸ ਤਰ੍ਹਾਂ ਉਹ ਚਾਹੁੰਦੇ ਨੇ, ਸੋ ਉਹ ਜਿਹੜੀ ਇਹਨਾਂ ਦੀ ਹੁਣ ਇੱਕ ਐਕਸਕਿਊਜ਼ ਸੀ ਉਹ ਖਤਮ ਹੋ ਜਾਏਗਾ, ਕਿਉਂਕਿ 87 ਦੇ ਵਿੱਚੋਂ 57 ਸੀਟਾਂ ਦੇ ਉੱਤੇ ਇਹਨਾਂ ਦੇ ਬੰਦੇ ਜਿਹੜੇ ਕਾਬਜ਼ ਰਹਿਣਗੇ। ਹਾਲਾਂਕਿ ਹੁਣ ਇਹਦੇ ਅੰਦਰ ਹੀ ਕਿਸ ਤਰੀਕੇ ਦੀ ਆਵਾਜ਼ ਉੱਠੇਗੀ, ਇਹਨਾਂ ਦੇ ਅੰਦਰ ਹੀ ਕਿਸ ਤਰੀਕੇ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਵਿਦਿਨ ਦ ਪਾਰਟੀ ਉਹ ਸਾਹਮਣੇ ਆਉਣਗੀਆਂ। ਇਹ ਵੀ ਬੜਾ ਇੱਕ ਇੰਟਰਸਟਿੰਗ ਫੈਕਟਰ ਜਿਹੜਾ ਸਾਹਮਣੇ ਬਣੇਗਾ, ਪਰ ਅਜੇ ਤੱਕ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ। ਇਹਨਾਂ ਦੀ ਲੀਡਰਸ਼ਿਪ ਮਿਸਟਰ ਜੌਨ ਹਾਰਗਨ ਦੀ ਨੂੰ ਵਧੀਆ ਹੀ ਮੰਨਿਆ ਜਾ ਰਿਹਾ। ਔਰ ਐਬਟਸਫੋਰਡ ਮਿਸ਼ਨ ਦੇ ਵਿੱਚ ਜਿਹੜਾ ਅਸੀਂ ਦੱਸਿਆ ਸੀ ਕਿ ਇੱਕ ਦੂਸਰੀ ਜਿਹੜੀ ਸੀਟ ਸੀ ਜਿਹਦੇ ਵਿੱਚ ਹਿਲਜੁਲ ਹੋਈ ਹੈ, ਉਹਦੇ ਵਿੱਚ ਵੀ NDP ਦੇ ਜਿਹੜੇ ਕੈਂਡੀਡੇਟ ਪੈਮ ਐਲੈਕਸਿਸ ਸੀ, ਇਹਨਾਂ ਨੇ ਉੱਥੋਂ ਦੇ ਜਿਹੜੇ ਇਨਕੰਬੈਂਟ ਸੀ ਸਾਈਮਨ ਗਿਬਸਨ, ਇਹਨਾਂ ਨੂੰ 744 ਵੋਟਾਂ ਦੇ ਨਾਲ ਹਰਾਇਆ। ਔਰ ਇਸੇ ਤਰੀਕੇ ਨਾਲ ਜਿਹੜੇ BC ਲਿਬਰਲ ਨੇ ਜਾਰਡਨ ਸਟਰਡੀ, ਉਹਨਾਂ ਨੇ ਰੀਕਲੇਮ ਕੀਤੀ ਹੈ ਵੈਸਟ ਵੈਨਕੂਵਰ ਸੀ ਟੂ ਸਕਾਈ ਜਿਹੜੀ ਸੀਟ ਹੈ ਇਹ ਗ੍ਰੀਨ ਕੈਂਡੀਡੇਟ ਜਰਮੀ ਵੈਲਰॉयਡ ਤੋਂ। ਔਰ ਇੱਥੇ ਬੜਾ ਇੱਕ ਰੇਜ਼ਰ ਥਿਨ ਮਾਰਜਨ ਰਿਹਾ, 41 ਵੋਟਾਂ ਦਾ ਫਰਕ ਰਿਹਾ, ਸਿਰਫ 41 ਵੋਟ। ਸੋ ਇੱਥੇ ਹੁਣ ਜੁਡੀਸ਼ੀਅਲ ਰੀਕਾਊਂਟ ਹੈ ਜਿਹੜਾ ਉਹ ਹੋਏਗਾ। ਸੋ ਇਹ ਇੱਕ ਜਿਹੜੀਆਂ 3 ਸੀਟ ਸੀਗੀਆਂ ਜਿਨ੍ਹਾਂ ਦੇ ਉੱਤੇ ਕਾਫੀ ਜਿਹੜਾ ਲੋਕਾਂ ਦੀ ਨਿਗਾਹ ਵੀ ਟਿਕੀ ਹੋਈ ਸੀ। ਇਸ ਤੋਂ ਇਲਾਵਾ ਵੀ ਕਈ ਸੀਟ ਸੀ, ਪਰ ਕੁੱਲ ਮਿਲਾ ਕੇ ਜੇਕਰ ਦੇਖਿਆ ਜਾਏ ਹੁਣ ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਤ ਨੇ ਉਹ ਵੀ ਇਹ ਗੱਲ ਕਰ ਰਹੇ ਨੇ ਕਿ NDP ਵਾਸਤੇ ਜਿਹੜੀ ਮੈਜੋਰਟੀ ਆਈ ਹੈ ਇਹ ਕਾਫੀ ਉਹਨਾਂ ਦੇ ਵਾਸਤੇ ਚੈਲੰਜ ਜਿਹੜੇ ਨੇ ਉਹ ਵੀ ਲੈ ਕੇ ਆਏਗੀ। ਰਿਸਰਚ ਕੋ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪੋਲਸਟਰ ਮੈਰੀਓ ਕੈਂਸੇਕੋ, ਇਹਨਾਂ ਨੇ ਵੀ ਕਿਹਾ ਕਿ ਇਹ ਖਾਸ ਤੌਰ ਤੇ ਦੇਖਿਆ ਜਾਏ ਤਾਂ ਲਿਬਰਲਸ ਵਾਸਤੇ ਮੋਨੂਮੈਂਟਲ ਕਲੈਪਸ ਹੈ, ਇੱਕ ਬਹੁਤ ਵੱਡੀ ਗਿਰਾਵਟ ਹੈ ਜੇਕਰ ਦੇਖਿਆ ਜਾਏ ਲਿਬਰਲਸ ਵਾਸਤੇ, ਕਿਉਂਕਿ 16 ਸਾਲ ਉਹਨਾਂ ਨੇ ਰਾਜ ਕੀਤਾ ਸੀ। 2017 'ਚ ਜਦੋਂ ਵੋਟਾਂ ਹੋਈਆਂ ਸੀ ਉਹ 'ਚ ਬਹੁਤ ਘੱਟ ਇੱਕ ਮਾਰਜਨ ਸੀ ਜਿਹਦੇ ਨਾਲ ਇਹਨਾਂ ਦੀ ਡਿਫੀਟ ਹੋਈ ਸੀ। ਉਦੋਂ ਇੱਕ ਸੀਟ ਦਾ ਜਿਹੜਾ ਫਰਕ ਸੀ ਜਿਹੜਾ ਦਿਖ ਰਿਹਾ ਸੀ। ਔਰ ਹੁਣ ਜਿਹੜੀ ਗਿਰਾਵਟ ਆਈ ਹੈ ਤੁਹਾਡੇ ਸਾਹਮਣੇ ਹੈ ਕਿ ਕਿੰਨੀ ਜ਼ਿਆਦਾ ਵੱਡਾ ਇਹਦੀ ਜਿਹੜੀ ਲਿਬਰਲਸ ਨੂੰ ਲੋਕਾਂ ਨੇ ਨਕਾਰਿਆ। ਇਹਦੇ ਪਿੱਛੇ ਬੇਸ਼ੱਕ ਕੋਈ ਵੀ ਰੀਜ਼ਨ ਰਹੇ ਹੋਣ, ਲੇਕਿਨ ਗਿਰਾਵਟ ਜਿਹੜੀ ਆਈ ਹੈ ਉਹ ਬਿਲਕੁਲ ਆਈ ਹੈ, ਦੇਖਣ 'ਚ ਆਈ ਹੈ। ਔਰ ਇਹਨਾਂ ਦੇ ਜਿਹੜੇ ਲੀਡਰ ਨੇ ਹਾਲਾਂਕਿ ਉਹਨਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਨੀ ਦੇਰ ਤੱਕ ਜ਼ਰੂਰ ਬਣੇ ਰਹਿਣਗੇ ਜਦ ਤੱਕ ਨਵੇਂ ਦੀ ਭਾਲ ਨਹੀਂ ਹੁੰਦੀ। ਪਰ NDP ਨੂੰ ਲਗਭਗ 48% ਦੀ ਜਿਹੜੀਆਂ ਟੋਟਲ ਓਵਰਆਲ ਵੋਟਸ ਨੇ ਉਹ ਪਈਆਂ ਨੇ। ਸੋ ਲੋਕਾਂ ਨੇ ਇਹਨਾਂ 'ਚ ਯਕੀਨ ਜਿਹੜਾ ਉਹ ਜ਼ਰੂਰ ਜਿਹੜਾ ਜਤਾਇਆ। ਔਰ ਇਸੇ ਕਰਕੇ ਜੌਨ ਹਾਰਗਨ ਨੇ ਇਹਨਾਂ ਦਾ ਲੋਕਾਂ ਦਾ ਧੰਨਵਾਦ ਜਿਹੜਾ ਉਹ ਵੀ ਕੀਤਾ। ਪਰ ਨਾਲ ਦੇ ਨਾਲ ਗੱਲ ਇਹ ਹੈ ਕਿ ਜਿਹੜੀਆਂ ਇਹ ਸੀਟ ਸੀ ਖਾਸ ਤੌਰ 'ਤੇ ਸਰੀ ਦੀ ਵੀ ਗੱਲ ਹੁੰਦੀ ਰਹੀ ਹੈ, ਚਾਹੇ ਉਹ ਰਿਚਮੰਡ ਦੀ ਗੱਲ ਹੁੰਦੀ ਰਹੀ ਹੈ, ਲੋਅਰ ਮੇਨਲੈਂਡ ਦੀ ਜੇਕਰ ਅਸੀਂ ਕੁੱਲ ਮਿਲਾ ਕੇ ਗੱਲ ਕਰੀਏ, ਕਿਉਂਕਿ ਲੋਅਰ ਮੇਨਲੈਂਡ ਦੇ ਵਿੱਚ ਵੋਟਾਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਸੋ ਇਹਦੇ ਵਿੱਚ ਹੁਣ ਇੱਥੋਂ ਕਿਸ ਤਰ੍ਹਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਜਾਏਗੀ, ਇਹਨੂੰ ਲੈ ਕੇ ਵੀ ਕਈ ਸਵਾਲ ਉੱਠ ਰਹੇ ਨੇ, ਕਿਉਂਕਿ ਅਜੇ ਤੱਕ ਜਿਹੜੇ ਇਹ ਵੀ ਹਿਸਟਰੀ ਬਣੀ ਹੈ ਕਿ ਪਹਿਲੇ ਜਿਹੜੇ ਦਸਤਾਰਧਾਰੀ ਸਿੱਖ ਨੇ ਉਹ ਐਤਕੀ ਵਿਧਾਨ ਸਭਾ ਦੇ ਵਿੱਚ ਜਾਣਗੇ ਔਰ ਕਿ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਵੀ ਕੋਈ ਜਗ੍ਹਾ ਜਿਹੜੀ ਆ ਉਹ ਮਿਲੇਗੀ। ਇਹਨੂੰ ਲੈ ਕੇ ਵੀ ਕਈ ਕਿਆਸਰੀਆਂ ਜਿਹੜੀਆਂ ਲੱਗ ਰਹੀਆਂ ਨੇ, ਕਿਉਂਕਿ ਪੜ੍ਹੇ ਲਿਖੇ ਨੇ, ਵਕੀਲ ਨੇ, ਔਰ ਦੂਸਰੇ ਪਾਸੇ ਇੱਕ ਇਨਕਮਬੈਂਟ ਨੂੰ ਹਰਾਉਣਾ ਇਹ ਵੀ ਬਹੁਤ ਵੱਡੀ ਗੱਲ ਹੈ। ਪਰ ਇਸੇ ਤਰੀਕੇ ਨਾਲ ਹੋਰ ਜਿਹੜੀਆਂ ਥਾਵਾਂ ਨੇ, ਹੋਰ ਜਿਹੜੀਆਂ ਡਿਫਰੈਂਟ ਕਾਰਨ ਨੇ ਜਿਹੜੇ ਲੈ ਕੇ ਚੱਲੇ ਜਾਣਗੇ ਸਰਕਾਰ ਵੱਲੋਂ ਜਾਂ ਜਿਹੜੇ ਪ੍ਰੀਮੀਅਰ ਨੇ ਜੌਨ ਹਾਰਗਨ ਉਹਨਾਂ ਵੱਲੋਂ, ਉਹਨਾਂ ਦੀ ਟੀਮ ਵੱਲੋਂ, ਕਿਉਂਕਿ ਐਤਕੀ ਬਹੁਤ ਜਿਹੜੀਆਂ ਮੇਨ ਪੋਰਟਫੋਲੀਓਜ਼ ਨੇ ਉਹ ਖਾਲੀ ਪਏ ਨੇ, ਜਿਨ੍ਹਾਂ ਦੇ ਉੱਤੇ ਜਿਹੜੇ ਪਹਿਲੇ ਜਿੱਤੇ ਹੋਏ MLA ਸੀ, ਜਿਹੜੇ ਪਹਿਲੇ ਮਿਨਿਸਟਰ ਸੀ, ਉਹਨਾਂ ਨੇ ਐਤਕੀ ਕਿਹਾ ਕਿ ਐਤਕੀ ਉਹਨਾਂ ਨੇ ਵੋਟਾਂ ਨਹੀਂ ਲੜੀਆਂ, ਐਤਕੀ ਉਹਨਾਂ ਨੇ ਇਲੈਕਸ਼ਨਸ ਨਹੀਂ ਲੜੇ। ਸੋ ਉਹਨਾਂ ਦੇ ਜਿਹੜੇ ਖਾਲੀ ਪਏ ਪੋਰਟਫੋਲੀਓਜ਼ ਨੇ ਉਹਨਾਂ ਦੇ ਕਿਹਦੀ ਜਿਹੜੀ ਲੋਟਰੀ ਲੱਗ ਸਕਦੀ ਹੈ, ਕਿਹਨਾਂ ਦੇ ਹੱਥ 'ਚ ਉਹ ਜਿਹੜੀ ਕਮਾਨ ਹੈ ਉਹ ਆ ਸਕਦੀ ਹੈ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਏਗੀ। ਪਰ ਨਾਲ ਦੇ ਨਾਲ ਇਸ ਵੇਲੇ ਕਿਉਂਕਿ ਸੂਬਾ ਜਿਹੜਾ ਉਹ ਬੜੇ ਇੱਕ ਸੰਕਟ ਦੇ ਹਾਲਾਤ 'ਚੋਂ ਵੀ ਗੁਜ਼ਰ ਰਿਹਾ। ਦੂਸਰੇ ਪਾਸੇ ਦੇਖਿਆ ਜਾਏ ਕਿਉਂਕਿ COVID-19 ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ, ਜਿਸ ਤਰ੍ਹਾਂ ਦੇ ਕੇਸਿਸ ਆ ਰਹੇ ਨੇ, ਖਾਸ ਤੌਰ 'ਤੇ ਪਿਛਲੇ
ਲਾਸਟ ਵੀਕ ਦੀ ਜੇ ਗੱਲ ਕਰੀਏ ਕੁਝ ਦਿਨਾਂ ਦੇ ਵਿੱਚ ਹੀ ਆਖਰੀ ਜਿਹੜੇ ਦਿਨ ਸੀ ਉਹਨਾਂ ਦੇ ਵਿੱਚ 500 ਤੋਂ ਜ਼ਿਆਦਾ ਕੇਸ, ਈਵਨ 579 ਕੇਸ ਵੀਕ ਦਿਨ ਰਹੇ। ਸੋ 500 ਤੋਂ ਜ਼ਿਆਦਾ ਕੇਸ ਆਣੇ ਜਿਹੜੇ ਅੱਜ ਤੱਕ ਪਹਿਲੀ ਵੇਵ ਜਦੋਂ ਸ਼ੁਰੂ ਹੋਈ ਸੀ ਉਦੋਂ ਵੀ ਨਹੀਂ ਸੀ ਆਏ, ਜਦੋਂ ਜਿਹੜੀਆਂ ਪਾਬੰਦੀਆਂ ਲੱਗੀਆਂ ਵੀ ਨਹੀਂ ਸੀ ਹੋਈਆਂ ਉਦੋਂ ਵੀ ਨਹੀਂ ਸੀ ਜਦੋਂ ਆਏ। ਔਰ ਹੁਣ ਇਸ ਤਰ੍ਹਾਂ ਦੇ ਕੇਸ ਆਉਣਾ ਇੱਕ ਨਵਾਂ ਚੈਲੰਜ ਜਿਹੜਾ ਉਹ ਸਰਕਾਰ ਦੇ ਵਾਸਤੇ ਵੀ ਲੈ ਕੇ ਆ ਰਿਹਾ। ਔਰ ਖ਼ਾਸ ਤੌਰ 'ਤੇ ਹੁਣ ਜਿਸ ਤਰ੍ਹਾਂ ਪਾਬੰਦੀਆਂ ਲਗਾਉਣ ਦੀ ਗੱਲ ਕੀਤੀ ਗਈ ਹੈ, ਹਾਲਾਂਕਿ ਪਾਬੰਦੀਆਂ ਜਿਹੜੀਆਂ ਸਿੱਧੇ ਤੌਰ 'ਤੇ ਬਿਜ਼ਨੈਸਿਸ ਦੇ ਉੱਤੇ ਤਾਂ ਨਹੀਂ ਲਾਈਆਂ ਗਈਆਂ, ਪਰ ਹੁਣ ਆਮ ਲੋਕਾਂ ਦੇ ਜਿਹੜਾ ਜਨਜੀਵਨ ਹੈ ਉਹਨੂੰ ਜ਼ਰੂਰ ਪ੍ਰਭਾਵਿਤ ਕਰਨਗੀਆਂ ਜਿਸ ਤਰੀਕੇ ਦੀਆਂ ਪਾਬੰਦੀਆਂ ਲਾਈਆਂ ਗਈਆਂ। ਪਰ ਨਾਲ ਦੇ ਨਾਲ ਜ਼ਰੂਰੀ ਹੈ ਕਿ ਜੇ ਰੋਕਥਾਮ ਕਰਨੀ ਹੈ ਤਾਂ ਇਹ ਪਾਬੰਦੀਆਂ ਜਿਹੜੀਆਂ ਲਾਉਣੀਆਂ ਉਹ ਜ਼ਰੂਰੀ ਵੀ ਬਣ ਰਹੀਆਂ ਸੀ। ਔਰ ਜਿਹੜਾ ਅਦਾਰਾ ਸ਼ੇਰੇ ਪੰਜਾਬ AM600 ਹੈ, ਅਸੀਂ ਵੀ ਆਪਣੇ ਵੱਲੋਂ ਐਜ਼ ਮੀਡੀਆ ਦਾ ਫਰਜ਼ ਸਮਝਦੇ ਹੋਏ ਅਸੀਂ ਸਰਕਾਰ ਦੇ ਨਾਲ ਹਾਂ ਇਸ ਗੱਲ ਦੇ ਕਰਕੇ। ਔਰ ਅਸੀਂ ਵੀ ਇਸ ਗੱਲ ਨੂੰ ਪੂਰੀ ਤਰੀਕੇ ਦੇ ਨਾਲ ਅਸੀਂ ਸਰਕਾਰ ਦੀ ਆਵਾਜ਼ ਬਣ ਕੇ ਇੱਥੇ ਜ਼ਰੂਰ ਤੁਹਾਡੇ ਤੱਕ ਇਹ ਜਿਹੜੀਆਂ ਗੱਲ ਹੈ ਸਰਕਾਰ ਦੀ ਪਾਲਿਸੀਜ਼ ਹੈ ਇਹ ਲੈ ਕੇ ਆਉਂਦੇ ਰਹਾਂਗੇ ਕਿ ਹਾਂ ਅਸੀਂ ਵੀ ਪਰਹੇਜ਼ ਕਰਦੇ ਰਹੀਏ। ਅਸੀਂ ਵੀ ਇਹ ਜ਼ਰੂਰੀ ਹੈ ਕਿ ਅਸੀਂ ਵੀ ਜਿਹੜੇ ਇਹ 14 ਦਿਨ ਦਾ ਸਰਕਾਰ ਨੇ ਜਿਹੜੀ ਇਹ ਪਾਬੰਦੀ ਲਗਾਈ ਹੈ ਇਹਦੇ ਵਿੱਚ ਅਸੀਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਗੈਦਰਿੰਗ ਹੈ ਜਿਹੜੀ ਉਹ ਨਾ ਕਰੀਏ। ਫਾਲਤੂ ਆਪਣੇ ਘਰਦਿਆਂ ਤੋਂ ਇਲਾਵਾ ਜਿਹੜੇ ਹਾਊਸ ਹੋਲਡ ਦੀ ਗੱਲ ਕੀਤੀ ਜਾ ਰਹੀ ਹੈ, ਇਮੀਡੀਏਟ ਤੁਹਾਡੇ ਫੈਮਿਲੀ ਮੈਂਬਰਸ ਨੇ, ਉਹਨਾਂ ਤੋਂ ਇਲਾਵਾ ਕੋਈ ਇਕੱਠ ਜਿਹੜੇ ਉਹ ਨਾ ਕਰੀਏ। ਬਾਹਰ ਘੁੰਮਣ ਵੀ ਜਾਂਦੇ ਹਾਂ ਜੇਕਰ ਕਿਸੇ ਨਾਲ ਆਪਣੇ ਵਾਕਫਕਾਰਾਂ ਦੇ ਨਾਲ, ਆਪਣੇ ਹਾਊਸ ਹੋਲਡਸ ਦੇ ਮੈਂਬਰਸ ਦੇ ਨਾਲ ਵੀ ਅਸੀਂ ਜਾਂਦੇ ਹਾਂ ਤਾਂ ਕਿਰਪਾ ਕਰਕੇ ਮਾਸਕ ਜਿਹੜੇ ਉਹ ਜ਼ਰੂਰ ਪਾਏ ਜਾਣ। ਹਾਲਾਂਕਿ ਇਹ ਕੋਈ ਕਾਨੂੰਨ ਨਹੀਂ ਹੈ ਪਰ ਫਿਰ ਵੀ ਇਹ ਇੱਕ ਇਸ ਵੇਲੇ ਸਿਫਾਰਿਸ਼ ਜਿਹੜੀ ਕੀਤੀ ਜਾ ਰਹੀ ਹੈ ਸਾਰਿਆਂ ਵੱਲੋਂ ਇੱਕ ਮੰਨਿਆ ਜਾ ਰਿਹਾ ਕਿ 3 ਪਲਾਈ ਜਿਹੜਾ ਮਾਸਕ ਹੈ ਉਹ ਕਾਫੀ ਹੱਦ ਤੱਕ ਜਿਹੜੀ ਰੋਕਥਾਮ ਹੈ ਉਹ ਕਰ ਸਕਦਾ। ਔਰ ਜ਼ਰੂਰੀ ਹੈ ਕਿ ਇਸ ਟਾਈਮ ਜਿਹੜੀ ਰੋਕਥਾਮ ਹੈ ਉਹਨੂੰ ਹੀ ਮੈਡੀਸਨ ਮੰਨਿਆ ਜਾ ਰਿਹਾ। ਹਾਲਾਂਕਿ ਵੈਕਸੀਨ ਜਿਹੜੀ ਹੈ ਉਹ ਵੀ 90% ਤੋਂ ਜ਼ਿਆਦਾ ਜਿਹੜੇ ਉਹਦੇ ਟੈਸਟ ਰਿਜ਼ਲਟ ਨੇ ਉਹ ਵਧੀਆ ਆਏ ਨੇ। ਫਾਈਜ਼ਰ ਦੀ ਜਿਹੜੀ ਵੈਕਸੀਨ ਜਿਹੜੀ ਆ ਰਹੀ ਹੈ ਉਹਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਚੱਲ ਕੇ ਗੱਲ ਕਰਾਂਗੇ। ਔਰ ਨਾਲ ਦੇ ਨਾਲ ਗੱਲਬਾਤ ਇਸੇ ਤਰੀਕੇ ਨਾਲ ਤੁਹਾਡੇ ਨਾਲ ਕੀਤੀ ਜਾਏਗੀ। ਫਾਈਜ਼ਰ ਕੰਪਨੀ ਦੇ ਮੁਤਲਕ ਜਿਹੜੀ ਗੱਲਬਾਤ ਹੈ ਉਹ ਵੀ ਚੱਲੇਗੀ। ਔਰ ਨਾਲ ਦੇ ਨਾਲ ਜਿਹੜੇ US ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਕੀ ਕੁਝ ਸਾਹਮਣੇ ਆਇਆ, ਕਮਲਾ ਹੈਰਿਸ ਦਾ ਕੀ ਜਿਹੜਾ ਰਿਹਾ ਪ੍ਰਭਾਵ, ਉਹ ਕਿਸ ਤਰੀਕੇ ਦੇ ਨਾਲ ਜਿਹੜਾ ਪ੍ਰਭਾਵਿਤ ਕਰੇਗਾ ਹੁਣ ਅੱਗੇ ਜਿਹੜੇ ਦੁਨੀਆ ਭਰ ਦੇ ਦੇਸ਼ਾਂ ਦੀ ਸਿਆਸਤ ਹੈ, ਜੋ ਬਾਈਡਨ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਕਿਸ ਤਰੀਕੇ ਨਾਲ ਦੁਨੀਆ ਦੇ ਮੁਲਕ ਜਿਹੜੇ ਦੇਖਣਗੇ, ਖਾਸ ਤੌਰ 'ਤੇ ਜਿਹੜੀਆਂ ਏਸ਼ੀਅਨ ਕੰਟਰੀਜ਼ ਨੇ ਉਹ ਕਿਸ ਤਰੀਕੇ ਨਾਲ ਦੇਖਣਗੀਆਂ, ਇਹਦੇ ਬਾਰੇ ਵੀ ਵਿਚਾਰ ਚਰਚਾ ਕਰਾਂਗੇ। ਔਰ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਕਿਸ ਕਿਸਮ ਦੀਆਂ ਪਾਬੰਦੀਆਂ ਨੇ ਉਹਦੇ ਬਾਰੇ ਤੁਹਾਡੇ ਕੋਈ ਵਿਚਾਰ ਹੋਣੇ ਆ, ਤੁਸੀਂ ਪ੍ਰੋਗਰਾਮ ਦੇ ਵਿੱਚ ਕਿਤੇ ਵੀ ਸ਼ਾਮਲ ਹੋਣਾ ਚਾਹੋ 604-204-0600 ਸਾਡਾ ਨੰਬਰ ਹੈ। ਤੁਸੀਂ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਉਹ ਸਾਡੇ ਨਾਲ ਰੱਖ ਸਕਦੇ ਹੋ। ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਇਸੇ ਤਰੀਕੇ ਨਾਲ ਚੱਲਦੀ ਰਹੇਗੀ। ਬਣੇ ਰਹੋ ਸ਼ੇਰੇ ਪੰਜਾਬ AM600 ਦੇ ਨਾਲ। ਸ਼ੇਰੇ ਪੰਜਾਬ AM600 CKSP AM600 ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਔਰ ਗੱਲਬਾਤ ਕਰ ਰਹੇ ਸੀ ਕਿ ਕਿਸ ਕਿਸਮ ਦੇ ਨਾਲ ਲੋਅਰ ਮੇਨਲੈਂਡ ਦੇ ਵਿੱਚ COVID-19 ਦੇ ਜਿਹੜੇ ਨਵੇਂ ਆਰਡਰ ਨੇ ਉਹ ਲਗਾਏ ਗਏ ਨੇ ਔਰ ਕੇਸਿਸ ਜਿਹੜੇ ਵੱਧ ਰਹੇ ਨੇ। ਹਾਲਾਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਇੱਥੇ ਡਿਫਰੈਂਟ ਤਰ੍ਹਾਂ ਦੇ ਵਿਚਾਰ ਆਉਂਦੇ ਵੀ ਰਹੇ ਨੇ ਕਿ ਕਈਆਂ ਦਾ ਕਹਿਣਾ ਕਿ ਇਲੈਕਸ਼ਨ ਦੇ ਦੌਰਾਨ ਨਹੀਂ ਆਏ, ਹੁਣ ਆਉਣੇ ਸ਼ੁਰੂ ਹੋ ਗਏ। ਕਈਆਂ ਦਾ ਕਹਿਣਾ ਕਿ ਹਰ ਵਾਰ ਅਲੱਗ-ਅਲੱਗ ਜਿਹੜੇ ਸਾਡੇ ਜੇਕਰ ਦੇਖਿਆ ਜਾਏ ਕਿ ਖਿੱਤੇ ਨੇ ਉਹਨਾਂ ਨੂੰ ਇਹਦੇ ਵਾਸਤੇ ਜ਼ਿੰਮੇਦਾਰ ਠਹਿਰਾਇਆ ਗਿਆ। ਔਰ ਐਤਕੀ ਜਿਹੜੇ ਆਮ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਰਿਸਟ੍ਰਿਕਸ਼ਨਸ ਉਹ ਵੀ ਲਗਾ ਦਿੱਤੀਆਂ ਗਈਆਂ। ਪਰ ਜ਼ਰੂਰੀ ਹੈ ਕਿਉਂਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਕੇਸ ਵੱਧ ਰਹੇ ਨੇ ਉਹਦੇ 'ਚ ਜ਼ਰੂਰੀ ਹੈ ਕਿ ਅਸੀਂ ਆਪਸ ਦੇ ਵਿੱਚ ਹੀ ਇੱਕ ਦੂਜੇ ਦੀ ਜਿਹੜਾ ਸਹਿਯੋਗ ਹੈ ਉਹ ਕਰੀਏ। ਪਰ ਤੁਹਾਡੇ ਕੋਲ ਵਿਚਾਰ ਹੁਣ 604-204-0600 ਦੇ ਸਕਦੇ ਹੋ। ਸਾਡੇ ਨਾਲ ਫਰਾਜ਼ ਸਾਹਿਬ ਜੁੜੇ ਨੇ। ਸਭ ਤੋਂ ਪਹਿਲਾਂ ਫਰਾਜ਼ ਸਾਹਿਬ ਜੀ ਆਇਆਂ ਨੂੰ। जी साहब, कैसे हैं सर? बहुत बढ़िया जनाब। समीर भाई, हम तो आपको कहीं और ढूंढ रहे थे, आप यहाँ मिल गए हमको। जी बिल्कुल बिल्कुल जी। चलिए मुबारक हो आपको नया असाइनमेंट। बहुत बहुत शुक्रिया सर जी। ये इलेक्शन अभी हुए और NDP ने मेजोरिटी भी ले ली जी। वोटर टर्नआउट आपको अंदाजा है कितना था? वाज इट 51% या 52? कितना था? ये टोटल 1.88 मिलियन वोट्स जो ये कास्ट हुई है। इसका परसेंटेज भी आपको थोड़ी देर में बताए थे। जी जी, मैंने समझा था कि यार 50 से कुछ ज्यादा नहीं हुआ। तो देखा जाए तो आधी जनता ने तो कुछ दिलचस्पी नहीं जाहिर की कि कौन बनेगा मुखिया। जी बिल्कुल। तो लगता नहीं कि ये रिप्रेजेंटेटिव होगी गवर्नमेंट सारे लोगों की, मगर चूंकि डेमोक्रेसी का हुस्न यह है जमहूरियत का कि जो वोटिंग में ले जाता है मेजोरिटी उसकी हुकूमत बनती है। जी बिल्कुल बिल्कुल। चलिए अब देखते हैं इनकी क्या जिम्मेदारियां पूरी करते हैं और इसको एक्सप्लॉइट ना करें तो हम सबके लिए अच्छा होगा। बिल्कुल सही बात है। बहुत बहुत शुक्रिया फराज साहब। और जैसे देखो जिदा इन्होंने साढ़े कॉलर ने फराज साहब इन्होंने गल कही कि जमहूरीयत का हुसन ये है, ਇਹਦੀ ਬਿਊਟੀ ਇਹ ਹੈ, ਇਹਦੀ ਖੂਬਸੂਰਤੀ ਇਹ ਹੈ ਕਿ ਜਿੰਨਿਆਂ ਨੇ ਵੋਟਾਂ ਪਾਈਆਂ ਉਹਦੇ ਵਿੱਚੋਂ ਹੀ ਚੁਣਿਆ ਜਾਣਾ। ਜਦੋਂ ਇੱਕ ਪ੍ਰੋਸੀਜਰ ਜਿਹੜਾ ਇੱਕ ਸਾਡਾ ਇਲੈਕਟੋਰਲ ਸਿਸਟਮ ਹੈ ਉਹ ਅਨਾਉਂਸ ਕਰ ਦਿੱਤਾ ਗਿਆ, ਕਹਿ ਦਿੱਤਾ ਗਿਆ ਕਿ ਭਾਈ ਵੋਟਾਂ ਪੈਣੀਆਂ, ਫਿਰ ਜਿਹੜੇ ਲੋਕ ਬਾਹਰ ਜਾ ਕੇ ਵੋਟਾਂ ਪਾਈਆਂ ਹੀ ਨਹੀਂ, ਜਿਨ੍ਹਾਂ ਨੇ ਵੋਟਾਂ ਹੀ ਨਹੀਂ ਪਾਈਆਂ ਤਾਂ ਉਹ ਕੀ ਕਹਿ ਸਕਦੇ ਆ?
ਉਹ ਹੁਣ ਕਿਸ ਤਰੀਕੇ ਨਾਲ ਕਹਿ ਸਕਦੇ ਆ ਕਿ ਭਾਈ ਸਰਕਾਰ ਜਿਹੜੀ ਹੈ ਉਹ ਕੰਮ ਐਂ ਕਰ ਰਹੀ ਹੈ ਜਾਂ ਉਹ ਕਰ ਰਹੀ ਹੈ। ਜਦੋਂ ਵੋਟਾਂ ਪਾਉਣ ਦਾ ਸਮਾਂ ਸੀ ਤੁਹਾਨੂੰ ਬਾਹਰ ਜਾ ਕੇ ਵੋਟਾਂ ਪਾਉਣੀਆਂ ਚਾਹੀਦੀਆਂ ਸੀ, ਬਾਰ-ਬਾਰ ਇਹ ਕਿਹਾ ਵੀ ਜਾਂਦਾ ਰਿਹਾ। ਪਰ ਇਹ ਜ਼ਰੂਰ ਹੈ ਕਿ ਯੈਸ ਹੁਣ ਕਿਉਂਕਿ 57 ਜਿਹੜੇ ਸੀਟਸ ਨੇ ਉਹ ਇੱਕ ਪਾਰਟੀ ਦੇ ਹੱਥ 'ਚ ਆ ਗਈਆਂ, ਸੋ ਇਹਦੇ ਵਿੱਚ ਉਹਨਾਂ ਦੀ ਅਕਾਊਂਟੇਬਿਲਿਟੀ ਜਿਹੜੀ ਹੈ ਉਹਨਾਂ ਨੂੰ ਆਪ ਹੀ ਚੈੱਕ ਕਰਨੀ ਪਊਗੀ ਉਸ ਪਾਰਟੀ ਨੂੰ। ਉਹਨਾਂ ਦੇ ਵਾਸਤੇ ਜ਼ਰੂਰੀ ਰਹੇਗਾ ਕਿ ਆਪਣੇ ਪੱਬਾਂ ਭਾਰ ਖੁਦ ਰਹਿਣ, ਔਨ ਟੋਜ਼ ਰਹਿਣ ਇਸ ਗੱਲ ਨੂੰ ਲੈ ਕੇ ਕਿ ਭਾਈ ਕਿਸੇ ਵਿਰੋਧੀ ਪਾਰਟੀ ਨਾਲ ਜਾਂ ਕਿਸੇ ਹੋਰ ਜਿਹੜਾ ਇਲਾਕੇ ਦੇ ਲੋਕ ਨੇ, ਇਸ ਡਿਫਰੈਂਟ ਰਾਈਡਿੰਗਸ ਦੇ ਲੋਕ ਨੇ, ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਵਿਤਕਰਾ ਨਾ ਹੋਏ। ਕਿਉਂਕਿ ਕਈ ਵਾਰ ਤਾਕਤ ਜਿਹੜੀ ਹੈ, ਤਾਕਤ ਦਾ ਨਸ਼ਾ ਜਿਹੜਾ ਉਹ ਕਿਸੇ ਨੂੰ, ਲੋਕਾਂ ਨੂੰ ਅੰਨਾ ਕਰ ਦਿੰਦਾ। ਸੋ ਇਹਦੇ 'ਚ ਜ਼ਰੂਰੀ ਹੈ ਕਿ ਜਿਹੜਾ ਬੈਲੈਂਸ ਰਹਿ ਕੇ, ਫੇਅਰ ਰਹਿ ਕੇ ਜਿਹੜੀ ਗੱਲਬਾਤ ਹੈ ਉਹ ਸਰਕਾਰਾਂ ਵੱਲੋਂ ਕੀਤੀ ਜਾਏ। ਖੈਰ, ਗੱਲਬਾਤ ਕਰ ਰਹੇ ਸੀ ਕਿ ਜਿਹੜੇ ਹੈਲਥ ਆਰਡਰਸ ਨਵੇਂ ਲਗਾਏ ਗਏ ਨੇ ਉਹਨਾਂ ਨੂੰ ਲੈ ਕੇ, ਔਰ ਇਹ ਸੈਟਰਡੇ ਨੂੰ ਇਹ ਜਿਹੜੀਆਂ ਗੈਦਰਿੰਗਸ ਨੇ, ਸੋਸ਼ਲ ਗੈਦਰਿੰਗਸ, ਇਹਨਾਂ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਹੈ। ਔਰ ਕਿਹਾ ਗਿਆ ਕਿ ਇਨਡੋਰ ਜਿਹੜੇ ਗਰੁੱਪ ਫਿਜ਼ੀਕਲ ਐਕਟੀਵਿਟੀਜ਼ ਸੀ ਇਹਨਾਂ ਨੂੰ ਵੀ ਬੰਦ ਕਰਨ ਦੀ ਗੱਲ ਕਹੀ ਗਈ ਹੈ। ਸਪੋਰਟਸ ਜਿਹੜੀਆਂ ਐਕਟੀਵਿਟੀਜ਼ ਨੇ ਜਿਨ੍ਹਾਂ 'ਚ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਹੋ ਸਕਦੀ। ਸੋ ਇਹ 'ਚ ਕਈ ਅਜੇ ਐਸੀਆਂ ਜਿਹੜੀਆਂ ਇਨਫੋਰਮੇਸ਼ਨਸ ਨੇ ਜਿਨ੍ਹਾਂ ਦੀ ਜੇਕਰ ਦੇਖਿਆ ਜਾਏ ਤਾਂ ਕਈ ਲੋਕਾਂ ਨੂੰ ਕਨਫਿਊਜ਼ਨ ਅਜੇ ਵੀ ਲੱਗ ਰਹੀ ਹੈ। ਪਰ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਸਰਕਾਰ ਦਾ ਕਹਿਣਾ ਕਿ ਕਾਫੀ ਕਲੀਅਰ ਦਿੱਤੀ ਜਾ ਚੁੱਕੀ ਹੈ। ਸਰਕਾਰ ਦੇ ਨੁਮਾਇੰਦੇ ਬਾਰ-ਬਾਰ ਆ ਕੇ ਤੇ ਦੱਸ ਵੀ ਰਹੇ ਹੈ, ਕਿਉਂਕਿ ਕਈ ਵਾਰ ਐਸਾ ਵੀ ਹੋਇਆ ਕਿ ਕੁਝ ਜਿਹੜੇ ਹੈਲਥ ਰੀਜਨ ਨੇ ਇਹਨਾਂ ਦੇ ਵੱਲੋਂ ਵੀ ਕਈ ਜਿਹੜੀਆਂ ਇਨਫੋਰਮੇਸ਼ਨ ਇਸ ਤਰੀਕੇ ਦੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਪਹਿਲੇ ਆਰਡਰਸ ਦੇ ਨਾਲ ਦੂਸਰੇ ਆਰਡਰ ਨੂੰ ਕਿਤੇ ਕੰਟਰਾਡਿਕਟਰੀ ਜਿਹਾ ਬਣਾ ਦਿੱਤਾ, ਕਨਫਿਊਜ਼ਨ ਇੱਕ ਸਟੇਟ ਜਿਹੜੀ ਹੈ, ਕਨਫਿਊਜ਼ਿੰਗ ਸਟੇਟ ਜਿਹੜੀ ਆ ਉਹ ਬਣਾ ਦਿੱਤੀ। ਪਰ ਕੁੱਲ ਮਿਲਾ ਕੇ ਜਿਹੜਾ ਇਹਦਾ ਇੱਕ ਜਿਸਟ ਜੇ ਅਸੀਂ ਕੱਢੀਏ, ਇਹਦਾ ਕਿਸੇ ਐਕਸਟ੍ਰੈਕਟ ਕੱਢੀਏ, ਇਹਦਾ ਅਰਕ ਕੱਢੀਏ, ਉਹ ਇਹੀ ਹੈ ਕਿ ਭਾਈ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਕਰੋ। ਇਹਦਾ ਜਿਹੜਾ ਅਰਕ ਹੈ, ਇਹਦਾ ਐਕਸਟ੍ਰੈਕਟ ਹੈ, ਉਹ ਇਹੀ ਨਿਕਲਦਾ ਹੈ, ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਕਰੋ, ਇੱਕ ਦੂਜੇ ਤੋਂ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ, ਔਰ ਮਾਸਕ ਪਾ ਕੇ ਜ਼ਰੂਰ ਰੱਖੋ। ਇਹ ਬਾਰ-ਬਾਰ ਕਿਹਾ ਜਾ ਰਿਹਾ, ਹਾਲਾਂਕਿ ਮਾਸਕ ਪਾਉਣ ਦਾ ਦੁਬਾਰਾ ਦੱਸ ਦਈਏ ਕੋਈ ਕਾਨੂੰਨ ਨਹੀਂ ਹੈ, ਪਰ ਇਹ ਕਿਹਾ ਜਾ ਰਿਹਾ ਕਿ ਭਾਈ ਬਚਾਅ ਹੋ ਸਕਦਾ, ਬੜਾ ਵੱਡਾ ਲੈਵਲ ਤੇ ਬਚਾਅ ਹੋ ਸਕਦਾ। ਕਮਿਊਨਿਟੀ ਸਪਰੈਡ ਕਿਉਂਕਿ ਹੋ ਚੁੱਕਾ, ਕਮਿਊਨਿਟੀ ਸਪਰੈਡ ਕਰਕੇ ਅਸੀਂ ਦੇਖ ਰਹੇ ਹਾਂ 500 ਤੋਂ ਜ਼ਿਆਦਾ ਕੇਸ ਜਿਹੜੇ ਉਹ ਸਾਹਮਣੇ ਆ ਰਹੇ ਨੇ। ਸੋ ਕੁੱਲ ਮਿਲਾ ਕੇ ਜਿਹੜੇ ਇਹ ਜਿਹੜੀ ਗੱਲ ਕਹੀ ਗਈ ਹੈ ਇਹ ਸੋਸ਼ਲ ਗੈਦਰਿੰਗਸ, ਇਹਦਾ ਮਤਲਬ ਇਹ ਹੈ ਕਿ ਪਾਰਕਾਂ 'ਚ ਪਿਕਨਿਕ ਨਹੀਂ ਹੋਣੀ, ਗਰੁੱਪ ਆਊਟਡੋਰ ਐਕਟੀਵਿਟੀਜ਼ ਨਹੀਂ ਹੋਣੀਆਂ। ਜੇਕਰ ਘੁੰਮਣ ਦੀ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਇੱਕ ਦੇ ਕਿਸੇ ਵਾਕਫ ਨਾਲ, ਜਿਹਦੇ ਨਾਲ ਤੁਸੀਂ ਅੱਗੇ ਵੀ ਜਾਂਦੇ ਹੋ, ਬਾਹਰ ਤੁਸੀਂ ਜਾ ਸਕਦੇ ਹੋ, ਤਾਂ ਮਤਲਬ ਇਹ ਨਹੀਂ ਕਿ ਅੱਗੇ ਜਾ ਕੇ ਅਸੀਂ ਪਾਰਕਾਂ 'ਚ ਇਕੱਠੇ ਬਹਿ ਜਾਈਏ, ਉੱਥੇ ਭੀੜ ਮਚਾ ਦਈਏ, ਜਾਂ ਘੁੰਮਣ ਜਾ ਰਹੇ ਹਾਂ ਤਾਂ ਅਸੀਂ ਘੁੰਮਣ ਲੱਗੇ ਸੀ 7-7 8-8 ਜਾਣੇ ਇਕੱਠੇ ਜਾ ਕੇ ਘੁੰਮੀਏ ਔਰ ਉੱਥੇ ਜਾ ਕੇ ਭੀੜ ਜਿਹੜੀ ਆ ਉਹ ਫੇਰ ਦੁਬਾਰਾ ਮਚਾ ਦਈਏ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਚੀਜ਼ਾਂ ਉਹ ਬੈਨ ਨੇ, ਪਰ ਜਿਹੜੀ ਵਾਕ ਕਰਨੀ ਹੈ ਇਹ ਸੋਸ਼ਲ ਗੈਦਰਿੰਗ ਦੇ ਵਿੱਚ ਇਹਨੂੰ ਕੰਸੀਡਰ ਨਹੀਂ ਕੀਤਾ ਜਾ ਰਿਹਾ। ਜਿਹੜੇ ਲੋਕ ਜਾਣਾ ਚਾਹੁੰਦੇ ਨੇ ਉਹ ਜਾ ਸਕਦੇ ਨੇ, ਔਰ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ 6 ਫੁੱਟ ਦੀ ਦੂਰੀ ਜਿਹੜੀ ਹੈ ਉਹ ਜ਼ਰੂਰ ਬਣਾ ਕੇ ਰੱਖਣ, ਔਰ ਕੋਸ਼ਿਸ਼ ਕਰਨ ਕਿ ਮਾਸਕ ਜਿਹੜਾ ਉਹ ਜ਼ਰੂਰ ਪਾਉਣ। ਪਰ ਜਿਹੜੀਆਂ ਆਊਟਡੋਰ ਗੈਦਰਿੰਗਸ ਨੇ ਉਹਨਾਂ ਨੂੰ ਲੈ ਕੇ ਵੈਨਕੂਵਰ ਹੈਲਥ ਰੀਜਨ ਜਿਹੜਾ, ਉਹਨਾਂ ਵੱਲੋਂ ਸੰਡੇ ਨੂੰ ਇੱਕ ਬਿਆਨ ਜਿਹੜਾ ਦੇ ਦਿੱਤਾ ਗਿਆ, ਜਿਹਦੇ 'ਚ ਇਹ ਕਹਿ ਦਿੱਤਾ ਗਿਆ ਕਿ ਭਾਈ ਜਿਹੜੀਆਂ ਆਊਟਡੋਰ ਗੈਦਰਿੰਗਸ ਨੇ ਉਹ ਉਨੀ ਦੇ ਉੱਥੇ ਪਰਮਿਟਡ ਨੇ ਜਿੱਥੇ ਜਿਹੜੇ ਪਹਿਲੇ ਪਬਲਿਕ ਹੈਲਥ ਗਾਈਡਲਾਈਨ ਸੀ, ਜੇਕਰ ਉਹ ਪਰਮਿਟ ਕੀਤੀ ਜਾਂਦੀ ਹੈ ਤਾਂ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਈ ਚੀਜ਼ਾਂ ਨੇ ਉਹਨਾਂ ਨੇ ਇਹਨਾਂ ਨੂੰ ਕਾਫੀ ਕਨਫਿਊਜ਼ਨ ਵਾਲੀ ਸਟੇਟ ਬਣਾ ਦਿੱਤਾ। ਪਰ ਇਹ 'ਚ 3 ਐਸੀਆਂ ਜਿਹੜੀਆਂ ਕਮਿਊਨਿਟੀਜ਼ ਨੇ ਉਹ ਅਜੇ ਵੀ ਬਾਹਰ ਨੇ ਇਹਨਾਂ ਆਰਡਰਸ ਦੇ ਵਿੱਚੋਂ, ਜਿਹਦੇ 'ਚ ਸੈਂਟਰਲ ਕੋਸਟ ਰੀਜਨਲ ਡਿਸਟ੍ਰਿਕਟ ਹੈ, ਬੈਲਾ ਕੂਲਾ ਵੈਲੀ ਹੈ ਅਤੇ ਹੋਪ ਹੈ। ਇਹਨਾਂ ਨੂੰ ਬਾਹਰ ਕਿਉਂ ਰੱਖਿਆ ਗਿਆ ਅਸੀਂ ਖੁਦ ਸਮਝ ਸਕਦੇ ਹਾਂ ਕਿ ਕਿਹੜੀਆਂ ਉਹ ਥਾਵਾਂ ਜਿਨ੍ਹਾਂ ਨੂੰ ਇਹਦੇ 'ਚ ਰੱਖਿਆ ਗਿਆ ਔਰ ਉਹਦੇ ਕੀ ਰੀਜ਼ਨ ਨੇ, ਪਹਿਲਾਂ ਵੀ ਕਿਹਾ ਜਾਂਦਾ ਰਿਹਾ। ਉਹਦੇ ਬਾਰੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਗੱਲ ਕਰਾਂਗੇ। ਹੁਣ ਖਬਰਾਂ ਦਾ ਸਮਾਂ ਹੋ ਗਿਆ, ਖਬਰਾਂ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਇਸੇ ਤਰੀਕੇ ਨਾਲ ਜਾਰੀ ਰਹੇਗੀ ਇਸ ਪ੍ਰੋਗਰਾਮ ਦੇ ਵਿੱਚ, ਔਰ ਅਗਰ ਲਾਈਵ ਖਬਰਾਂ ਜਿਹੜੀਆਂ ਉਹ ਪੜ੍ਹੀਆਂ ਜਾਣਗੀਆਂ ਔਰ ਸਰਬਮੀਤ ਸਿੰਘ ਦੀ ਆਵਾਜ਼ ਦੇ ਵਿੱਚ ਤੁਸੀਂ ਖਬਰਾਂ ਸੁਣੋਗੇ। ਬਣੇ ਰਹੋ ਸ਼ੇਰੇ ਪੰਜਾਬ CKSP AM 600 ਦੇ ਨਾਲ, ਔਰ ਮੈਂ ਹਾਂ ਤੁਹਾਡਾ ਹੋਸਟ ਸਮੀਰ ਕੌਸ਼ਲ। ਔਰ ਹੁਣੇ ਤੁਸੀਂ ਸੁਣ ਕੇ ਹਟੇ ਹੋ ਖਬਰਾਂ, ਔਰ ਖਬਰਾਂ ਦੇ ਵਿੱਚ ਜਿਹੜੀ ਗੱਲਬਾਤ ਚੱਲੀ ਹੈ, ਜਿਹੜੀ ਸਵੇਰ ਤੋਂ ਹੀ ਅਸੀਂ ਇਨਫੈਕਟ ਦੱਸ ਰਹੇ ਹਾਂ, ਔਰ ਬੜੀ ਵਧੀਆ ਇੱਕ ਖਬਰ ਹੈ। ਇਹ ਖਬਰ ਜਿਹੜੀ ਹੈ ਇਸ ਤਰ੍ਹਾਂ ਜਾਪਦਾ ਜਿਵੇਂ ਇੱਕ ਰੇ ਆਫ ਹੋਪ ਹੈ, ਜਿਵੇਂ ਸਭ ਪਾਸੇ ਹਨੇਰਾ ਛਾਇਆ ਹੋਏ ਅਤੇ ਦੂਰੋਂ ਇੱਕ ਰੋਸ਼ਨੀ ਦੀ ਕਿਰਨ ਦਿਖੇ, ਜਿਹੜੀ ਇਹ ਦੱਸ ਰਹੀ ਹੋਏ ਕਿ ਭਾਈ ਅਜੇ ਵੀ ਜਿਹੜੀ ਇੱਕ ਉਮੀਦ ਹੈ ਉਹ ਕਾਇਮ ਹੈ। ਲੋਕ ਜਿਸ ਤਰੀਕੇ ਨਾਲ ਡਰੇ ਹੋਏ ਸੀ, ਲੋਕ ਘਬਰਾਏ ਹੋਏ ਸੀ ਕਰੋਨਾ ਵਾਇਰਸ ਨੂੰ ਲੈ ਕੇ, ਕਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਦੁਨੀਆ ਦੇ ਵਿੱਚ, ਕਈ ਜਗ੍ਹਾ ਦੇ ਉੱਤੇ ਦੂਸਰੀ ਲਹਿਰ ਆ ਗਈ, ਕਈ ਜਗ੍ਹਾ 'ਤੇ ਤੀਸਰੀ ਲਹਿਰ ਆ ਗਈ,
ਔਰ ਪਾਬੰਦੀਆਂ ਦੁਬਾਰਾ ਨਵੇਂ ਸਿਰੇ ਤੋਂ ਲੱਗਣੀ ਸ਼ੁਰੂ ਹੋ ਗਈਆਂ ਔਰ ਇਹ ਮੰਨਿਆ ਜਾ ਰਿਹਾ ਸੀ ਕਿ ਭਾਈ ਇਹ ਦਵਾਈ ਤਾਂ ਬਣ ਜਾਊਗੀ, ਵੈਕਸੀਨ ਤਾਂ ਬਣੂਗੀ, ਪਰ ਕਦੋਂ ਬਣੂਗੀ ਇਹਦੇ ਬਾਰੇ ਨਹੀਂ ਸੀ ਕਿਹਾ ਜਾ ਰਿਹਾ। ਬਹੁਤ ਸਾਰੇ ਮੁਲਕ ਨੇ ਜਿਨ੍ਹਾਂ ਨੇ ਆਪਣੇ ਵੱਲੋਂ ਇਹ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਕਿ ਭਾਈ ਵੈਕਸੀਨ ਬਣ ਗਈ ਹੈ। ਰਸ਼ੀਆ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਕਿ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਆਪਣੀ ਧੀ ਨੂੰ ਵੀ ਉਹ ਵੈਕਸੀਨ ਜਿਹੜੀ ਲਵਾ ਦਿੱਤੀ ਹੈ ਔਰ ਬੜਾ ਵਧੀਆ ਉਹਦੇ ਰਿਜ਼ਲਟ ਸਾਹਮਣੇ ਆਏ ਨੇ। ਇਸੇ ਤਰੀਕੇ ਨਾਲ ਹੋਰ ਮੁਲਕਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਹਾਂਜੀ ਉਹਨਾਂ ਦੇ ਵੱਲੋਂ ਵੀ ਕਾਫੀ ਨੇੜੇ ਪਹੁੰਚਿਆ ਜਾ ਚੁੱਕਾ। ਪਰ ਹੁਣ ਫਾਈਜ਼ਰ ਕੰਪਨੀ ਹੈ ਜਿਹੜੀ ਕੰਪਨੀ ਹੈ ਦਵਾਈਆਂ ਬਣਾਉਣ ਵਾਲੀ, ਇਹਨਾਂ ਨੇ ਹੁਣ ਦੱਸਿਆ, ਇਹਨਾਂ ਨੇ ਕਿਹਾ ਕਿ ਭਾਈ ਜਿਹੜੀ ਕੋਵਿਡ ਵਾਸਤੇ ਬਣ ਰਹੀ ਪਹਿਲੀ ਵੈਕਸੀਨ ਹੈ ਇਹ 90% ਤੱਕ ਜਿਹੜਾ ਟਰਾਂਸਮਿਸ਼ਨ ਹੈ ਇਹਦਾ, ਜਿਹੜੀ ਕੰਟੈਮੀਨੇਸ਼ਨ ਇਹਨੂੰ ਰੋਕ ਸਕਦੀ ਹੈ, ਇਹਦੀ ਜਿਹੜੀ ਕੰਟੇਨਮੈਂਟ ਹੈ ਉਹਨੂੰ ਰੋਕ ਸਕਦੀ ਹੈ। ਸੋ ਇਹ ਜਿਹੜਾ ਇਸ ਵੇਲੇ ਜਿਹੜੀ ਬੜੇ ਪ੍ਰੀਲਿਮਿਨਰੀ ਸਟੇਜ 'ਤੇ ਇਹ ਜਿਹੜੀ ਸਟੱਡੀ ਕੀਤੀ ਗਈ ਹੈ ਇਸ ਕੰਪਨੀ ਵੱਲੋਂ, ਇਹ ਦਰਅਸਲ 2 ਕੰਪਨੀਆਂ ਨੇ ਦੁਨੀਆ ਦੀਆਂ ਬਹੁਤ ਵੱਡੀ ਕੰਪਨੀਆਂ, ਫਾਈਜ਼ਰ ਕੰਪਨੀਆਂ ਦੀਆਂ ਬਹੁਤ ਸਾਰੀਆਂ ਮੈਡੀਸਨ ਨੇ ਜਿਹੜੀਆਂ ਬਣਾਈਆਂ ਜਾਂਦੀਆਂ ਔਰ ਜਿਹੜੇ ਅਰਲੀ ਇਹਦੇ ਡੇਟਾ ਨੇ ਉਹ ਇਹੀ ਦਿਖਾਉਂਦੇ ਨੇ ਕਿ ਵੈਕਸੀਨ ਇਫੈਕਟਿਵ ਹੈ। ਸੋ ਇਹ ਇੱਕ ਬੜੀ ਖੁਸ਼ੀ ਵਾਲੀ ਖਬਰ ਹੈ, ਪੋਜ਼ਿਟਿਵ ਖਬਰ ਹੈ। ਸੋ ਜਿਹੜੇ ਲੋਕ ਕਿਤੇ ਘਬਰਾਏ ਹੋਣ ਜਾਂ ਕਈ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਇਸ ਚੀਜ਼ ਦਾ ਅਜੇ ਵੀ ਡਰ ਲੱਗ ਰਿਹਾ ਹੋਏ ਕਿ ਕੀ ਬਣੇਗਾ ਆਉਣ ਵਾਲੇ ਸਮੇਂ 'ਚ, ਦੱਸ ਦਈਏ ਕਿ ਭਾਈ ਉਹ ਜਿਹੜਾ ਸਮੇਂ ਦਾ ਇੰਤਜ਼ਾਰ ਸੀ ਉਹ ਆ ਗਿਆ ਕਿ ਦਵਾਈ ਜਿਹੜੀ ਆ ਉਹ ਬਿਲਕੁਲ ਬਣਨ ਦੇ ਕੰਢੇ 'ਤੇ ਹੈ ਔਰ ਇਹਨੂੰ ਇੱਕ ਬੜੀ ਵੱਡੀ ਜਿੱਤ ਜਿਹੜੀ ਉਹ ਮੰਨੀ ਜਾ ਰਹੀ ਹੈ। ਜਿਹੜੇ ਇਨਫੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਇੱਕ ਬਹੁਤ ਵੱਡੀ ਇੱਕ ਜਿੱਤ ਜਿਹੜੀ ਹੈ ਉਹ ਇੱਕ ਮੈਡੀਕਲ ਇਤਿਹਾਸ ਦੇ ਵਿੱਚ ਸਾਹਮਣੇ ਆਏਗੀ, ਕਿਉਂਕਿ ਇਸ ਤਰ੍ਹਾਂ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਪਹੁੰਚੇ ਹੋਏ ਹਾਂ ਉੱਥੇ ਕਿਸ ਤਰ੍ਹਾਂ ਦਾ ਜਿਹੜਾ ਸਪਰੈਡ ਹੋਇਆ, ਭਮਾਰਾ ਫੈਲਿਆ ਦੁਨੀਆ ਦੇ ਵਿੱਚ ਔਰ ਕਿਸੇ ਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ, ਕਿਸੇ ਨੂੰ ਪਤਾ ਨਹੀਂ ਸੀ ਲੱਗ ਰਿਹਾ। ਪੂਰੀ ਦੁਨੀਆ ਜਿਹੜੀ ਆ ਉਹ ਗੋਡਿਆਂ ਭਾਰ ਹੋ ਗਈ ਸੀ। ਇੱਕ ਵਾਰ ਗੋਡੇ ਜਿਹੜੇ ਉਹ ਟੇਕ ਦਿੱਤੇ ਗਏ, ਪਰ ਫਿਰ ਵੀ ਬਾਰ-ਬਾਰ ਇਹ ਕਿਹਾ ਜਾਂਦਾ ਰਿਹਾ ਲੋਕਾਂ ਨੇ, ਕਿਉਂਕਿ ਇਨਸਾਨ ਦੀ ਬਣਤਰ ਹੀ ਐਸੀ ਹੈ, ਇਨਸਾਨ ਦੀ ਜਿਹੜੀ ਮਾਨਸਿਕਤਾ ਹੀ ਐਸੀ ਹੈ ਕਿ ਉਹ ਬਾਰ-ਬਾਰ ਖੜਾ ਹੁੰਦਾ, ਜਿੰਨੀ ਵਾਰੀ ਉਹ ਡਿੱਗਦਾ ਉਨੀ ਵਾਰੀ ਖੜਾ ਹੁੰਦਾ ਔਰ ਇਹਦੇ ਅੱਗੇ ਵੀ ਬੇਸ਼ੱਕ ਇੱਕ ਵਾਰੀ ਗੋਡੇ ਟੇਕ ਦਿੱਤੇ ਗਏ ਪਰ ਦੁਬਾਰਾ ਇਨਸਾਨ ਵੱਲੋਂ ਖੜੇ ਹੋਇਆ ਗਿਆ ਔਰ ਦੇਖੋ ਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ 90% ਤੋਂ ਜ਼ਿਆਦਾ ਦੀ ਜਿਹੜੀ ਇਹਦੀ ਸਕਸੈਸ ਰੇਸ਼ੋ ਹੈ ਉਹ ਦਿਖੀ ਹੈ ਕਿ ਇਹ ਇਫੈਕਟਿਵ ਹੋਈ ਹੈ ਦਵਾਈ। ਸੋ ਇਹ 2 ਕੰਪਨੀਆਂ ਨੇ, ਫਾਈਜ਼ਰ ਤੇ ਬਾਇਓਨਟੈਕ ਜਿਹੜੀ ਹੈ ਇਹ ਵੀ ਦਵਾਈਆਂ ਬਣਾਉਣ ਵਾਲੀ ਕੰਪਨੀ ਹੈ ਔਰ ਇਹਨਾਂ ਕੰਪਨੀਜ਼ ਨੇ ਕਿਹਾ ਕਿ ਇਹ ਹੁਣ ਸਾਇੰਸ ਵਾਸਤੇ ਔਰ ਹਿਊਮੈਨਿਟੀ ਵਾਸਤੇ ਇੱਕ ਬਹੁਤ ਹੀ ਹਿਸਟੋਰਿਕ ਡੇ ਜਿਹੜਾ ਉਹ ਮੰਨਿਆ ਜਾ ਰਿਹਾ। ਕੰਪਨੀਆਂ ਜਿਹੜੀਆਂ ਇਸੇ ਮਹੀਨੇ ਦੇ ਅਖੀਰ ਤੱਕ ਇਹ ਜਿਹੜੀ ਵੈਕਸੀਨ ਹੈ ਇਹਦੀ ਜਿਹੜੀ ਐਮਰਜੈਂਸੀ ਯੂਜ਼ ਐਪਲੀਕੇਸ਼ਨ ਵਾਸਤੇ US ਰੈਗੂਲੇਟਰਸ ਦੇ ਕੋਲ ਇਹਨੂੰ ਹੁਣ ਫਾਈਲ ਕਰਨਗੀਆਂ ਕਿ ਭਾਈ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਏ। ਔਰ ਕੈਨੇਡਾ ਨੇ ਜਿਹੜੀਆਂ ਵੈਕਸੀਨਸ ਮੰਗਾਈਆਂ ਹੋਈਆਂ, ਜਿਹੜੀਆਂ ਪ੍ਰੀ ਆਰਡਰ ਕੀਤੀਆਂ ਹੋਈਆਂ, ਉਹਦੇ 'ਚ 7 ਜਿਹੜੀਆਂ ਵੈਕਸੀਨਸ ਮੰਗਾਈਆਂ ਉਹ 'ਚ ਇੱਕ ਜਿਹੜੀ ਕੰਪਨੀ ਆ ਉਹ ਫਾਈਜ਼ਰ ਕੰਪਨੀ ਦੀ ਵੈਕਸੀਨ ਵੀ ਹੈ, ਇਹ ਵਾਲੀ ਵੈਕਸੀਨ ਵੀ ਹੈ ਜਿਹਦੀ 90% ਵੈਕਸੀਨ ਜਿਹੜੀ ਕਹੀ ਜਾ ਰਹੀ ਹੈ ਇਫੈਕਟਿਵ ਹੈ। ਪਰ ਇਹਦੀ ਜਿਹੜੀ ਕੌਸ਼ਨ ਸਟੱਡੀ ਹੈ ਉਹ ਅਜੇ ਹੋਣੀ ਹੈ। ਕੌਸ਼ਨ ਸਟੱਡੀਜ਼ ਮਤਲਬ ਕਿ ਅਜੇ ਵੀ ਇਹਦੇ ਹੋਰ ਕਿਹੜੇ ਪ੍ਰਭਾਵ ਨੇ ਜਾਂ ਨੈਗੇਟਿਵ ਪ੍ਰਭਾਵ ਨੇ, ਜਾਂ ਅਜੇ ਤੱਕ ਕੋਈ ਐਸਾ ਪ੍ਰਭਾਵ ਦਿਖਿਆ ਨਹੀਂ ਇਹਦਾ, ਇਹ ਵੀ ਨਾਲ ਦੱਸ ਦਈਏ। ਸੋ ਅਜੇ ਤੱਕ ਕੋਈ ਐਸਾ ਪ੍ਰਭਾਵ ਦਿਖਿਆ ਨਹੀਂ। ਜਿਹੜੇ ਇਹਦੇ ਫਾਈਜ਼ਰ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਕਲੀਨਿਕਲ ਡਿਵੈਲਪਮੈਂਟ ਦੇ ਡਾਕਟਰ ਬਿਲ ਗਰੂਬਰ, ਇਹਨਾਂ ਨੇ ਕਿਹਾ ਕਿ ਅਸੀਂ ਇਸ ਵੇਲੇ ਇੱਕ ਐਸੀ ਪੋਜੀਸ਼ਨ ਦੇ ਵਿੱਚ ਆ ਚੁੱਕੇ ਹਾਂ ਪੋਟੈਂਸ਼ੀਅਲੀ ਜਿਹਦੇ 'ਚ ਸਾਨੂੰ ਇੱਕ ਹੋਪ ਦਿਖ ਰਹੀ ਹੈ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਬੜਾ ਇਨਕਰੇਜ ਇਸ ਗੱਲ ਨੇ ਕੀਤਾ ਕਿ ਅਸੀਂ ਅੱਗੇ ਇਸ ਗੱਲ ਨੂੰ ਲੈ ਕੇ ਜਾ ਰਹੇ ਹਾਂ। ਔਰ ਜਿਹੜੀ ਇਹ ਅੱਜ ਹੀ ਅਨਾਉਂਸਮੈਂਟ ਹੋਈ ਹੈ ਔਰ ਇਹ ਤੇ ਪੂਰੀ ਦੁਨੀਆ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਆਪਣੇ ਪ੍ਰਤੀਕਰਮ ਦਿੱਤੇ ਨੇ। ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨੇ ਇਹਨਾਂ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ, ਜਿਹੜੇ US ਦੇ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ ਉਹਨਾਂ ਨੇ ਵੀ ਦਿੱਤਾ, ਜਿਹੜੇ ਇਲੈਕਟਡ ਪ੍ਰੈਜ਼ੀਡੈਂਟ ਨੇ ਉੱਥੋਂ ਦੇ ਜੋ ਬਾਈਡਨ ਜਿਨ੍ਹਾਂ ਨੇ ਜਾ ਕੇ 20 ਜਨਵਰੀ ਨੂੰ ਸਹੁੰ ਚੁੱਕਣੀ ਹੈ, ਉਹਨਾਂ ਨੇ ਵੀ ਇਹਦੇ 'ਤੇ ਆਪਣਾ ਪ੍ਰਤੀਕਰਮ ਦਿੱਤਾ। ਕੀ ਕੁਝ ਕਿਹਾ ਉਹ ਵੀ ਜਾ ਕੇ ਤੁਹਾਨੂੰ ਅੱਗੇ ਦੱਸਾਂਗੇ। ਪਰ ਅੱਜ ਜਿਹੜੀ ਇਹ ਅਨਾਉਂਸਮੈਂਟ ਹੋਈ ਹੈ ਇਹਦੇ 'ਚ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਇੰਟਰਮ ਰਿਜ਼ਲਟਸ ਨੇ, ਜਿਹੜਾ ਐਨਾਲਿਸਿਸ ਹੋਇਆ ਇੰਟਰਮ ਐਨਾਲਿਸਿਸ ਹੈ, ਇਹਦੇ 'ਚ ਇਹ ਦੱਸਿਆ ਗਿਆ ਕਿ ਜਿਹੜਾ ਡੇਟਾ ਇਹਦੇ 'ਚ ਇਕੱਠਾ ਕੀਤਾ ਗਿਆ ਇੰਡੀਪੈਂਡੈਂਟ ਇੱਕ ਮੋਨੀਟਰਿੰਗ ਬੋਰਡ ਸੀ ਜਿਹਦੇ ਵੱਲੋਂ ਇਹ ਡੇਟਾ ਜਿਹੜਾ ਉਹ ਇਕੱਠਾ ਕੀਤਾ ਗਿਆ ਔਰ ਇਹ 'ਚ 94 ਜਿਹੜੀਆਂ ਇਨਫੈਕਸ਼ਨ ਸੀ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਕੀਤੀ ਗਈ ਔਰ ਇਹ 44,000 ਤੋਂ ਜ਼ਿਆਦਾ ਲੋਕ ਜਿਹੜੇ ਨੇ US ਔਰ 5 ਹੋਰ ਮੁਲਕਾਂ 'ਚ ਉਹਨਾਂ ਦੇ ਉੱਤੇ ਦੀ ਜਿਹੜੀ ਸਟੱਡੀ ਹੈ ਉਹ ਕੀਤੀ ਗਈ ਸੀ। ਔਰ ਇਹ ਜਿਹੜੀ ਸਟੱਡੀ ਕੀਤੀ ਗਈ 5 ਮੁਲਕਾਂ ਦੇ 44,000 ਤੋਂ ਜ਼ਿਆਦਾ ਲੋਕਾਂ ਦੇ ਉੱਤੇ, ਉਹਦੇ ਇਹ ਨਤੀਜੇ ਹੁਣ ਜਿਹੜੇ ਨੇ ਉਹ ਹੌਲੀ ਹੁਣ ਦੇਖਣ 'ਚ ਆ ਰਹੇ ਨੇ। ਫੇਜ਼ 3 ਟਰਾਇਲ ਵੀ ਕਿਹਾ ਜਾ ਰਿਹਾ ਔਰ ਅਸੀਂ ਕੁਝ ਕਾਲ ਜ਼ਰੂਰ ਲਾਂਗੇ। ਜੇਕਰ ਤੁਹਾਡਾ ਵੀ ਕੋਈ ਕਿਸੇ ਕਿਸਮ ਦਾ ਕੋਈ ਵਿਚਾਰ ਹੋਏ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਲੱਗੇ ਕਿ ਤੁਸੀਂ ਵਿੱਚ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਤਾਂ ਡੈਫੀਨੇਟਲੀ 604-204-0600 ਤੇ ਤੁਸੀਂ ਕਾਲ ਕਰ ਸਕਦੇ ਹੋ 6042040600 ਦੇ।
ਪਰ ਜਿਹੜੀ ਅਸੀਂ ਗੱਲ ਦੱਸ ਰਹੇ ਹਾਂ ਉਹਦੇ 'ਚ ਇਹ ਹੈ ਕਿ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਹੁਣ ਇਸ ਵੇਲੇ ਬੈਨ ਲੱਗੇ ਹੋਏ ਨੇ, ਮੰਨਿਆ ਜਾ ਰਿਹਾ ਕਿ ਇਹ ਉਹਨਾਂ ਤੋਂ ਵੀ ਬਚਾ ਸਕਦੀ ਹੈ। ਇਸ ਮਹੀਨੇ ਦੇ ਅਖੀਰ ਤੱਕ ਇਸ ਵੈਕਸੀਨ ਦੇ ਇਸਤੇਮਾਲ ਕਰਨ ਦੀ ਜਿਹੜੀ ਪਰਮਿਸ਼ਨਸ ਲੈਣੀਆਂ ਪੈਣੀਆਂ, ਉਹਦੇ ਵਾਸਤੇ ਇਹ ਜਿਹੜੀ ਇੱਕ ਐਮਰਜੈਂਸੀ ਯੂਜ਼ ਐਪਲੀਕੇਸ਼ਨ ਇਹਨੂੰ ਫਾਈਲ ਕਰੇਗੀ ਕੰਪਨੀ FDA ਦੇ ਕੋਲ ਜਾਂ US ਜਿਹੜੇ ਰੈਗੂਲੇਟਰਸ ਨੇ ਉਹਨਾਂ ਦੇ ਕੋਲ। ਔਰ ਇਹਨੂੰ ਇਸ ਵੇਲੇ ਵਾਇਰਸ ਦੇ ਖਿਲਾਫ ਜਿਹੜੀ ਲੜਾਈ ਚੱਲ ਰਹੀ ਹੈ ਉਹਦਾ ਸਭ ਤੋਂ ਵੱਡਾ ਹਥਿਆਰ ਇਸ ਵੇਲੇ ਦਾ ਮੰਨਿਆ ਜਾ ਰਿਹਾ। 6 ਮੁਲਕਾਂ ਦੇ, ਕਿਉਂਕਿ US ਨਾਲ ਔਰ 5 ਹੋਰ ਮੁਲਕਾਂ ਤੇ 43,500 ਤੋਂ ਜ਼ਿਆਦਾ ਲੋਕ ਨੇ ਜਿਨ੍ਹਾਂ ਦੇ ਟੈਸਟ ਹੋਇਆ, ਔਰ ਅਜੇ ਤੱਕ ਸੁਰੱਖਿਆ ਨੂੰ ਲੈ ਕੇ ਕਿਸੇ ਕਿਸਮ ਦੀ ਕੋਈ ਚਿੰਤਾ ਜਿਹੜੀ ਉਹ ਸਾਹਮਣੇ ਨਹੀਂ ਆਈ। ਔਰ ਦੁਨੀਆ ਭਰ ਦੇ ਵਿੱਚ ਇੱਦਾਂ ਦੇ ਦਰਜਨਾਂ ਹੀ ਵੈਕਸੀਨ ਟਰਾਇਲ ਜਿਹੜੇ ਆ ਉਹ ਹੋ ਰਹੇ ਆ। ਅਲੱਗ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਹੋੜ ਮੱਚੀ ਹੋਈ ਹੈ, ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਬੇਸ਼ੱਕ ਕੰਪਨੀਆਂ ਜਿਹੜੀਆਂ ਕੋਸ਼ਿਸ਼ ਕਰ ਰਹੀਆਂ ਕਿ ਹਿਊਮੈਨਿਟੀ ਨੂੰ ਬਚਾਉਣਾ, ਪਰ ਇੱਕ ਦੂਸਰੇ ਪਾਸੇ ਜੇਕਰ ਦੇਖਿਆ ਜਾਏ ਤਾਂ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਵੀ ਇੱਕ ਬੜਾ ਵੱਡਾ ਕੰਪਨੀਆਂ ਦੇ ਜਿਹੜੇ ਸ਼ੇਅਰ ਬਾਜ਼ਾਰ ਨੇ ਉਹ ਵੀ ਜਦੋਂ ਤੋਂ ਇਹ ਨਿਊਜ਼ ਜਿਹੜੀ ਆਈ ਹੈ, ਸ਼ੇਅਰ ਬਾਜ਼ਾਰ ਨੂੰ ਬੜਾ ਵੱਡਾ ਉਛਾਲ ਮਿਲਿਆ। ਔਰ ਖ਼ਾਸ ਤੌਰ 'ਤੇ ਜਿਹੜੀਆਂ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਵੱਲੋਂ ਇੱਦਾਂ ਦੇ ਇਨਵੈਂਸ਼ਨਸ ਕੀਤੀਆਂ ਜਾਂਦੀਆਂ ਜਾਂ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ, ਉਹਨਾਂ ਦੇ ਜਿਹੜੇ ਸ਼ੇਅਰ ਨੇ ਉਹਨਾਂ ਦਾ ਮਾਰਕੀਟ ਵੈਲਿਊ ਵੀ ਬੜੀ ਹਾਈ ਲੈਵਲ 'ਤੇ ਪਹੁੰਚ ਜਾਂਦੀ ਹੈ, ਕਿਉਂਕਿ ਲੋਕਾਂ ਦੇ ਵਿੱਚ ਉਹ ਯਕੀਨ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਉਹ ਕੰਪਨੀਆਂ ਨੂੰ ਲੈ ਕੇ। ਸੋ ਦਰਜਨਾਂ ਹੀ ਵੈਕਸੀਨ ਦੇ ਜਿਹੜੇ ਟਰਾਇਲ ਨੇ ਉਹ ਇਸ ਵੇਲੇ ਆਪਣੇ ਆਖਰੀ ਦੌਰ ਦੇ ਵਿੱਚ ਨੇ, ਜਿਨ੍ਹਾਂ ਨੂੰ ਫੇਜ਼ 3 ਦੇ ਟਰਾਇਲ ਕਿਹਾ ਜਾਂਦਾ। ਔਰ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਣੇ ਨੇ ਇਹ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਸੈਮ ਜੀ ਜੁੜੇ ਨੇ। ਸੈਮ ਜੀ ਦੀ ਗੱਲ ਸੁਣਦੇ ਹਾਂ। ਜੀ ਸੈਮ ਜੀ। ਕੁਝ ਦੱਸਦੇ ਆ ਵੀ ਜਿਹੜੀ ਵੈਕਸੀਨ ਆ ਇਹ 100% ਨਹੀਂ ਕੰਮ ਕਰਦੀ, ਜਿਹੜੀ ਵਧੀਆ ਤੋਂ ਵਧੀਆ 90% ਤੇ ਪਹੁੰਚਦੀ ਆ, ਸੋ 10% ਛੱਡ ਦਿੰਦੇ ਆ ਜੀ। ਫਿਰ ਦੱਸਦੇ ਵੀ 1-2% ਨੂੰ ਇਸ਼ੂ ਆ ਜਾਂਦਾ ਕੋਈ ਨਾ ਕੋਈ, ਚਾਹੇ ਜਿੰਨੀ ਮਰਜ਼ੀ ਸਾਫ਼ ਸੁਥਰੀ ਹੋਵੇ। ਤੇ ਹੁਣ ਉਹਨੂੰ ਕੰਪੇਅਰ ਕਰੋ ਕਰੋਨਾ ਵਾਇਰਸ ਨਾਲ। ਨੈਚੁਰਲੀ ਜੇ 100 ਬੰਦੇ ਨੂੰ ਹੁੰਦਾ ਹੈ ਤੇ ਕਹਿੰਦੇ ਇੱਕ ਬੰਦਾ ਜਿਹੜਾ ਵਲਨਰੇਬਲ ਆ ਉਹਦੀ ਡੈਥ ਹੋਣੀ ਆ, ਬਾਕੀਆਂ ਨੇ ਸਾਰਿਆਂ ਨੇ ਇਮਿਊਨਿਟੀ ਪੈਦਾ ਕਰ ਦੇਣੀ। ਤੇ ਇੰਨਾ ਜ਼ਿਆਦਾ ਜਿਹੜਾ ਫੋਕਸ ਕਿਉਂ ਵੈਕਸੀਨ ਤੇ ਕੀਤਾ ਜਾ ਰਿਹਾ, ਜਦ ਕਿ ਨੈਚੁਰਲੀ ਇਹ ਵਾਇਰਸ ਇੰਨਾ ਸਟਰੋਂਗ ਨਹੀਂ ਹੈਗਾ, ਨਾਰਮਲ ਬੰਦੇ ਨੂੰ ਤਾਂ ਕੱਖ ਵੀ ਨਹੀਂ ਕਹਿੰਦਾ ਹੈ। ਜਿੰਨਿਆਂ ਨੂੰ ਹੋਇਆ, ਜਿੰਨੇ ਅੱਗੇ ਤਾਂ ਮੈਂ ਇੱਕ ਫੈਮਿਲੀ ਹੁਣ ਤਾਂ ਮੇਰੇ ਇੰਨੇ ਹੋ ਗਿਆ ਘੱਟੋ ਘੱਟ 20-25 ਬੰਦਿਆਂ ਨੂੰ ਜਾਣ ਲਓ, ਕਹਿੰਦੇ ਨਾਰਮਲ ਫਲੂ ਹੋਇਆ, ਖੰਘ ਜੀ ਆਈ, 2 ਵਜੇ ਤੀਜੇ ਦਿਨ ਮੈਂ ਠੀਕ ਹੋਣ ਲੱਗ ਪਿਆ, ਪਤਾ ਲੱਗਿਆ ਸੀ ਬਾਅਦ ਵਿੱਚ ਵੀ ਕਰੋਨਾ ਵਾਇਰਸ ਆ। ਸੋ ਜੇ ਇਹ ਨੈਚੁਰਲੀ ਵਾਇਰਸ ਤੁਹਾਨੂੰ ਕੱਖ ਨਹੀਂ ਕਹਿੰਦਾ ਤੇ ਉਧਰਲੀ ਸਾਈਡ ਤੇ ਜਿਹੜਾ 12-13% ਡੇਂਜਰ ਜ਼ੋਨ 'ਚ ਆਪਾਂ ਨੂੰ ਆਪ ਨੂੰ ਪਾ ਲੈਣਾ, ਕੀ ਉਹ ਵਧੀਆ ਹੋਊਗਾ? ਇਹ ਕੁਐਸਚਨ ਤਾਂ ਹੋਣਾ ਚਾਹੀਦਾ। ਵੈਸੇ ਤੇ ਹੁਣ ਗਵਰਨਮੈਂਟਾਂ ਨੇ ਤਾਂ ਕਿਸੇ ਨੇ ਕਹਿਣਾ ਨਹੀਂ ਹੈਗਾ, ਇੱਕ ਬਹੁਤ ਵੱਡੀ ਫਾਰਮਾਸਿਊਟੀਕਲ ਕੰਪਨੀਆਂ ਆ, ਇਹਨਾਂ ਨੇ ਪੈਸੇ ਬਿਲੀਅਨਸ ਡਾਲਰ ਲੈਣੇ ਆ ਗਵਰਨਮੈਂਟਾਂ ਦੇ ਕੋਲ, ਗਵਰਨਮੈਂਟ ਨੂੰ ਫੰਡ ਵੀ ਇਹਨਾਂ ਤੋਂ ਚਾਹੁੰਦੇ ਆ। ਸੋ ਇੱਕ ਬਿਜ਼ਨਸ ਚੱਲਦਾ। ਆਈ ਡੋਨਟ ਨੋ ਆਹ ਕਰੋਨਾ ਵਾਇਰਸ ਬਿਜ਼ਨਸ ਦਾ ਹਿੱਸਾ ਆ ਕਿ ਕੀ ਆ, ਪਰ ਆਈ ਥਿੰਕ ਜਿੰਨੇ ਵੀ ਹੈਗੇ ਸਾਨੂੰ ਫੋਕਸ ਕਰਨਾ ਚਾਹੀਦਾ ਸੀ 올ਡਰ ਪੀਪਲ ਦੇ ਜਿਹੜੇ ਵਲਨਰੇਬਲ ਆ, ਜਿਨ੍ਹਾਂ ਤੇ ਅੱਜ ਤੱਕ ਕਿਸੇ ਗਵਰਨਮੈਂਟ ਨੇ ਫੋਕਸ ਨਹੀਂ ਕੀਤਾ, ਸਾਰਿਆਂ ਨੂੰ ਫੜ ਲੈਂਦੇ ਹੋਏ ਸੀ। ਅਸੀਂ ਗੱਲ ਥੈਂਕ ਯੂ ਸੋ ਮਚ ਜੀ। ਦੇਖੋ ਜਿਹੜਾ ਇਹ ਸਾਡੇ ਕਾਲਰ ਸੈਮ ਨੇ ਸਵਾਲ ਕੀਤਾ ਹੈ, ਬੜਾ ਵਾਜਬ ਸਵਾਲ ਸੀ। ਜਿਹੜੀ ਇਹਨਾਂ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੀਆਂ ਕੰਪਨੀਆਂ ਨੇ ਇਹਨਾਂ ਵੱਲੋਂ ਇੱਕ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਵੀ ਇਹਨੂੰ ਦੇਖਿਆ ਜਾ ਰਿਹਾ ਕਿ ਕਿਹੜੀ ਕੰਪਨੀ ਜਿਹੜੀ ਉਹ ਪਹਿਲੇ ਦੌਰ ਦੇ ਵਿੱਚ ਇਹ ਜਿਹੜੀ ਵੈਕਸੀਨ ਹੈ ਉਹ ਲੈ ਕੇ ਆ ਜਾਏਗੀ। ਔਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਜਿਹੜੇ ਕੇਸਿਸ ਨੇ, ਇਹ ਹਾਲਾਂਕਿ ਸ਼ੁਰੂਆਤ ਤੋਂ ਹੀ ਕਿਹਾ ਜਾ ਰਿਹਾ ਕਿ 80% ਕੇਸਿਸ ਮਾਈਲਡ ਕੇਸਿਸ ਨੇ, ਰਿਕਵਰੀ ਰੇਸ਼ੋ ਵੀ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਭਾਰਤ 'ਚ ਵੀ ਅਸੀਂ ਦੇਖਿਆ ਕਿ ਕੇਸ ਬਹੁਤ ਆ ਰਹੇ ਸੀ, ਅਮਰੀਕਾ 'ਚ ਵੀ ਆ ਰਹੇ ਸੀ, ਘਟਨੇ ਸ਼ੁਰੂ ਹੋ ਗਏ ਉੱਥੇ ਵੀ ਕੇਸ। ਹਾਲਾਂਕਿ ਹਰਡ ਇਮਿਊਨਿਟੀ ਦੀ ਜਿਹੜੀ ਗੱਲ ਹੈ ਉਹਦਾ ਅਜੇ ਤੱਕ ਇਸ ਵਾਇਰਸ ਨੂੰ ਲੈ ਕੇ ਕੋਈ ਸਾਫ਼ ਤੌਰ 'ਤੇ ਸਾਇੰਟੀਫਿਕਲੀ ਅਜੇ ਤੱਕ ਕਿਸੇ ਨੇ ਨਹੀਂ ਕਿਹਾ ਕਿ ਹਰਡ ਇਮਿਊਨਿਟੀ ਬਣ ਜਾਏਗੀ ਤਾਂ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਏਗੀ। ਪਰ ਇੱਕ ਨੁਕਤਾ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਇਸ ਪੂਰੇ ਵਾਇਰਸ ਦੇ ਵਿੱਚ ਉਹ ਇਹ ਹੈ ਕਿ ਕਮਿਊਨਿਟੀ ਸਪਰੈਡ ਹੁੰਦਾ। ਜੇਕਰ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਨਾ ਹੋਵੇ ਤਾਂ ਸ਼ਾਇਦ ਇਹਦੀ ਜਿਹੜੀ ਗ੍ਰੈਵਿਟੀ ਹੈ, ਇਹਦਾ ਜਿਹੜਾ ਡੇਂਜਰ ਜ਼ੋਨ ਹੈ, ਉਹਨੂੰ ਓਨਾ ਖਤਰਨਾਕ ਨਾ ਮੰਨਿਆ ਜਾਏ। ਪਰ ਕਿਉਂਕਿ ਇਹ ਇੱਕ ਦੂਜੇ ਤੋਂ ਫੈਲਦਾ, ਔਰ ਖ਼ਾਸ ਤੌਰ 'ਤੇ ਉਹਨਾਂ ਲੋਕਾਂ ਦੇ ਵਾਸਤੇ ਜਿਸ ਤਰ੍ਹਾਂ ਸਾਡੇ ਸਕਾਲਰ ਨੇ ਵੀ ਗੱਲ ਕੀਤੀ ਔਰ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ, ਜਿਨ੍ਹਾਂ ਦੀ ਇਮਿਊਨਿਟੀ ਕੰਪਰੋਮਾਈਜ਼ਡ ਇਮਿਊਨਿਟੀ ਹੈ, ਜਿਹੜੇ ਲੋਕ ਪ੍ਰੀ ਐਗਜ਼ਿਸਟਿੰਗ ਜਿਹੜੇ ਬਿਮਾਰੀਆਂ ਨਾਲ ਜੂਝ ਰਹੇ ਆ, ਜਿਹੜੇ ਲੋਕ ਥੋੜ੍ਹੇ ਜਿਹੇ ਸਰੀਰਕ ਤੌਰ 'ਤੇ ਅੰਦਰੋਂ ਕਮਜ਼ੋਰ ਨੇ ਪਰ ਉਹ ਵਧੀਆ ਜ਼ਿੰਦਗੀ ਜੀ ਰਹੇ ਨੇ, ਔਰ ਇੱਥੇ ਜੇਕਰ ਉਹਨਾਂ ਨੂੰ ਇਹ ਬਿਮਾਰਾ ਚੰਬੜ ਜਾਂਦਾ ਜਿਹਦੀ ਵੈਕਸੀਨ ਨਹੀਂ ਹੈ, ਸੋ ਉਹਨਾਂ ਵਾਸਤੇ ਫੈਟਲ ਸਾਬਤ ਹੋ ਸਕਦਾ, ਉਹਨਾਂ ਵਾਸਤੇ ਜਾਨਲੇਵਾ ਸਾਬਤ ਹੋ ਸਕਦਾ। ਔਰ ਅਸੀਂ ਦੇਖਿਆ ਕਿ ਮੌਤਾਂ ਵੀ ਹੋਈਆਂ। ਸੋ ਵੀ ਕੈਨ ਨਾਟ ਸੇ ਕਿ ਇਹ ਕੋਈ ਕਿਸੇ ਕਿਸਮ ਦਾ ਹਵਾ ਫੈਲਾਇਆ ਜਾ ਰਿਹਾ, ਹਵਾ ਨਹੀਂ ਹੈ,
ਬਿਲਕੁਲ ਇਹਨੂੰ ਜਿਹੜੀ ਸਾਇੰਸ ਹੈ ਉਹਨੇ ਮੰਨਿਆ ਕਿ ਹਾਂ ਇਹ ਇੱਕ ਵਾਇਰਸ ਐਸਾ ਫੈਲਿਆ ਜਿਹੜਾ ਲੋਕਾਂ ਵਾਸਤੇ ਜਾਨਲੇਵਾ ਸਾਬਤ ਹੋ ਰਿਹਾ। ਯੈਸ 80% ਕੇਸ ਲਗਭਗ ਮਾਈਲਡ ਦੱਸੇ ਜਾ ਰਹੇ ਨੇ, ਪਰ ਫਿਰ ਵੀ ਕਿਉਂਕਿ ਇਹ ਅੱਗੋਂ ਤੋਂ ਅੱਗੋਂ ਫੈਲਦਾ, ਸੋ ਉਹ ਇਹਦੀ ਜਿਹੜੀ ਖਤਰਾ ਹੈ ਉਹਦੇ ਲੈਵਲ ਨੂੰ ਵਧਾਉਂਦਾ। ਸੋ ਜਿਸ ਤਰ੍ਹਾਂ ਅਸੀਂ ਦੱਸ ਰਹੇ ਸੀ, ਇਹਦੇ ਅੱਗੇ ਜਾ ਕੇ ਜਿਹੜਾ ਅੱਜ ਦਾ ਸਾਡਾ ਸਵਾਲ ਵੀ ਇਹੀ ਹੋਏਗਾ ਕਿ ਜੇਕਰ, ਕਿਉਂਕਿ ਹੁਣ ਜਿਸ ਤਰ੍ਹਾਂ ਸਾਡੇ ਸਕੋਲਰ ਨੇ ਵੀ ਗੱਲ ਕਹੀ ਕਿ ਭਾਈ ਜੇ ਉੱਦਾਂ ਹੀ ਦੇਖਿਆ ਜਾਵੇ ਕਿ ਜਿਹੜਾ ਸਿਰਫ ਇੱਕ ਫਲੂ ਵਰਗੇ ਲੱਛਣ ਹੀ ਨੇ ਅਤੇ ਆਪਣੇ ਆਪ ਹੀ ਇਹ ਠੀਕ ਹੋ ਜਾਏਗਾ, ਜਾਂ ਜਿਹੜਾ ਕਮਿਊਨਿਟੀ ਹਰਡ ਦੀ ਗੱਲ ਕੀਤੀ ਜਾਂਦੀ ਹੈ, ਇਮਿਊਨਿਟੀ ਹਰਡ ਦੀ ਗੱਲ ਕੀਤੀ ਜਾਂਦੀ ਹੈ ਕਿ ਕਮਿਊਨਿਟੀ ਇਮਿਊਨਿਟੀ ਦੀ ਗੱਲ ਕੀਤੀ ਜਾਂਦੀ ਹੈ ਕਿ ਜੇਕਰ ਉਹ ਬਣ ਜਾਏਗੀ ਤਾਂ ਸ਼ਾਇਦ ਆਪਣੇ ਆਪ ਹਟ ਜਾਏਗਾ। ਤਾਂ ਲੋਕਾਂ ਨੂੰ ਇਹਦੇ ਬਾਰੇ ਫੋਕਸ ਕਰਨਾ ਚਾਹੀਦਾ। ਫੋਕਸ ਜਿਹੜਾ ਆਪਣੇ ਜਿਹੜੇ ਸਾਡੇ ਵਲਨਰੇਬਲ ਨੇ, ਸਾਡੇ ਕਮਜ਼ੋਰ ਤਬਕਾ ਹੈ, ਬਜ਼ੁਰਗ ਨੇ, ਉਹਨਾਂ ਦੇ ਵੱਲ ਜਿਹੜਾ ਧਿਆਨ ਉਹ ਜ਼ਿਆਦਾ ਫੋਕਸ ਰੱਖਣਾ ਚਾਹੀਦਾ, ਜਿਹਦੇ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਔਰ ਵਾਕਈ ਇਹ ਤੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਨੇ। ਪਰ ਫਿਰ ਵੀ ਜੇਕਰ ਇਹ ਹੁਣ ਵੈਕਸੀਨ ਆ ਜਾਂਦੀ ਹੈ ਤਾਂ ਕੀ ਤੁਸੀਂ ਇਸ ਵੈਕਸੀਨ ਨੂੰ ਲਵਾਉਣ ਦੇ ਹੱਕ ਵਿੱਚ ਹੋਵੋਗੇ ਕਿ ਤੁਸੀਂ ਜਾ ਕੇ ਇਹ ਵੈਕਸੀਨ ਜਿਹੜੀ ਲਵਾਓਗੇ? ਜਿਸ ਤਰ੍ਹਾਂ ਬਾਕੀ ਫਲੂ ਸ਼ਾਟਸ ਲੱਗਦੇ ਨੇ, ਜੇ ਵੈਕਸੀਨ ਜਿਹੜੀ ਅਵੇਲੇਬਲ ਹੋ ਜਾਂਦੀ, ਹਾਲਾਂਕਿ ਸਿੱਧੇ ਤੌਰ 'ਤੇ ਤੁਹਾਨੂੰ ਦੱਸ ਦਈਏ ਕਿ ਆਉਂਦੇ ਹੀ ਅਵੇਲੇਬਲ ਨਹੀਂ ਹੋਣੀ, ਕਿੰਨੀ ਕੁ ਅਵੇਲੇਬਿਲਿਟੀ ਇਹਦੀ ਹੋਏਗੀ ਉਹ ਵੀ ਤੁਹਾਨੂੰ ਮੈਂ ਅੱਗੇ ਜਾ ਕੇ ਦੱਸਦਾ। ਪੂਰੀ ਜਾਣਕਾਰੀ ਅਸੀਂ ਲੈ ਕੇ ਆਏ ਹਾਂ। ਔਰ ਜੇਕਰ ਇਹ ਅਵੇਲੇਬਲ ਹੋ ਵੀ ਜਾਂਦੀ ਹੈ, ਜਿਹੜੇ ਹਿੱਸਿਆਂ ਦੇ ਵਿੱਚ ਹੋ ਜਾਂਦੀ ਹੈ, ਜਿਹੜੇ ਲੋਕਾਂ ਨੂੰ ਹੋ ਜਾਂਦੀ ਹੈ, ਕੀ ਤੁਸੀਂ ਇਹ ਵੈਕਸੀਨ ਜਿਹੜੀ ਉਹ ਲਵਾਓਗੇ ਜਾਂ ਤੁਸੀਂ ਅਜੇ ਵੀ ਵੇਟ ਕਰੋਗੇ? ਕਿਉਂਕਿ ਅਜੇ ਇਹ ਸ਼ੁਰੂਆਤੀ ਦੌਰ ਦੇ ਵਿੱਚ 90% ਤੱਕ ਸੰਕਰਮਣ ਜਿਹੜਾ ਇਹਦੀ ਜਿਹੜੀ ਟਰਾਂਸਮਿਸ਼ਨ ਹੈ, ਜਿਹੜਾ ਇਹਦਾ ਇਨਫੈਕਸ਼ਨ ਹੈ, ਉਹ ਠੀਕ ਹੋਣ ਦਾ ਦਾਅਵਾ ਇਹ ਕੰਪਨੀਆਂ ਵੱਲੋਂ ਕੀਤਾ ਜਾ ਰਿਹਾ। ਔਰ ਇਹਦੇ ਜਿਹੜੇ ਵੈਕਸੀਨ ਦੇ 3 ਹਫ਼ਤਿਆਂ ਦੇ ਵਿੱਚ 2 ਡੋਜ਼ ਲੈਣੇ ਆ, 1 ਡੋਜ਼ ਨਹੀਂ, ਇਹਦੇ 2 ਡੋਜ਼ ਲੈਣੇ ਪੈਣੇ 3 ਹਫ਼ਤਿਆਂ ਦੇ ਵਿੱਚ। ਇਹ ਜਿਹੜਾ ਵੈਕਸੀਨ ਹੈ ਇਹਨੂੰ ਜੈਨੇਟਿਕ ਕੋਡ ਜਿਹੜਾ ਵਾਇਰਸ ਦਾ ਉਹਨੂੰ ਸਰੀਰ ਦੇ ਵਿੱਚ ਪਾਇਆ ਜਾਏਗਾ, ਔਰ ਤਾਂ ਕਿ ਇਹ ਜਿਹੜਾ ਫਿਰ ਤੁਹਾਡੀ ਐਂਟੀਬਾਡੀਜ਼ ਨੇ ਉਹ ਤਿਆਰ ਕਰਨਗੀ। ਔਰ ਐਂਟੀਬਾਡੀਜ਼ ਜਿਹੜੀਆਂ ਜਦੋਂ ਬਣ ਜਾਣਗੀਆਂ ਤੁਹਾਡੇ ਇਮਿਊਨ ਸਿਸਟਮ ਦੇ ਹਿੱਸੇ ਜਾ ਕੇ ਟੀ ਸੈੱਲ ਬਣਾਏਗੀ, ਔਰ ਫਿਰ ਜਾ ਕੇ ਇਹ 3 ਹਫ਼ਤਿਆਂ ਦੇ ਵਿੱਚ 2 ਡੋਜ਼ ਲੈਣੇ ਪੈਣੇ ਆ, ਤਾਂ ਜਾ ਕੇ ਇਹ ਜਿਹੜਾ ਤੁਹਾਡੇ ਤੇ ਕੋਈ ਇਹਦਾ ਅਸਰ ਹੋਏਗਾ। ਸੋ ਸਾਡੇ ਨਾਲ ਕਾਲਰ ਜਿਹੜੇ ਨੇ ਕਈ ਜੁੜੇ ਨੇ 604 204 0600 ਤੇ, ਕਿ ਜੇਕਰ ਇਹ ਹੁਣ ਵੈਕਸੀਨ ਬਾਹਰ ਆ ਜਾਂਦੀ ਹੈ, ਇਹ ਮਾਰਕੀਟ ਦੇ ਵਿੱਚ ਇਹਨੂੰ ਅਪਰੂਵਲ ਮਿਲ ਜਾਂਦੀ ਹੈ ਸਰਕਾਰਾਂ ਵੱਲੋਂ, ਤਾਂ ਕੀ ਤੁਸੀਂ ਇਹ ਜਿਹੜੀ ਵੈਕਸੀਨ ਲਵਾਓਗੇ ਜਾਂ ਤੁਸੀਂ ਅਜੇ ਵੀ ਇੰਤਜ਼ਾਰ ਹੀ ਕਰੋਗੇ ਜਦ ਤੱਕ ਹੋਰ ਜ਼ਿਆਦਾ ਇਹਦੇ ਤੇ ਜਿਹੜੀਆਂ ਡਿਵੈਲਪਮੈਂਟਸ ਸਾਹਮਣੇ ਨਹੀਂ ਆਉਂਦੀਆਂ? 6042040600 ਸਾਡੇ ਸਭ ਤੋਂ ਪਹਿਲੇ ਕਾਲਰ ਨੇ ਰਾਜਸਥਾਨੀ ਜੀ। ਜੀ ਰਾਜਸਥਾਨੀ ਸਾਹਿਬ। ਹਾਂਜੀ ਸਰ, ਮੇਰੇ ਕੋਲ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਤੁਸੀਂ ਨਿਊਜ਼ ਦਿੰਦੇ ਹੈਗੇ ਉਹ 'ਚ ਬਿਹਾਰ ਦੀ ਨਿਊਜ਼ ਨਹੀਂ ਆਈ। ਬਿਹਾਰ ਦੀ ਦੇਤੀ ਜੀ, ਅਸੀਂ ਜਦੋਂ ਇੰਡੀਆ ਦੀ ਗੱਲ ਕਰ ਰਹੇ ਸੀ ਬਿਹਾਰ ਦੀ ਗੱਲ ਕੀਤੀ ਹੈ, ਤੇਜਸਵੀ ਸੂਰਿਆ ਦੀ ਵੀ ਗੱਲ ਕੀਤੀ ਹੈ। ਤਾਂ ਮੈਂ ਸੁਣਿਆ ਨਾ ਹੋਊਗਾ। ਅੱਛਾ ਜੀ, ਅੱਗੇ ਜਾ ਕੇ ਫਿਰ ਤੁਹਾਨੂੰ ਦੇ ਦਾਂਗੇ ਜਾਣਕਾਰੀ। ਠੀਕ ਆ, ਕਿਉਂਕਿ ਇਦਾਂ ਨਾ ਹੁਣ ਲੋਕ ਬਹੁਤ ਆਏ ਆ, ਮਤਲਬ ਇਕੱਲੇ ਕੋਈ ਸਿੱਖ ਹੀ ਨਹੀਂ ਆਏ ਪੰਜਾਬ ਤੋਂ। 2 ਆਊਟ ਆਫ ਸਟੇਟਾਂ ਦੇ ਲੋਕ ਬਹੁਤ ਉੱਥੇ ਆ ਚੁੱਕੇ ਜੀ। ਬਹੁਤ ਸਾਰੀ ਖਬਰ ਦੇਣੀ ਇੰਡੀਆ ਦੀ। ਬਿਲਕੁਲ ਜੀ। ਟਾਈਮਸ ਆਫ ਇੰਡੀਆ, ਨਵ ਭਾਰਤ, ਹਿੰਦੁਸਤਾਨ ਟਾਈਮਸ, ਇੱਦਾਂ ਦੀ ਕੋਈ ਨਿਊਜ਼ ਦਿਆ ਕਰੋ। ਤੁਸੀਂ ਤਾਂ ਬਹੁਤ ਤਕੜੇ ਐਡੀਟਰ ਹੈਗੇ ਆ। ਤੇ ਦੂਜਾ ਸੀਗਾ ਵੀ ਬੜੀ ਖੁਸ਼ੀ ਦੀ ਖਬਰ ਹੈ ਇਹ ਜਿਹੜੀ ਦਵਾਈ ਨਿਕਲ ਆਈ ਹੈਗੀ ਆ ਜੀ। 2 ਲੱਖ ਬੰਦਾ ਅਮਰੀਕਾ 'ਚ ਮਰਿਆ ਆਪਣੇ ਗੁਆਂਢ 'ਚ, ਤੇ ਇੰਨੀ ਦੁਨੀਆ ਦੇ ਉੱਤੇ ਨੁਕਸਾਨ ਜਿਹੜੇ ਚੱਲ ਗਏ ਵਿਚਾਰੇ ਕਰੋੜਾਂ ਦੇ ਹਿਸਾਬ ਨਾਲ, ਲੱਖਾਂ ਦੇ ਤੇ ਲੱਖਾਂ ਦੇ ਹੋਇਆ ਹੈਗਾ ਇਹ। ਤੇ ਦਵਾਈ ਨਿਕਲ ਆਈ ਤਾਂ ਬਹੁਤ ਵਧੀਆ, ਇੰਜੈਕਸ਼ਨ ਲਵਾਵਾਂਗੇ ਜੀ। ਬਹੁਤ ਸੋਹਣੀ ਖਬਰ ਹੈਗੀ ਇਹ, ਜੇ ਕਾਮਯਾਬ ਹੋ ਗਈ ਤਾਂ। ਜਿੱਦਾਂ ਇਹ ਸਫਲ ਹੈ, ਜਿਹਦਾ ਸਫਲ ਹੈ, ਕਿਆ ਸਫਲ ਆ ਜੀ। ਨਹੀਂ, ਜਿਹੜੀ ਦਵਾਈ ਨਿਕਲੀ ਹੈਗੀ ਆ, ਮਤਲਬ ਇਹ ਜਿੱਦਾਂ ਵੀ ਅਪਰੂਵਡ ਹੋ ਗਈ ਆ। ਇਹ ਅਜੇ ਅਪਰੂਵ ਨਹੀਂ ਜੀ ਹੋਈ, ਅਪਰੂਵਲ ਵਾਸਤੇ ਇਹਨਾਂ ਨੇ ਭੇਜਣੀ ਹੈ, ਪਰ ਇਹਨਾਂ ਦਾ ਕਹਿਣਾ ਕਿ 90% ਤੱਕ ਜਿਹੜੇ ਇਨਫੈਕਸ਼ਨ ਨੇ ਉਹ ਠੀਕ ਹੋਣ ਦਾ ਦਾਅਵਾ ਕਰਤਾ ਇਹਨਾਂ ਨੇ। ਉਹ ਤਾਂ ਠੀਕ ਆ, ਅਜੇ ਅਪਰੂਵਲ ਵਾਸਤੇ ਭੇਜਣੀ ਹੈ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਜੀ। ਅਸੀਂ ਦੱਸ ਦਈਏ ਕਿ ਜਿਹੜੇ ਕਾਲਰ ਸਾਨੂੰ ਕਾਲ ਕਰ ਰਹੇ ਨੇ, ਥੋੜ੍ਹੀ ਜਿਹੀ ਸਾਡੇ ਟੈਕਨੀਕਲ ਇੱਕ ਇਸ਼ੂ ਵੀ ਸ਼ਾਇਦ ਕੋਈ ਚੱਲ ਰਿਹਾ, ਜਿਹਦੇ ਕਰਕੇ ਕਾਲਸ ਪ੍ਰੋਪਰ ਤਰੀਕੇ ਨਾਲ ਅਜੇ ਅੰਦਰ ਸਾਡੇ ਕੋਲ ਨਹੀਂ ਪਹੁੰਚ ਰਹੀਆਂ, ਪਰ ਫਿਰ ਵੀ 604 204 0600 ਨੰਬਰ ਹੈ ਜਿਹੜਾ ਕਿ ਸ਼ਾਇਦ 1 ਮਿੰਟ ਦੇ ਵਿੱਚ ਹੀ ਠੀਕ ਹੋ ਜਾਏਗਾ। ਔਰ ਕਾਲਸ ਖੁੱਲ੍ਹੀਆਂ ਹੋਈਆਂ, ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਕੀ ਵਾਕਈ ਜਿਹੜੀ ਆ ਇਹ ਹੁਣ ਵੈਕਸੀਨ ਜੇਕਰ ਆਉਂਦੀ ਹੈ ਤਾਂ ਕੀ ਤੁਸੀਂ ਇਹ ਲਵਾਉਣ ਜਾਓਗੇ? ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਹਾਂ ਸਾਨੂੰ ਵੀ ਅੱਗੇ ਆ ਕੇ ਵੈਕਸੀਨ ਜਿਹੜੀ ਹੈ ਲਵਾਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਇਹਦਾ ਕੰਟੇਨਮੈਂਟ ਆ ਉਹ ਕੀਤੀ ਜਾ ਸਕੇ, ਇਹਦੀ ਜਿਹੜੀ ਰੋਕ ਹੈ ਉਹਨੂੰ ਸੰਭਵ ਬਣਾਇਆ ਜਾ ਸਕੇ, ਕਿਉਂਕਿ ਅਜੇ ਤੱਕ ਇਹਦੀ ਕੋਈ ਵੈਕਸੀਨ ਨਿਕਲੀ ਨਹੀਂ। ਔਰ ਪਹਿਲੀ ਵੈਕਸੀਨ ਹੈ ਜਿਹਦੇ ਵਿੱਚ 90% ਤੱਕ ਜਿਹੜੀ ਇਹਦਾ ਸੰਕਰਮਣ ਹੈ ਉਹ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ। ਸਾਡੇ ਨਾਲ ਕਾਲਰ ਜੁੜੇ ਨੇ 948 ਲਾਸਟ ਨੰਬਰ ਹੈ ਜੀ ਉਹਨਾਂ ਦਾ। ਜੀ
ਜੀ ਕਾਲਰ ਲਾਈਨ ਨੰਬਰ 1 ਤੁਸੀਂ ਔਨ 에ਅਰ ਹੋ ਜੀ 948 ਜੀ ਹਾਂਜੀ ਔਨ 에ਅਰ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰੇ ਖਿਆਲ 'ਚ ਅਖੀਰ ਦੇ ਵਿੱਚ ਵੈਕਸੀਨੇਸ਼ਨ ਹੀ ਹੋਣੀ, ਬਾਕੀ ਆਪਾਂ ਥਿਓਰੈਟੀਕਲੀ ਪੋਸੀਬਲ ਹੈਗਾ ਇੱਕ, ਜਿੱਦਾਂ ਆਪਾਂ ਕਹਿੰਦੇ ਵੀ ਇਹਦੇ ਵਿੱਚ ਜ਼ਿਆਦਾ ਅਫੈਕਟਡ ਹੈਗੇ ਜਿਨ੍ਹਾਂ ਕੋਲ ਕੋਈ ਕੋਮੋਰਬਿਡਿਟੀਜ਼ ਹੈਗੀਆਂ, ਜਿੱਦਾਂ ਡਾਇਬਟੀਜ਼ ਆ ਜਾਂ ਹਾਰਟ ਡਿਜ਼ੀਜ਼ ਆ ਜਾਂ ਓਲਡ ਏਜ ਆ ਜੀ। ਥਿਓਰੈਟੀਕਲੀ ਪੋਸੀਬਲ ਹੈ ਆਈਸੋਲੇਟ ਕਰਨਾ, ਪ੍ਰੈਕਟੀਕਲੀ ਇੰਪੋਸੀਬਲ। ਤੁਸੀਂ ਕਿਸੇ ਵੀ, ਜੇ ਹੁਣ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਹੀ ਲਾ ਲਈਏ, ਹਰੇਕ ਘਰ ਦੇ ਵਿੱਚ ਬਜ਼ੁਰਗ ਹੈਗੇ ਆ, ਹੁਣ ਆਪਾਂ ਜਾਂ ਤਾਂ ਉਹਨਾਂ ਨੂੰ ਮਤਲਬ ਕੋਈ ਦੈਟ ਇਜ਼ ਈਵਨ ਨਾਟ ਪੋਸੀਬਲ, ਆਪਾਂ ਕਹੀਏ ਵੀ ਆਪਾਂ ਉਹਨਾਂ ਲਈ ਕੋਈ ਇੱਕ ਸ਼ੈਲਟਰਡ ਪਲੇਸ ਬਣਾ ਲਈਏ, ਸਾਰੇ ਉੱਥੇ ਟ੍ਰਾਂਸਫਰ ਕਰ ਦਈਏ, ਉਹਨਾਂ ਦੀ ਟੇਕ ਕੇਅਰ ਕਰਨ ਲਈ ਫਿਰ ਤੁਹਾਨੂੰ ਯੰਗ ਪਾਪੂਲੇਸ਼ਨ ਦੀ ਲੋੜ ਪੈਣੀ ਹੈ। ਇਸ ਕਰਕੇ ਪ੍ਰੈਕਟੀਕਲੀ ਆਲਮੋਸਟ ਇੰਪੋਸੀਬਲ ਆ ਜੇ ਆਪਾਂ ਕਹੀਏ ਬਜ਼ੁਰਗਾਂ ਨੂੰ ਆਈਸੋਲੇਟ ਕਰਨਾ। ਕਿਸੇ ਐਕਸਟੈਂਟ ਤਾਈਂ ਆਈਸੋਲੇਟ ਕੀਤਾ ਜਾ ਸਕਦਾ, ਪਰ ਜਿੱਥੇ ਵੀ ਇਹ ਮੇਰੇ ਖਿਆਲ 'ਚ ਪੋਸੀਬਲ ਨਹੀਂ, ਕਿਉਂਕਿ ਟੇਕ ਕੇਅਰ ਕਰਨ ਲਈ ਬਜ਼ੁਰਗਾਂ ਲਈ ਫਿਰ ਤੁਹਾਨੂੰ ਯੰਗਰ ਜਾਂ ਮਿਡਲ ਏਜ ਪਾਪੂਲੇਸ਼ਨ ਦੀ ਲੋੜ ਪੈਣੀ। ਇਹ ਐਲੀਮੀਨੇਟ ਤਾਂ ਇਹਨੂੰ ਕਰਨਾ ਹੀ ਪੈਣਾ ਵੈਕਸੀਨ, ਮਤਲਬ ਵਾਇਰਸ ਟੂ ਐਟਲੀਸਟ ਜਿੱਥੇ ਕਿ ਇਹ ਆ ਵੀ, ਕਿਉਂਕਿ ਇਹਦਾ ਜਿਹੜਾ ਆਰ ਫੈਕਟਰ ਬਹੁਤ ਆ 1.2 to 1.8, ਈਵਨ ਇੰਗਲੈਂਡ ਵਗੈਰਾ ਵਿੱਚ ਜਾਂ ਸਪੇਨ ਵਿੱਚ ਈਵਨ ਮੋਰ ਦੈਨ ਦੈਟ ਹੈਗਾ ਹਨਾ। ਉਹ ਹੁੰਦੇ ਮਿੰਟ ਨੇ, ਟਾਈਮ ਨਹੀਂ ਲੱਗਦਾ, ਕਿਉਂਕਿ ਜਿਹੜਾ ਇਹਦਾ ਸਪਰੈਡ ਆ ਉਹ ਬਹੁਤ ਜ਼ਿਆਦਾ ਮਤਲਬ ਐਕਸਪੋਨੈਂਸ਼ੀਅਲ ਬਣ ਜਾਂਦਾ ਆਲਮੋਸਟ ਇੱਕ ਸਟੇਜ ਤੇ ਆ ਕੇ। ਫਿਰ ਜਦੋਂ ਉਸ ਸਟੇਜ ਤੇ ਆ ਮਤਲਬ ਅਲਟੀਮੇਟਲੀ ਤਾਂ ਵੈਕਸੀਨ ਹੀ ਆ। ਮੈਨੂੰ ਲੱਗਦਾ ਇਟ ਇਜ਼ ਗੁੱਡ ਨਿਊਜ਼ ਆ ਵੀ ਜੇ ਵੈਕਸੀਨ ਹੋ ਜਾਊਗੀ ਦੈਟਸ ਫਾਈਨ। ਜੇ ਗਵਰਨਮੈਂਟਾਂ, ਜੇ ਡਰੱਗ ਕੰਪਨੀਆਂ ਨੇ $1 ਬਿਲੀਅਨ ਬਣਾ ਲਏ, ਹੂ ਕੇਅਰਸ, ਉਦਾਂ ਵੀ ਤਾਂ ਲੋਕਾਂ ਨੂੰ ਦਿੱਤੇ ਹੀ ਆ, $1 ਬਿਲੀਅਨ ਹੀ ਦਿੱਤੇ ਆ ਉਹਨਾਂ। ਉਹਦੇ ਨਾਲ ਤਾਂ ਉਹਦੇ ਵਿੱਚ ਵੀ ਜੇ ਆਪਾਂ ਅੱਜ ਕਹੀਏ, ਆਪਾਂ ਜਦੋਂ ਡਰੱਗ ਕੰਪਨੀਆਂ ਨੂੰ ਕਰਨਾ ਹੁੰਦਾ ਉਦੋਂ ਆਪਾਂ ਸਾਰੀ, ਜੇ ਕੋਈ ਵੀ ਡਰੱਗ ਬਣਦੀ ਆ ਉਹ ਕੰਪਨੀ ਉਹਦੇ ਉੱਤੇ $1 ਬਿਲੀਅਨ ਇਨਵੈਸਟ ਕਰਦੀ ਆ। ਉਹ ਏਦਾਂ ਨੇ ਫਿਰ ਤੁਰੀ ਫਿਰਦੀ ਡਰੱਗ ਉਹਨਾਂ ਦੇ ਕਾਬੂ ਆ ਜਾਂਦੀ। ਉਹਦੇ ਉੱਤੇ ਕਈ ਡਰੱਗ ਨੂੰ ਰਿਸਰਚ ਹੁੰਦੇ ਆ, ਸਾਰਾ ਕੁਛ ਹੁੰਦੇ ਆ, 15 ਸਾਲ ਲੱਗ ਜਾਂਦੇ ਤਾਂ ਉਹ ਡਰੱਗ ਜਾ ਕੇ ਮਾਰਕੀਟ 'ਚ ਆਉਂਦੇ ਆ। ਉਹਨਾਂ 15 ਸਾਲਾਂ ਦਾ ਸਾਇੰਟਿਸਟਾਂ ਦਾ ਖਰਚਾ ਸਾਰਾ ਕੁਛ ਉਹ ਕੰਪਨੀਆਂ ਨੇ ਦੇਣਾ ਹੁੰਦਾ। ਇਸ ਕਰਕੇ ਆਪਾਂ ਨੂੰ ਇੰਨਾ ਨਹੀਂ ਕਰਨਾ ਚਾਹੀਦਾ ਡਰੱਗ ਕੰਪਨੀਆਂ, ਬਾਕੀ ਵੀ ਦਿੰਦੇ ਹੀ ਆ, ਬਾਕੀ ਗਵਰਨਮੈਂਟਾਂ ਕਿਹੜੀਆਂ ਨਹੀਂ ਦਿੰਦੇ। ਜੇ ਅੱਜ ਡਰੱਗ ਕੰਪਨੀਆਂ ਨੂੰ $1 ਬਿਲੀਅਨ ਦੀ ਵੈਕਸੀਨ ਖਰੀਦ ਕੇ ਤਾਂ ਲੈ ਲੈਣਗੇ, ਦੈਟਸ ਫਾਈਨ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਦੇਖੋ ਇੱਦਾਂ ਹੀ ਪਹਿਲਾਂ ਜਦੋਂ ਪੋਲੀਓ ਸੀ ਜਾਂ ਹੋਰ ਜਿਹੜੇ ਜਦੋਂ ਫਲੂ ਵੀ ਸ਼ੁਰੂ 'ਚ ਆਇਆ, ਸਪੈਨਿਸ਼ ਫਲੂ ਆਇਆ, ਪੋਲੀਓ ਆਇਆ, TB ਆਈ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਦੋਂ ਵੀ ਆਈਆਂ, ਸਾਇੰਸ ਨੇ ਇਸੇ ਤਰੀਕੇ ਨਾਲ ਤਰੱਕੀ ਕੀਤੀ ਹੈ। ਸਾਇੰਸ ਨੇ ਇਸੇ ਤਰੀਕੇ ਨਾਲ ਇਹਨਾਂ ਦੇ ਜਿਹੜੇ ਹੱਲ ਨੇ ਉਹ ਲੱਭੇ ਨੇ, ਇਹਨਾਂ ਦੀਆਂ ਦਵਾਈਆਂ ਜਿਹੜੀਆਂ ਉਹ ਲੱਭੀਆਂ, ਔਰ ਇਸੇ ਤਰੀਕੇ ਨਾਲ ਹੁਣ ਜਿਹੜੀ ਇਹ ਦਵਾਈ ਲੱਭਣ ਦੇ ਬਿਲਕੁਲ ਕੰਢੇ ਦੇ ਉੱਤੇ ਇਹ ਕੰਪਨੀਆਂ ਪਹੁੰਚ ਚੁੱਕੀਆਂ। ਇਹਦੇ ਬਾਰੇ ਗੱਲਬਾਤ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਵੀ ਕਰਾਂਗੇ। ਇੱਕ ਕਮਰਸ਼ੀਅਲ ਬ੍ਰੇਕ ਦਾ ਸਮਾਂ ਹੋ ਗਿਆ, ਪਰ ਤੁਹਾਡੇ ਨਾਲ ਗੱਲਬਾਤ ਇਸ ਤਰੀਕੇ ਨਾਲ ਜਾਰੀ ਰਹੇਗੀ। ਤੁਸੀਂ ਆਪਣੇ ਕੋਲ ਵਿਚਾਰ ਦੇਣਾ ਚਾਹੋ, ਬੜੇ ਹੀ ਵੱਡਮੁੱਲੇ ਵਿਚਾਰ ਆਏ ਆ, 604-204-0600 ਤੇ ਦੇ ਸਕਦੇ ਹੋ। ਗੱਲਬਾਤ ਇਸੇ ਤਰੀਕੇ ਨਾਲ ਚੱਲਦੀ ਰਹੇਗੀ। CJSP 600 AM ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਹੋ ਤੁਸੀਂ। ਮੈਂ ਹਾਂ ਸਮੀਰ ਕੌਸ਼ਲ, ਤੁਹਾਡਾ ਹੋਸਟ। ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ 11 ਵਜੇ ਤੱਕ। ਔਰ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਰੋਨਾ ਵਾਇਰਸ ਦੀ ਪਹਿਲੀ ਜਿਹੜੀ ਵੈਕਸੀਨ ਹੈ ਉਹਦੇ 90% ਉਹਦੇ ਨਾਲ ਜਿਹੜਾ ਇਹਦਾ ਸੰਕਰਮਣ ਹੈ, ਜਿਹੜੀ ਇਹਦਾ ਫੈਲਾਅ ਹੈ, ਉਹ ਰੋਕਣ ਦਾ ਦਾਅਵਾ ਜਿਹੜਾ ਹੁਣ ਕੀਤਾ ਜਾ ਰਿਹਾ, ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਕਿ ਇਹਦਾ ਜਿਹੜਾ ਇਨਫੈਕਸ਼ਨ ਹੈ ਉਹ ਠੀਕ ਹੋ ਜਾਏਗਾ। 90% ਤੱਕ ਦਾ ਦਾਅਵਾ ਇਹ ਜਿਹੜੀ ਵੈਕਸੀਨ ਬਣਾਉਣ ਵਾਲੀ ਕੰਪਨੀ ਉਹਦੇ ਵੱਲੋਂ ਕੀਤਾ ਜਾ ਰਿਹਾ, ਔਰ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਹੁਣੇ ਬਿਲਕੁਲ ਤਾਜ਼ਾ ਇਨਫੋਰਮੇਸ਼ਨ ਆਈ ਹੈ, ਔਰ ਇਹ ਇਨਫੋਰਮੇਸ਼ਨ ਇਹ ਆਈ ਹੈ ਕਿ ਜਿਹੜੇ ਸਾਡੇ ਸੂਬੇ ਦੇ ਮਿਨਿਸਟਰ ਆਫ ਮਿਊਨਿਸਪਲ ਅਫੇਅਰ ਤੇ ਹਾਊਸਿੰਗ ਨੇ, ਸਲੀਨਾ ਰੋਬਿਨਸਨ, ਇਹਨਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆਈ ਹੈ ਕਿ ਸੂਬਾ ਸਰਕਾਰ ਨੇ ਜਿਹੜੇ ਰੈਂਟ ਇਨਕਰੀਜ਼ ਸੀਗੇ, ਜਿਹੜੇ ਰੈਂਟ ਵਧਾਏ ਜਾਣੇ ਸੀ, ਉਹਨਾਂ ਦੇ ਉੱਤੇ ਰੋਕ ਲਾ ਦਿੱਤੀ, ਫਰੀਜ਼ ਕਰ ਦਿੱਤੇ ਇੱਕ ਵਾਰ ਫਿਰ ਤੋਂ। ਔਰ ਇਹ ਜਿਹੜੇ ਆਦੇਸ਼ ਨੇ ਇਹ ਹੁਣ 10 ਜੁਲਾਈ 2021 ਤੱਕ ਇਹ ਹੁਣ ਪ੍ਰਭਾਵੀ ਰਹਿਣਗੇ। ਸੋ ਇਹ ਜਿਹੜੇ ਐਮਰਜੈਂਸੀ ਪ੍ਰੋਗਰਾਮ ਐਕਟ ਹੈ ਜਾਂ COVID-19 ਦੇ ਨਾਲ ਰਿਲੇਟਡ ਜਿਹੜੇ ਮੈਜਰਸ ਐਕਟ ਨੇ, ਉਹਨਾਂ ਦੇ ਅਧੀਨ ਜਿਹੜੀਆਂ ਤਾਕਤਾਂ ਸਰਕਾਰ ਨੂੰ ਮਿਲੀਆਂ ਹੋਈਆਂ, ਉਹਦੇ ਵਿੱਚ ਇਹਨਾਂ ਨੇ ਇਹ ਜਿਹੜੇ ਜੁਲਾਈ 10, 2021 ਤੱਕ ਇਹ ਜਿਹੜੇ ਰੈਂਟ ਨੇ ਹੁਣ ਫਰੀਜ਼ ਕਰਤੇ ਨੇ। ਇਹਨਾਂ ਨੇ ਇਹ ਕਿਹਾ ਕਿ ਇਹ ਇੱਕ ਕਿਸਮ ਦਾ ਇੱਕ ਇੰਟਰਮ ਮੈਜਰ ਹੈ ਸਟੇਬਿਲਿਟੀ ਵਾਸਤੇ, ਔਰ ਖ਼ਾਸ ਤੌਰ 'ਤੇ ਜਿਹੜੇ ਰੈਂਟਰਸ ਤੇ ਲੈਂਡਲੋਰਡਸ ਨੇ ਇਹਨਾਂ ਵਾਸਤੇ, ਕਿਉਂਕਿ ਅਜੇ ਨਵੀਂ ਜਿਹੜੀ ਸਰਕਾਰ ਹੈ ਇਹਨੇ ਸਹੁੰ ਚੁੱਕਣੀ ਹੈ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਇਨਕਰੀਜ਼ ਹੋਣੇ ਸੀ ਉਹ ਦਸੰਬਰ 1, 2020 ਤੱਕ ਪਹਿਲਾਂ ਕਹੇ ਗਏ ਸੀ ਕਿ 1 ਦਸੰਬਰ 2020 ਤੱਕ ਨੇ, ਇਹਨੂੰ ਹੁਣ ਕੈਂਸਲ ਕਰਕੇ ਇਹਨੂੰ ਅੱਗੇ ਵਧਾ ਦਿੱਤਾ ਗਿਆ, ਜੁਲਾਈ ਤੱਕ ਕਰ ਦਿੱਤਾ ਗਿਆ, ਪੈਂਡਿੰਗ ਕਰ ਦਿੱਤਾ ਗਿਆ।
ਔਰ ਇਹਨਾਂ ਨੇ ਇਹ ਵੀ ਦੱਸਿਆ ਸਲੀਨਾ ਰੋਬਿਨਸਨ ਹੋਣਾ ਨੇ ਜਿਹੜੇ ਮਿਨਿਸਟਰ ਨੇ ਕਿ ਸਾਨੂੰ ਪਤਾ ਕਿ ਬਹੁਤ ਸਾਰੇ ਰੈਂਟਰਸ ਇਸ ਵੇਲੇ ਇਨਕਮ ਲਾਸ ਜਿਹੜਾ ਉਹਨੂੰ ਫੇਸ ਕਰ ਰਹੇ ਨੇ ਔਰ ਬਹੁਤ ਸਾਰੇ ਇਸ ਗੱਲ ਕਰਕੇ ਵੀ ਡਰੇ ਹੋਏ ਨੇ ਕਿ ਕਿਤੇ ਦਸੰਬਰ ਤੋਂ ਬਾਅਦ ਉਹਨਾਂ ਦੇ ਜਿਹੜੇ ਰੇਟ ਨੇ ਜਿਹੜੇ ਕਿਰਾਏ ਨੇ ਉਹ ਵੱਧ ਨਾ ਜਾਣ। ਸੋ ਇਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਕਿ ਰੈਂਟ ਫਰੀਜ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੈਂਡੈਮਿਕ ਦਾ ਇਹ ਮੌਕਾ ਚੱਲ ਰਿਹਾ, ਦੌਰ ਚੱਲ ਰਿਹਾ ਔਰ ਲੋਕਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਲਿਆਉਣੀ ਬਹੁਤ ਜ਼ਰੂਰੀ ਹੈ। ਜਿੱਥੇ ਉਹਨਾਂ ਦੀ ਸਿਕਿਉਰਿਟੀ ਫਿਜ਼ੀਕਲ ਚਾਹੀਦੀ ਹੈ ਉੱਥੇ ਇਕਨੋਮਿਕ ਸਿਕਿਉਰਿਟੀ ਵੀ ਉਹਨਾਂ ਦੀ ਹੋਣੀ ਚਾਹੀਦੀ ਹੈ। ਸੋ ਉਹਨਾਂ ਨੇ ਕਿਹਾ ਕਿ ਇੰਪੋਰਟੈਂਟ ਹੈ ਕਿ ਰੈਂਟਰਸ ਲੈਂਡਲੋਰਡ ਜਿਹੜੇ ਨੇ ਉਹ ਉਸੇ ਘਰ ਦੇ ਵਿੱਚ ਰਹਿਣ ਜਿੱਥੇ ਉਹ ਰਹਿ ਰਹੇ ਨੇ। ਔਰ ਪਹਿਲਾਂ ਜਦੋਂ ਪ੍ਰੋਵਿੰਸ ਨੇ ਓਰੀਜਨਲੀ ਜਦੋਂ ਇਹ ਰੈਂਟ ਫਰੀਜ਼ ਕੀਤੇ ਸੀ ਉਹ ਮਾਰਚ 18, 2020 ਦੇ ਵਿੱਚ ਕੀਤੇ ਸੀ ਔਰ ਇਹ ਕਿਹਾ ਸੀ ਕਿ ਜਿਹੜਾ ਬੈਨ ਹੈ ਇਹ ਰੈਂਟ ਫਰੀਜ਼ ਨੇ 1 ਦਸੰਬਰ ਤੱਕ ਰਹਿਣਗੇ। ਪਰ ਹੁਣ ਫਿਰ ਇਹਨੂੰ ਜਿਹੜਾ ਨੋਟਿਸ ਹੈ ਉਦੋਂ ਸਾਰੇ ਰੈਂਟਰਸ ਨੂੰ ਰਿਸੀਵ ਕਰਾਇਆ ਗਿਆ ਸੀ 30 ਮਾਰਚ 2020 ਨੂੰ, ਪਰ ਉਸ ਤੋਂ ਬਾਅਦ ਫਿਰ ਇਹ ਕਿਹਾ ਗਿਆ ਕਿ 1 ਦਸੰਬਰ ਤੱਕ ਰਹੇਗਾ ਔਰ ਹੁਣ ਇਹ 10 ਜੁਲਾਈ 2021 ਤੱਕ ਹੁਣ ਰਹੇਗਾ। 10 ਜੁਲਾਈ 2021 ਤੱਕ ਰੈਂਟ ਜਿਹੜੇ ਨੇ ਫਰੀਜ਼ ਹੋ ਗਏ ਨੇ। ਔਰ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਤੁਸੀਂ ਲੈਣੀ ਹੋਵੇ ਜਿਹੜੀ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਹੈ ਉੱਥੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 1800-665-8779। ਇੱਕ ਵਾਰੀ ਫਿਰ ਮੈਂ ਨੰਬਰ ਦੱਸ ਦਿੰਦਾ। ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਦਾ ਨੰਬਰ ਹੈ 1800-665-8779 1800-665-8779 1800-665-8779। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਕਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਦੇ 90% ਸੰਕਰਮਣ ਠੀਕ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਇਹਨੂੰ ਲੈ ਕੇ ਪੂਰੀ ਦੁਨੀਆ ਤੇ ਜਿਹੜੇ ਵੱਡੇ ਲੀਡਰਸ ਨੇ ਇਹਨਾਂ ਦੇ ਵੱਲੋਂ ਵੀ ਹੁਣ ਕਾਫੀ ਪ੍ਰਤੀਕਰਮ ਜਿਹੜਾ ਦਿੱਤਾ ਗਿਆ ਔਰ ਖਾਸ ਤੌਰ ਤੇ ਕਿਉਂਕਿ ਕੈਨੇਡਾ ਦੇ ਵਿੱਚ ਕੇਸਿਸ ਜਿਹੜੇ ਉਹ ਕਾਫੀ ਆਉਣੇ ਸ਼ੁਰੂ ਹੋ ਗਏ ਸੀ। ਬਾਕੀ ਯੂਰੋਪੀਅਨ ਮੁਲਕਾਂ ਵਾਂਗੂ ਕੈਨੇਡਾ ਦੇ ਵਿੱਚ ਵੀ ਜੇਕਰ ਕੱਲ੍ਹ ਦੀ ਹੀ ਗੱਲ ਕਰੀਏ, ਲੰਘੇ ਕੱਲ੍ਹ ਦੀ 4060 ਕੇਸ ਕੱਲ੍ਹ ਇੱਕ ਦਿਨ ਦੇ ਵਿੱਚ ਆਏ ਜਿਹੜੇ ਕਿ ਅੱਜ ਤੱਕ ਆਏ ਕੇਸਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੱਡਾ ਅੰਕੜਾ ਰਿਹਾ। 4000 ਦਾ ਅੰਕੜਾ ਪਾਰ ਕਰ ਗਿਆ ਔਰ 32 ਮੌਤਾਂ ਹੋਈਆਂ। ਔਰ ਜਿਹੜੇ 4060 ਕੇਸ ਆਏ ਇਹ ਪੂਰੇ ਕੈਨੇਡਾ ਦੇ, ਬੇਸ਼ੱਕ ਇਹ ਕੈਨੇਡਾ ਦੇ ਕੇਸ ਦੱਸੇ ਜਾ ਰਹੇ ਪਰ ਇਹ ਪੂਰੇ ਕੈਨੇਡਾ ਦੇ ਕੇਸ ਨਹੀਂ ਸੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਸੂਬੇ ਜਿਹੜੀਆਂ ਟੈਰੀਟਰੀਜ਼ ਨੇ ਐਸੀਆਂ ਨੇ ਜਿਨ੍ਹਾਂ ਦੇ ਜਿਹੜੇ ਅੰਕੜੇ ਨੇ ਉਹ ਜਾਰੀ ਨਹੀਂ ਕੀਤੇ ਗਏ, ਜਿਸ 'ਚੋਂ ਬ੍ਰਿਟਿਸ਼ ਕੋਲੰਬੀਆ ਵੀ ਇੱਕ ਸੀ। ਅਜੇ ਤੱਕ ਕੈਨੇਡਾ ਦੇ ਵਿੱਚ 2,63,275 ਇਨਫੈਕਸ਼ਨ ਹੋਈਆਂ ਨੇ, 10,521 ਮੌਤਾਂ ਹੋਈਆਂ ਨੇ। ਪਰ 2,63,000 ਜਿੱਥੇ ਲੋਕ ਇਨਫੈਕਟਡ ਹੋਏ ਨੇ 2,15,000 ਤੋਂ ਜ਼ਿਆਦਾ ਲੋਕ ਠੀਕ ਵੀ ਹੋਏ ਨੇ ਔਰ 12.3 ਮਿਲੀਅਨ ਟੈਸਟ ਜਿਹੜੇ ਇਹ ਵੀ ਕੀਤੇ ਗਏ ਨੇ। ਔਰ ਜਿਹੜਾ ਡੇਟਾ ਇਹ ਜਿਹੜਾ ਰਿਲੀਜ਼ ਕੀਤਾ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਨਕੰਪਲੀਟ ਸੀ ਕਿਉਂਕਿ ਇਹਦੇ 'ਚ ਬ੍ਰਿਟਿਸ਼ ਕੋਲੰਬੀਆ, ਪ੍ਰਿੰਸ ਐਡਵਰਡ ਆਈਲੈਂਡ ਔਰ ਹੋਰ 3 ਟੈਰੀਟਰੀਜ਼ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਅੰਕੜੇ ਨੇ ਉਹ ਇਹਦੇ 'ਚ ਸ਼ਾਮਲ ਨਹੀਂ ਕੀਤੇ ਗਏ। ਕੁਬੈਕ ਦੇ ਵਿੱਚ ਜਿਹੜੇ ਕੇਸ ਨੇ 1,14,820 ਕੇਸ ਹੁਣ ਤੱਕ ਕੋਵਿਡ-19 ਦੇ ਆਏ ਨੇ ਜਿਹੜੇ ਕਿ ਪੂਰੇ ਸਾਡੇ ਮੁਲਕ ਦੇ 2,63,000 ਦਾ ਲਗਭਗ ਅੱਧਾ ਫੀਸਦੀ ਜਿਹੜੇ 50% ਹਿੱਸਾ ਲਗਭਗ ਅੱਧੇ ਕੇਸ ਜਿਹੜੇ ਨੇ ਉਹ ਬਣਦੇ ਨੇ। ਔਰ ਕੁਬੈਕ ਦੇ ਵਿੱਚ ਲੰਘੇ ਕੱਲ੍ਹ 1,397 ਕੇਸ ਆਏ ਔਰ ਅੱਜ ਤੱਕ ਦਾ ਸਿੰਗਲ ਡੇ ਹਾਈਐਸਟ ਸਕੋਰ ਰਿਹਾ। ਪਿਛਲੇ 5 ਦਿਨ ਤੋਂ ਲਗਾਤਾਰ ਕੁਬੈਕ ਦੇ ਵਿੱਚ 1,000 ਤੋਂ ਜ਼ਿਆਦਾ ਕੇਸ ਆ ਰਹੇ ਨੇ ਔਰ ਇੱਥੇ 9 ਮੌਤਾਂ ਵੀ ਜਿਹੜੀਆਂ ਹੋਈਆਂ ਨੇ। ਔਰ ਥ੍ਰੈਸ਼ਰ ਟਾਈਮ ਜਿਹੜੇ ਨੇ ਸਾਡੇ ਚੀਫ ਪਬਲਿਕ ਹੈਲਥ ਆਫਿਸਰ ਕੈਨੇਡਾ ਦੇ, ਉਹਨਾਂ ਦੀ ਐਨੂਅਲ ਰਿਪੋਰਟ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਕੁਝ ਐਂਟੀਬਾਡੀ ਟੈਸਟਿੰਗ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਸੀ ਕੁਬੈਕ ਦੇ ਵਿੱਚ ਕੋਵਿਡ-19 ਨੂੰ ਲੈ ਕੇ। ਔਰ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜੇ ਕੇਸਿਸ ਇੱਥੇ ਆ ਰਹੇ ਨੇ ਉਹ ਜੁਲਾਈ ਦੇ ਨਾਲੋਂ 3 ਗੁਣਾ ਜ਼ਿਆਦਾ ਕੇਸ ਜਿਹੜੇ ਸਾਹਮਣੇ ਆ ਰਹੇ ਨੇ। ਹੈਲਥ ਆਫੀਸ਼ੀਅਲਸ ਨੇ ਵੀ ਕਿਹਾ ਕਿ ਕੁਬੈਕ ਦੇ ਵਿੱਚ ਹੁਣ ਤੱਕ ਐਜ਼ ਆਫ ਸੰਡੇ ਜਿਹੜਾ ਕੱਲ੍ਹ ਹੈ ਉੱਥੇ ਤੱਕ ਜਿਹੜੇ ਕੇਸਿਸ ਸਾਹਮਣੇ ਆਏ ਉਹਨਾਂ ਦੇ ਵਿੱਚ 6440 ਲੋਕਾਂ ਦੀ ਮੌਤ ਵੀ ਹੋਈ। 3.3 ਮਿਲੀਅਨ ਜਿਹੜੇ ਟੈਸਟ ਨੇ ਉਹ ਕੀਤੇ ਵੀ ਗਏ ਔਰ 97,000 ਕੇਸ ਜਿਹੜੇ ਨੇ ਉਹ ਰਿਕਵਰ ਵੀ ਹੋਏ। ਇਸੇ ਤਰੀਕੇ ਨਾਲ ਓਨਟਾਰੀਓ ਦੇ ਵਿੱਚ ਵੀ ਕੇਸਿਸ ਜਿਹੜੇ ਨੇ ਉਹ ਬਹੁਤ ਤੇਜ਼ੀ ਨਾਲ ਵਧੇ ਨੇ। ਬਾਕੀ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਕੇਸਿਸ ਕਾਫੀ ਤੇਜ਼ੀ ਨਾਲ ਵਧੇ ਨੇ। ਪਰ ਇਹ ਹੁਣ ਦਵਾਈ ਆਉਣ ਤੋਂ ਬਾਅਦ ਜਿਹੜੇ ਇਨਫੈਕਸ਼ਨ ਡਿਜ਼ੀਜ਼ ਦੇ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਕਿ ਇੱਕ ਚੰਗਾ ਇਹ ਇੱਕ ਗੱਲ ਸਾਬਤ ਹੋ ਸਕਦੀ ਹੈ ਕਿ ਨਵੀਂ ਇਹਨੂੰ ਜਿੱਤ ਵੀ ਜਿਹੜੀ ਇਹਦੇ ਰੂਪ ਦੇ ਵਿੱਚ ਵੀ ਉਹ ਮੰਨ ਰਹੇ ਨੇ ਔਰ ਉਹਨਾਂ ਦਾ ਕਹਿਣਾ ਕਿ ਇਹ ਵਧੀਆ ਹੋ ਸਕਦਾ। ਔਰ ਜਿਹੜੀ ਫਾਈਜ਼ਰ ਕੰਪਨੀ ਹੈ ਇਹਨਾਂ ਨੇ ਹਾਲਾਂਕਿ ਪੂਰੀਆਂ ਡਿਟੇਲਸ ਇਹਦੇ ਅਜੇ ਤੱਕ ਪ੍ਰੋਵਾਈਡ ਨਹੀਂ ਕਰਾਈਆਂ ਕਿ ਕਿਸ ਕਿਸਮ ਦੇ ਕੇਸਿਸ ਸੀ, ਪਰ ਇਹ ਜ਼ਰੂਰ ਹੈ ਕਿ 44,000 ਤੋਂ ਦੇ ਲਗਭਗ ਕੇਸ, ਲਗਭਗ 43,500 ਤੋਂ ਜ਼ਿਆਦਾ ਕੇਸ ਨੇ ਲੋਕ ਨੇ ਜਿਨ੍ਹਾਂ ਤੇ ਨੂੰ ਟੈਸਟ ਕੀਤਾ ਗਿਆ। ਔਰ ਇਹ ਵੀ ਕਿਹਾ ਜਾ ਰਿਹਾ ਕਿ
ਇਹ ਜਿਹੜੇ ਡੇਟਾ ਰਿਵੀਲ ਕੀਤਾ ਗਿਆ ਇਹ ਕਾਫੀ ਅਨਯੂਜੂਅਲ ਜਿਹਾ ਡੇਟਾ ਹਜੇ, ਪਰ ਨਾਲ ਦੇ ਨਾਲ ਇਹ ਬਹੁਤ ਇੱਥੇ ਦੱਸਣਾ ਜ਼ਰੂਰੀ ਹੈ ਕਿ ਜਿਹੜੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਔਰ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਨੇ, ਇਹਨਾਂ ਨੇ ਵੀ ਕਮੈਂਟ ਕੀਤਾ ਇਹ ਜਿਹੜੀ ਫਾਈਜ਼ਰ ਕੰਪਨੀ ਵੱਲੋਂ ਇਹ ਐਲਾਨ ਕੀਤਾ ਗਿਆ, ਅੱਜ ਦੱਸਿਆ ਗਿਆ ਕਿ ਭਾਈ ਇਹ ਜਿਹੜੀ ਦਵਾਈ ਹੈ, ਜਿਹੜਾ ਵੈਕਸੀਨ ਹੈ, ਇਹ ਦਿੱਤੀ ਜਾ ਰਹੀ ਹੈ। ਔਰ ਬਾਈਡਨ ਨੇ ਹਾਲਾਂਕਿ ਗ੍ਰੀਟ ਵੀ ਕੀਤਾ, ਉਹਨਾਂ ਨੇ ਇਹਨਾਂ ਅਰਲੀ ਰਿਜ਼ਲਟਸ ਦੇ ਨਾਲ ਉਹਨਾਂ ਨੇ ਕਿਹਾ ਕਿ ਬਹੁਤ ਇੰਥੂਜ਼ੀਆਜ਼ਮ ਇਸ ਵੇਲੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਰਹਿ ਕੇ ਹੈ। ਉਹਨਾਂ ਨੇ ਕਿਹਾ ਕਿ ਪਰ ਅਜੇ ਵੀ ਨਾਲ ਦੇ ਨਾਲ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਅਜੇ ਵੀ ਲੋਕਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਜਿਹੜੀ ਵਾਈਡ ਸਪਰੈਡ ਵੈਕਸੀਨੇਸ਼ਨ ਹੈ, ਜਿਹੜੀ ਇਹਦੀ ਜਿਹੜੀ ਪਹੁੰਚ ਹੋਣੀ ਹੈ ਲੋਕਾਂ ਤੱਕ ਵੱਡੇ ਪੈਮਾਨੇ 'ਤੇ, ਉਹ ਅਜੇ ਵੀ ਕਈ ਉਹਨੂੰ ਮਹੀਨੇ ਲੱਗ ਸਕਦੇ ਨੇ, ਕਿਉਂਕਿ ਇਹਦੇ 'ਚ ਕੰਪਨੀ ਦਾ ਵੀ ਇਹ ਕਹਿਣਾ ਕਿ ਲੌਜਿਸਟਿਕ ਇੱਕ ਵੱਡੀ ਸਮੱਸਿਆ ਹੋ ਸਕਦਾ। ਕਿਸ ਤਰੀਕੇ ਨਾਲ ਹੋਏਗਾ ਇਹਦੇ ਬਾਰੇ ਦੱਸਦੇ ਹਾਂ। ਪਰ ਇਹਨਾਂ ਨੇ ਜਿਹੜੇ ਮਿਸਟਰ ਜੋ ਬਾਈਡਨ ਨੇ, ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਹੋਏ ਨੇ, ਇਹਨਾਂ ਦਾ ਇਹ ਕਹਿਣਾ ਕਿ ਇਹਨਾਂ ਨੇ ਕਿਹਾ ਕਿ ਅਮਰੀਕਨਜ਼ ਨੂੰ ਅਜੇ ਵੀ ਮਾਸਕ ਪਾਉਣ ਦੀ ਲੋੜ ਹੈ, ਫਿਜ਼ੀਕਲ ਡਿਸਟੈਂਸਿੰਗ ਰੱਖਣ ਦੀ ਲੋੜ ਹੈ। ਇਹਨਾਂ ਨੇ ਕਿਹਾ ਕਿ ਅੱਜ ਦੀ ਜਿਹੜੀ ਨਿਊਜ਼ ਆਈ ਹੈ ਬੇਸ਼ੱਕ ਵਧੀਆ, ਪਰ ਇਹਨਾਂ ਨੇ ਕਿਹਾ ਕਿ ਇਹਦੇ ਨਾਲ ਸੱਚਾਈ ਜਿਹੜੀ ਉਹ ਚੇਂਜ ਨਹੀਂ ਹੋਣੀ, ਸਾਨੂੰ ਅਜੇ ਵੀ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ ਉਸੇ ਤਰੀਕੇ ਨਾਲ ਕਰਨੀ ਪੈਣੀ ਹੈ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਕਰ ਰਹੇ ਸੀ, ਕਿਉਂਕਿ ਅਜੇ ਵੀ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆਉਣੀਆਂ ਰਹਿਣੀਆਂ। ਔਰ ਦੂਜੇ ਪਾਸੇ ਜਿਹੜੇ ਡੋਨਲਡ ਟਰੰਪ ਨੇ, ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ। ਉਹਨਾਂ ਨੇ ਵੀ ਕਿਹਾ ਕਿ ਅੱਜ ਦੀ ਜਿਹੜੀ ਅਨਾਊਂਸਮੈਂਟ ਹੋਈ ਹੈ ਇਹ ਇੱਕ ਮੀਲ ਦਾ ਪੱਥਰ ਸਾਬਤ ਹੋਏਗੀ। ਔਰ ਇਹਨਾਂ ਨੇ ਕਿਹਾ ਕਿ ਦੇਖਦੇ ਹਾਂ ਕਿ ਅੱਗੇ ਚੱਲ ਕੇ ਕੀ ਚੀਜ਼ਾਂ ਸਾਹਮਣੇ ਆਉਂਦੀਆਂ, ਪਰ ਉਮੀਦ ਹੈ ਕਿ ਅਗਲਾ ਸਾਲ ਜਿਹੜਾ ਇਹਦੇ 'ਚ ਕਾਫੀ ਕੁਝ ਬਦਲਾਅ ਜਿਹੜੇ ਨੇ ਉਹ ਹੋ ਜਾਣਗੇ। ਔਰ ਇਹ ਜਿਹੜੇ ਦਾਅਵੇ ਕੀਤੇ ਗਏ ਨੇ ਇਹ ਫਾਈਜ਼ਰ ਕੰਪਨੀ ਵੱਲੋਂ, ਔਰ ਜਿੱਦਾਂ ਪਹਿਲਾਂ ਦੱਸਿਆ ਨੇ ਜਰਮਨ ਪਾਰਟਨਰ ਹੈ ਬਾਇਓ ਐਂਡ ਟੈਕ ਇਹ ਕੰਪਨੀ ਹੈ। ਇਹ ਲਗਭਗ ਐਸੇ 10 ਵੈਕਸੀਨ ਕੈਂਡੀਡੇਟ ਨੇ ਜਿਨ੍ਹਾਂ ਦੀਆਂ ਲੇਟ ਸਟੇਜ ਦੀਆਂ ਟੈਸਟਿੰਗ ਚੱਲ ਰਹੀਆਂ, ਕਿਉਂਕਿ ਕਰੀਬਨ 10 ਕੰਪਨੀਜ਼ ਨੇ ਜਿਨ੍ਹਾਂ ਦੇ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਇਸ ਵੇਲੇ ਇਹਨੂੰ ਲੈ ਕੇ ਚੱਲ ਰਹੀਆਂ ਨੇ। ਔਰ ਇਹਦੇ 'ਚੋਂ 4 ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੱਡੀ ਸਟੱਡੀਜ਼ ਜਿਹੜੀਆਂ USA ਦੇ ਵਿੱਚ ਕੀਤੀਆਂ ਗਈਆਂ। ਇਹਨਾਂ ਤੋਂ ਇਲਾਵਾ ਜਿਹੜੀਆਂ USA ਦੀਆਂ ਕੰਪਨੀਆਂ ਨੇ, ਮੋਡਰਨਾ ਇੰਕ ਹੈ, ਇਹਨਾਂ ਨੇ ਵੀ ਕਿਹਾ ਕਿ ਇਹ ਵੀ ਇੱਕ ਵੈਕਸੀਨ ਦੇ ਉੱਤੇ ਕੰਮ ਕਰ ਰਹੇ ਨੇ ਔਰ ਆਪਣੀ ਐਪਲੀਕੇਸ਼ਨ ਜਿਹੜੀ ਹੈ ਇਹ ਵੀ ਫਾਈਲ ਕਰਨ ਜਾ ਰਹੇ ਨੇ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਜਿਹਨੂੰ FDA ਜਿਹਨੂੰ ਕਹਿ ਦਿੰਦੇ ਆ, ਉੱਥੇ ਇਸ ਮੰਥ ਦੇ ਲਾਸਟ ਦੇ ਵਿੱਚ ਜਾ ਕੇ। ਔਰ ਜਿਹੜੇ ਵਲੰਟੀਅਰ ਨੇ ਫਾਈਨਲ ਸਟੇਜ ਦੇ ਵਿੱਚ ਜਿਨ੍ਹਾਂ ਦੀ ਸਟੱਡੀ ਹੋਈ ਹੈ, ਰਿਸਰਚਰਸ ਦੀ ਹੋਈ ਹੈ, ਅਜੇ ਉਹਨਾਂ ਨੂੰ ਇਹ ਦੱਸਿਆ ਨਹੀਂ ਸੀ ਗਿਆ ਕਿ ਕੀ ਉਹਨਾਂ ਨੂੰ ਜਿਹੜੇ ਸ਼ਾਟਸ ਲੱਗੇ ਨੇ ਉਹ ਰੀਅਲ ਵੈਕਸੀਨ ਦੇ ਲੱਗੇ ਨੇ ਜਾਂ ਡਮੀ ਸ਼ਾਟਸ ਲੱਗੇ ਨੇ। ਪਰ ਇੱਕ ਹਫ਼ਤੇ ਬਾਅਦ ਜਦੋਂ ਸੈਕਿੰਡ ਡੋਜ਼ ਦੀ ਰਿਕੁਆਇਰਮੈਂਟ ਉਹਦੀ ਹੋਈ ਤਾਂ ਫਾਈਜ਼ਰ ਨੇ ਜਿਹੜੀ ਸਟੱਡੀ ਕੀਤੀ, ਉਹਨਾਂ ਨੇ ਕਾਊਂਟ ਕਰਨਾ ਸ਼ੁਰੂ ਕੀਤਾ ਕਿ ਜਿਹੜੇ COVID-19 ਦੇ ਸਿੰਪਟਮ ਜਿਨ੍ਹਾਂ ਦੇ ਵਿੱਚ ਡਿਵੈਲਪ ਹੋਣੇ ਸ਼ੁਰੂ ਹੋਏ, ਉਦੋਂ ਜਾ ਕੇ ਇਹ ਚੀਜ਼ ਦੀ ਕਨਫਰਮੇਸ਼ਨ ਹੋਈ ਕਿ ਉਹਨਾਂ ਨੂੰ ਕਰੋਨਾ ਵਾਇਰਸ ਹੈ। ਪਰ ਇਹ ਅਜੇ ਸਟੱਡੀ ਜਿਹੜੀ ਹੈ ਇਹ ਖਤਮ ਨਹੀਂ ਹੋਈ। ਜਿਹੜੇ ਮਿਸਟਰ ਗਰੂਬਰ, ਮੈਂ ਪਹਿਲਾਂ ਜਿਨ੍ਹਾਂ ਦਾ ਜ਼ਿਕਰ ਕੀਤਾ ਸੀ, ਮਿਸਟਰ ਗਰੂਬਰ ਦਾ, ਉਹਨਾਂ ਨੇ ਵੀ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਅਜੇ ਵੀ ਜਿਹੜੇ ਗਰੁੱਪਸ ਸੀ ਜਿਨ੍ਹਾਂ ਦੇ ਵਿੱਚ ਇਨਫੈਕਸ਼ਨ ਸੀ, ਉਹਨਾਂ ਦੇ ਅਜੇ ਵੀ ਜਿਹੜੇ ਟੈਸਟ ਨੇ ਉਹ ਨਾਲ ਦੇ ਨਾਲ ਚੱਲ ਰਹੇ ਨੇ। ਹਾਲਾਂਕਿ ਬਹੁਤ ਸਾਰੇ ਟੈਸਟ ਹੋ ਵੀ ਗਏ ਨੇ। ਔਰ ਇਹਨਾਂ ਨੇ ਕਿਹਾ ਕਿ ਅਜੇ ਵੀ ਇਹ ਦੇਖਿਆ ਜਾ ਰਿਹਾ ਕਿ ਜਿਨ੍ਹਾਂ ਨੂੰ ਡਮੀ ਟੈਸਟ ਸ਼ਾਟਸ ਦਿੱਤੇ ਸੀ ਉਹਨਾਂ ਦੇ ਵਿੱਚ ਕਿਹੋ ਜਿਹੇ ਇਹਦੇ ਜਿਹੜੇ ਬਦਲਾਅ ਨੇ ਉਹ ਆਏ ਨੇ, ਔਰ ਜਿਨ੍ਹਾਂ ਨੂੰ ਵੈਕਸੀਨ ਦੇ ਡੋਜ਼ ਦਿੱਤੇ ਗਏ ਉਹਨਾਂ 'ਚ ਕਿਹੋ ਜਿਹੇ ਬਦਲਾਅ ਨੇ ਉਹ ਦੇਖੇ ਜਾ ਰਹੇ ਨੇ। ਔਰ ਜਿਹੜਾ ਫਾਈਜ਼ਰ ਹੈ, ਇਹਨਾਂ ਨੇ ਇਹ ਸਟੱਡੀ ਜਿਹੜੀ ਹੈ ਇਹਦੇ 164 ਜਿਹੜੇ ਇਨਫੈਕਸ਼ਨ ਨੇ ਉਹ ਰਿਕਾਰਡ ਕੀਤੇ ਸੀ ਵਲੰਟੀਅਰਸ ਦੇ ਵਿੱਚ ਜਾ ਕੇ। ਔਰ ਹੁਣ FDA ਨੂੰ ਜਦੋਂ ਇਹ ਦਿੱਤਾ ਜਾਏਗਾ ਇਹਦਾ ਫਾਈਲ ਕਰਨ ਵਾਸਤੇ, ਸਾਰੀਆਂ ਜਿਹੜੀਆਂ ਡਿਟੇਲਸ ਨੇ ਉਹਨਾਂ ਨੂੰ ਵੀ ਦਿੱਤੀਆਂ ਜਾਣਗੀਆਂ। ਔਰ ਅਜੇ ਵੀ ਇਹਦੇ 'ਚ ਕਈ ਜਿਹੜੀਆਂ ਕਲੈਰਿਟੀਜ਼ ਨੇ ਉਹ ਹੋਣੀਆਂ ਬਾਕੀ ਨੇ। ਪਰ ਇਹ ਬਹੁਤ ਇੰਪੋਰਟੈਂਟ ਗੱਲ ਜਿਹੜੀ ਬਣਦੀ ਹੈ ਕਿ ਕੈਨੇਡਾ ਨੇ 5 ਅਗਸਤ ਨੂੰ ਇਹ ਗੱਲ ਅਨਾਊਂਸ ਕੀਤੀ ਸੀ ਕਿ ਇਹਨਾਂ ਨੇ ਪ੍ਰੀ ਆਰਡਰ ਕੀਤੀਆਂ ਨੇ ਜਿਹੜੀਆਂ ਫਾਈਜ਼ਰ ਤੇ ਬਾਇਓ ਐਂਡ ਟੈਕ ਵੈਕਸੀਨ ਜਿਹੜੀ ਬਣ ਰਹੀ ਹੈ, ਜਿਹੜੀ ਵੈਕਸੀਨ ਦੀ ਅਸੀਂ ਇਹ ਜ਼ਿਕਰ ਕਰ ਰਹੇ ਹਾਂ, ਇਹਦਾ ਜਿਹੜਾ ਪ੍ਰੀ ਆਰਡਰ ਹੈ ਇਹ ਕੈਨੇਡਾ ਨੇ 5 ਅਗਸਤ ਨੂੰ ਕਰ ਦਿੱਤਾ ਸੀ। ਔਰ ਉਦੋਂ ਇਹ ਬਾਅਦ ਦੇ ਵਿੱਚ ਜਾ ਕੇ ਇਹ ਵੀ ਸਪੈਸੀਫਾਈ ਕੀਤਾ ਗਿਆ ਸੀ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਪ੍ਰੀ ਆਰਡਰ ਤਾਂ ਕਰਤਾ, ਪਰ ਕਿੰਨੀਆਂ ਜਿਹੜੀਆਂ ਡੋਜ਼ ਨੇ ਉਹ ਕੀਤਾ, ਕਿੰਨੇ ਵੈਕਸੀਨ ਜਿਹੜੇ ਨੇ ਉਪਲਬਧ ਹੋਣਗੇ, ਕਿਉਂਕਿ ਬਾਰ-ਬਾਰ ਜਿਹੜੀ ਗੱਲ ਅਸੀਂ ਤੁਹਾਨੂੰ ਵੀ ਦੱਸ ਰਹੇ ਹਾਂ ਕਿ ਲੌਜਿਸਟਿਕ ਨੂੰ ਲੈ ਕੇ ਹੋਣਗੇ, ਕਿੰਨੀ ਤਾਦਾਦ 'ਚ ਬਣੇਗੀ, ਪਹਿਲਾਂ ਕਿੱਥੇ ਜਾਏਗੀ, ਕਿਹੜੀ ਕੰਟਰੀਜ਼ ਹੈ ਜਿਹੜੀਆਂ ਪ੍ਰੀ ਆਰਡਰ ਕਰ ਰਹੀਆਂ, ਇਹਨੂੰ ਲੈ ਕੇ ਕਾਫੀ ਜਿਹੜੀ ਚਰਚਾ ਉਹ ਬਣੀ ਰਹੀ। ਔਰ ਫਾਈਜ਼ਰ ਤੇ ਬਾਇਓ ਐਂਡ ਟੈਕ ਜਿਹੜੀ ਹੈ ਕੰਪਨੀ, ਇਹਨਾਂ ਨੇ ਜਿਹੜੀ ਵੈਕਸੀਨ ਇਹ ਬਣਾਈ ਹੈ ਇਹਦੇ 20 ਮਿਲੀਅਨ ਡੋਜ਼ 20 ਮਿਲੀਅਨ ਡੋਜ਼ਸ ਜਿਹੜੀਆਂ ਨੇ ਇਹ ਪ੍ਰੀ ਆਰਡਰ ਕੀਤੀਆਂ ਗਈਆਂ ਕੈਨੇਡੀਅਨ ਸਰਕਾਰ ਵੱਲੋਂ 5 ਅਗਸਤ ਨੂੰ। ਔਰ ਇਹਦੇ 'ਚ ਇੱਕ ਆਪਸ਼ਨ ਇਹ ਵੀ ਰੱਖੀ ਗਈ ਕਿ ਹੋਰ ਵੀ ਅੱਗੋਂ ਜਾ ਕੇ ਪਰਚੇਜ਼ ਹੋ ਸਕਦੀ ਹੈ। ਸੋ ਇੱਕ ਖੁੱਲ੍ਹਾ ਆਰਡਰ ਜਿਹੜਾ ਇਹ ਕੀਤਾ ਗਿਆ, 20 ਮਿਲੀਅਨ ਦਾ ਤਾਂ ਪੱਕਾ ਹੀ ਕਰ ਦਿੱਤਾ ਗਿਆ। ਔਰ ਇਹਦੇ 'ਚ ਹੁਣ ਜੇਕਰ ਦੇਖੀ ਜਾਈਏ ਕਿ ਜੇ 2 ਡੋਜ਼ ਦਿੱਤੀਆਂ ਜਾਣ ਸਭ ਨੂੰ, ਕਿਉਂਕਿ 2 ਡੋਜ਼ ਇਹ 'ਚ ਕਹੀਆਂ ਗਈਆਂ ਜਿਹੜੀਆਂ 3 ਹਫ਼ਤੇ ਦੇ ਅੰਤਰਾਲ ਦੇ ਵਿੱਚ ਲਾਣੀਆਂ ਜ਼ਰੂਰੀ ਹੈ।
ਔਰ 28 ਦਿਨ ਦੇ ਵਿੱਚ ਇਹ ਘੱਟੋ ਘੱਟ ਇਹਦਾ ਵਕਫਾ ਜਿਹੜਾ ਹੋਣਾ ਚਾਹੀਦਾ, ਜਿਹੜਾ ਦੱਸਿਆ ਜਾ ਰਿਹਾ। ਇਹ 'ਚ ਅੱਗੇ ਜਾ ਕੇ ਜੇ ਕਈ ਹੋਰ ਜਾਣਕਾਰੀਆਂ ਆਉਣੀਆਂ, ਸੋ ਜਿੰਨੀਆਂ ਕੁ ਜਾਣਕਾਰੀਆਂ ਸਾਡੇ ਤੱਕ ਆ ਰਹੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਔਰ ਇਹਦੇ 'ਚ 20 ਮਿਲੀਅਨ ਡੋਜ਼ ਜਿਹੜੀਆਂ ਪੱਕੀਆਂ ਕਹਿ ਦਿੱਤੀਆਂ ਗਈਆਂ। ਸੋ ਜੇ 20 ਮਿਲੀਅਨ ਡੋਜ਼ ਨੂੰ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ ਇਹ 10 ਮਿਲੀਅਨ ਲੋਕਾਂ ਦੇ ਵਾਸਤੇ ਬਣਦੀ ਹੈ, ਕਿਉਂਕਿ ਜੇ 2 ਡੋਜ਼ ਦੇਣ ਦੇ ਨਾਲ ਹੀ ਇਸ ਵੈਕਸੀਨ ਦਾ ਫਾਇਦਾ ਹੋਏਗਾ ਤਾਂ 10 ਮਿਲੀਅਨ ਲੋਕ ਨੇ ਜਿਨ੍ਹਾਂ ਤੱਕ ਇਹਦੀ ਪਹੁੰਚ ਹੋਏਗੀ ਜੇ ਇਹਦੀ ਅਪਰੂਵਲ ਮਿਲ ਜਾਂਦੀ ਹੈ। ਸੋ ਇਹ ਜੇ ਅਪਰੂਵਲ ਮਿਲ ਜਾਂਦੀ ਹੈ ਤਾਂ ਉਹ 10 ਮਿਲੀਅਨ ਲੋਕ ਨੇ ਜਿਹੜੇ ਉਹਨਾਂ ਤੱਕ ਇਹਦੀ ਪਹੁੰਚ ਹੋਏਗੀ। ਹਾਲਾਂਕਿ ਫਾਈਜ਼ਰ ਨੂੰ ਇਹ ਉਮੀਦ ਹੈ ਕਿ ਸਾਲ ਦੇ ਅਖੀਰ ਤੱਕ ਉਹ 5 ਕਰੋੜ ਡੋਜ਼ ਜਿਹੜੇ ਉਪਲਬਧ ਕਰਾ ਦੇਗਾ। 2021 ਤੱਕ 1.3 ਅਰਬ ਡੋਜ਼ ਜਿਹੜੇ ਨੇ ਉਹ ਆ ਜਾਣਗੇ। ਪਰ ਇਹਦਾ ਲੌਜਿਸਟਿਕ ਦੀ ਲੈ ਕੇ ਜਿਹੜੀ ਇੱਕ ਚੁਣੌਤੀ ਸਭ ਤੋਂ ਵੱਡੀ ਇਹ ਵੀ ਹੈ ਕਿ ਇਹਦਾ ਜਿਹੜਾ ਟੈਂਪਰੇਚਰ ਹੈ ਉਹ 0 ਤੋਂ 80 ਡਿਗਰੀ ਸੈਲਸੀਅਸ ਥੱਲੇ ਰੱਖਣਾ ਜ਼ਰੂਰੀ ਹੋਏਗਾ। ਸੋ ਇਹ ਕਿਸ ਤਰੀਕੇ ਨਾਲ ਰੱਖਿਆ ਜਾਏਗਾ ਇਹਨੂੰ ਵੀ ਦੇਖਣਾ ਹੋਏਗਾ। ਪਰ ਨਾਲ ਦੇ ਨਾਲ ਇਹਨੂੰ ਲੈ ਕੇ ਅਜੇ ਵੀ ਕਈ ਜਿਹੜੀਆਂ ਚੀਜ਼ਾਂ ਨੇ ਉਹਦੀ ਜਾਣਕਾਰੀ ਜਿਹੜੀ ਹੈ ਉਹ ਮਿਲਣੀ ਰਹਿੰਦੀ ਹੈ। ਪਰ ਇਹ ਹੈ ਕਿ ਇੱਕ ਰੇ ਆਫ ਹੋਪ ਮੰਨਿਆ ਜਾ ਰਿਹਾ ਕਿ ਇੱਕ ਚੰਗੀ ਸ਼ੁਰੂਆਤ ਜਿਹੜੀ ਆ ਉਹ ਹੋ ਸਕਦੀ ਹੈ। ਲੋਕ ਜਿਹੜੇ ਡਰੇ ਹੋਏ ਸੀ ਉਹਨਾਂ ਵਾਸਤੇ ਇੱਕ ਪੋਜ਼ਿਟਿਵ ਨਿਊਜ਼ ਅੱਜ ਦਾ ਦਿਨ ਜਿਹੜਾ ਉਹ ਵਧੀਆ ਚੜ੍ਹਿਆ ਬਹੁਤ ਸਾਰੇ ਲੋਕਾਂ ਵਾਸਤੇ, ਜਿਹੜੇ ਲੋਕ ਇਸ ਗੱਲ ਤੋਂ ਘਬਰਾਏ ਹੋਏ ਸੀ। ਕਿਉਂਕਿ ਬਾਰ-ਬਾਰ ਕਹਿੰਦੇ ਸੀ ਪੈਨਿਕ ਕ੍ਰੀਏਟ ਨਾ ਕਰੋ, ਪਰ ਫਿਰ ਵੀ ਕਈ ਲੋਕ ਜਿਹੜੇ ਨੇ ਉਹ ਪੈਨਿਕ 'ਚ ਆ ਜਾਂਦੇ ਨੇ ਔਰ ਪੈਨਿਕ 'ਚ ਆਉਣਾ ਸੁਭਾਵਿਕ ਵੀ ਹੈ ਕਿਉਂਕਿ ਡਰ ਦਾ ਮਾਹੌਲ ਜਿਹੜਾ ਉਹ ਲੋਕਾਂ ਦੇ ਵਿੱਚ ਬਣ ਜਾਂਦਾ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜਿਹੜੀ ਇਹ ਗੱਲਬਾਤ ਸਾਹਮਣੇ ਆਈ ਹੈ, ਜਿਹੜੀ ਇਹ ਵੈਕਸੀਨ ਦੀ ਗੱਲ ਕਹੀ ਗਈ ਹੈ ਕਿ ਵੈਕਸੀਨ ਦੇ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ 90% ਦੀ ਜਿਹੜੇ ਇਨਫੈਕਸ਼ਨ ਨੇ ਉਹ ਠੀਕ ਹੋ ਜਾਣਗੇ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਇਹਦੇ 'ਚ ਅੱਗੇ ਜਾ ਕੇ ਐਡਵਾਂਸਮੈਂਟ ਆਏਗੀ ਔਰ 100% ਤੱਕ ਜਿਸ ਤਰ੍ਹਾਂ ਹੋਰ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਇਲਾਜ ਨਿਕਲ ਆਏ ਨੇ, ਇਹਦਾ ਇਲਾਜ ਜਿਹੜਾ ਉਹ ਵੀ ਨਿਕਲ ਆਏਗਾ। ਤੁਸੀਂ ਵੀ ਇਸੇ ਤਰੀਕੇ ਨਾਲ ਦੁਆਵਾਂ ਕਰਦੇ ਰਹੋ ਆਪਣੀਆਂ ਤਾਂ ਕਿ ਇਹਦਾ ਇਲਾਜ ਜਿਹੜਾ ਉਹ ਨਿਕਲਦਾ ਰਹੇ। ਔਰ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਜਾ ਕੇ ਗੱਲ ਕਰਾਂਗੇ US ਇਲੈਕਸ਼ਨਸ ਦੇ ਜਿਹੜੇ ਨਤੀਜੇ ਆਏ ਨੇ, ਇਹਦਾ ਪ੍ਰਭਾਵ ਦੁਨੀਆ ਭਰ ਦੀ ਪੋਲਿਟਿਕਸ 'ਤੇ ਕਿਹੋ ਜਿਹਾ ਪਏਗਾ। ਦੁਨੀਆ ਭਰ ਦੇ ਜਿਹੜੇ ਮੁਲਕ ਨੇ, ਖਾਸ ਤੌਰ 'ਤੇ ਸਾਊਥ ਏਸ਼ੀਅਨ ਮੁਲਕ ਨੇ, ਉਹਨਾਂ ਦੇ ਵਿੱਚ ਪ੍ਰਭਾਵ ਕਿਹੋ ਜਿਹਾ ਪਏਗਾ ਕਿਉਂਕਿ ਉਹਨਾਂ ਦੀ ਨਿਗਾਹ ਬਹੁਤ ਰਹਿੰਦੀ ਹੈ ਔਰ ਬਾਰ-ਬਾਰ ਇਹ ਗੱਲਾਂ ਵੀ ਕਹੀਆਂ ਜਾਂਦੀਆਂ ਕਿ ਕਮਲਾ ਹੈਰਿਸ ਦੇ ਜਿਹੜੇ ਸੰਬੰਧ ਨੇ ਉਹ ਭਾਰਤ ਨਾਲ ਨੇ, ਕਿਹੋ ਜਿਹੇ ਸੰਬੰਧ ਨੇ, ਕਿਸ ਤਰ੍ਹਾਂ ਜੁੜੇ ਨੇ। ਹਾਲਾਂਕਿ ਤਾਮਿਲਨਾਡੂ 'ਚ ਉਹਨਾਂ ਦੇ ਨਾਨਕਿਆਂ ਦੀ ਗੱਲ ਕੀਤੀ ਜਾ ਰਹੀ ਹੈ, ਉਹਨਾਂ ਦੇ ਮਦਰ ਜਿਹੜੇ ਉਹਨਾਂ ਦੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਉਹ ਭਾਰਤ ਤੋਂ ਆਏ ਸੀ, ਪਰ ਕਿੰਨਾ ਕੁ ਭਾਰਤ ਦੇ ਨਾਲ ਉਹਨਾਂ ਦਾ ਗੱਠਜੋੜ ਅਜੇ ਵੀ ਹੈ, ਕਿੰਨਾ ਕੁ ਉਹਨਾਂ ਦਾ ਪ੍ਰੇਮ ਪਿਆਰ ਅਜੇ ਵੀ, ਉਹਦੇ ਬਾਰੇ ਗੱਲ ਕਰਾਂਗੇ। ਔਰ ਕੈਨੇਡਾ ਦੇ ਨਾਲ ਉਹਨਾਂ ਦਾ ਕੀ ਤਾਲੁਕ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ। ਔਰ ਉਹ ਭਾਰਤ ਦੇ ਕਈ ਮੁੱਦਿਆਂ ਨੂੰ ਲੈ ਕੇ ਅਕਸਰ ਉਹਨਾਂ ਨੇ ਬਿਆਨ ਵੀ ਦਿੱਤੇ ਨੇ, ਉਹਨਾਂ ਦੇ ਬਾਰੇ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਗੱਲਬਾਤ ਕਰਾਂਗੇ। ਬਣੇ ਰਹੋ CKSP 600 AM ਸ਼ੇਰੇ ਪੰਜਾਬ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਹੁਣ ਅਸੀਂ ਗੱਲਬਾਤ ਕਰਾਂਗੇ US ਇਲੈਕਸ਼ਨਸ ਦੇ ਜਿਹੜੇ ਨਤੀਜੇ ਆਏ ਨੇ ਉਹਨੂੰ ਲੈ ਕੇ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ US ਇਲੈਕਸ਼ਨ ਦੇ ਜਿਹੜੇ ਨਤੀਜੇ ਆਏ ਨੇ ਉਹਦੇ ਵਿੱਚ ਜੋ ਬਾਈਡਨ ਜਿਹੜੇ ਨੇ ਉਹ ਉੱਥੋਂ ਦੇ ਰਾਸ਼ਟਰਪਤੀ ਇਲੈਕਟ ਹੋ ਗਏ ਨੇ ਔਰ ਕਮਲਾ ਹੈਰਿਸ, ਜਿਹਨੂੰ ਕਮੈਲਾ ਹੈਰਿਸ ਦਰਅਸਲ ਉਹਨਾਂ ਦਾ ਨਾਮ ਹੈ, ਇਹਨਾਂ ਨੂੰ ਪਰ ਕਮਲਾ ਹੈਰਿਸ ਲਿਖ ਦਿੱਤਾ ਜਾਂਦਾ ਕਿਉਂਕਿ ਸਪੈਲਿੰਗ ਇਹਨਾਂ ਦੇ ਇਸ ਤਰ੍ਹਾਂ ਨੇ, ਪਰ ਬੋਲਣ ਦੇ ਵਿੱਚ ਕਮੈਲਾ ਹੈਰਿਸ ਇਹਨਾਂ ਨੂੰ ਕਿਹਾ ਜਾਂਦਾ। ਸੋ ਕਮੈਲਾ ਹੈਰਿਸ ਜਿਹੜੇ ਨੇ ਇਹ ਬਤੌਰ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਇਲੈਕਟ ਹੋਏ ਨੇ ਔਰ 20 ਜਨਵਰੀ ਨੂੰ ਦੱਸਿਆ ਜਾ ਰਿਹਾ ਕਿ ਸਹੁੰ ਚੁੱਕਣਗੇ ਨਵੇਂ ਪ੍ਰੈਜ਼ੀਡੈਂਟ ਦੀ। ਉਦੋਂ ਤੱਕ ਡੋਨਲਡ ਟਰੰਪ ਬਣੇ ਰਹਿਣਗੇ। ਹਾਲਾਂਕਿ ਅੱਗੇ ਜਾ ਕੇ ਡੋਨਲਡ ਟਰੰਪ ਕਿਹੋ ਜਿਹੀ ਰਣਨੀਤੀ ਅਪਣਾਉਂਦੇ ਨੇ ਕਿਉਂਕਿ ਉਹ ਅਜੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਦੱਸੇ ਜਾ ਰਹੇ। ਸੂਤਰ ਦੱਸਦੇ ਨੇ ਉਹ ਤਾਂ ਜਦੋਂ ਇਲੈਕਸ਼ਨ ਦੇ ਰਿਜ਼ਲਟ ਆ ਰਹੇ ਸੀ, ਫਾਈਨਲ ਜਿਹੜੀ ਸਟੇਜ ਸੀ, ਉਸ ਤੋਂ ਬਾਅਦ ਗੋਲਫ ਖੇਡਣ ਚਲੇ ਗਏ ਔਰ ਉਹਨਾਂ ਦਾ ਕਹਿਣਾ ਕਿ ਅੱਗੇ ਵੀ ਉਹ ਇਹਨੂੰ ਕੋਰਟ ਦੇ ਵਿੱਚ ਘਸੀਟਣਗੇ ਇਸ ਮਾਮਲੇ ਨੂੰ। ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਡਿਫਰੈਂਟ ਥਾਵਾਂ ਤੋਂ ਕੋਰਟ ਦੇ ਵਿੱਚ ਇਹ ਅਰਜ਼ੀਆਂ ਲਾਈਆਂ ਗਈਆਂ ਸੀ ਇਸ ਇਲੈਕਸ਼ਨ ਨੂੰ ਲੈ ਕੇ, ਸਟਾਪ ਦ ਕਾਊਂਟ ਬਾਰ-ਬਾਰ ਕਿਹਾ ਜਾ ਰਿਹਾ ਸੀ। ਇਹ ਜਿਹੜੀਆਂ ਅਰਜ਼ੀਆਂ ਖਾਰਜ ਵੀ ਕੀਤੀਆਂ ਗਈਆਂ। ਉਮੀਦ ਨਹੀਂ ਹੈ ਕਿ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਚੇਂਜ ਆਏਗੀ ਕਿਉਂਕਿ ਉੱਥੇ ਦੇ ਲੋਕਾਂ ਨੇ ਵੀ ਅਸੈਪਟ ਕਰ ਲਿਆ ਹੈ ਜੋ ਵੱਡੇ ਤੌਰ 'ਤੇ ਦੇਖਿਆ ਜਾ ਰਿਹਾ। ਪਰ ਕਿਸ ਤਰ੍ਹਾਂ ਦੀ ਗੱਲਬਾਤ ਹੋਏਗੀ ਉਹ 20 ਜਨਵਰੀ ਨੂੰ ਪਤਾ ਲੱਗ ਜਾਏਗੀ। ਪਰ ਅਜੇ ਹੁਣ ਜਿਹੜੇ ਇਸ ਵੇਲੇ 2 ਚਿਹਰੇ ਸਾਹਮਣੇ ਆ ਚੁੱਕੇ ਨੇ, ਜੋ ਬਾਈਡਨ ਜਿਹੜੇ ਉੱਥੇ ਰਾਸ਼ਟਰਪਤੀ ਇਲੈਕਟ ਹੋ ਚੁੱਕੇ ਨੇ ਔਰ ਜਿਹੜੇ ਕਮਲਾ ਹੈਰਿਸ ਨੇ ਇਹ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋ ਚੁੱਕੇ ਨੇ। ਇਹਨਾਂ ਦੇ ਇਸ ਇਲੈਕਟ ਹੋਣ ਦੇ ਨਾਲ ਕਾਫੀ ਜਿਹੜੇ ਮੁਲਕ ਨੇ ਉਹਨਾਂ ਦੀ ਸਿਆਸਤ ਜਿਹੜੀ ਹੈ ਉਹ ਬਦਲਣ ਜਾ ਰਹੀ ਹੈ। ਕਿਸ ਕਿਸਮ ਨਾਲ ਬਦਲੇਗੀ, ਖਾਸ ਤੌਰ 'ਤੇ ਸਾਊਥ ਈਸਟ ਏਸ਼ੀਅਨ ਜਿਹੜੀਆਂ ਕੰਟਰੀਜ਼ ਨੇ, ਚਾਹੇ ਉਹ ਚੀਨ ਹੈ, ਚਾਹੇ ਉਹ ਭਾਰਤ ਹੈ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਜੇਕਰ ਅਸੀਂ ਗੱਲ ਕਰੀਏ ਤਾਂ ਈਰਾਨ ਹੈ, ਕਿਉਂਕਿ ਇਹਨਾਂ ਦੇ ਜਿਹੜੇ ਸੰਬੰਧ ਰਹੇ ਹੈ ਅਮਰੀਕਾ ਦੇ ਨਾਲ ਪਿਛਲੀਆਂ ਕੁਝ ਟਰਮਸ ਦੇ ਵਿੱਚ ਉਹ ਬੜੇ ਅਜੀਬੋ ਗਰੀਬ ਜਿਹੜੇ, ਕਈ ਜਗ੍ਹਾ ਦੇ ਉੱਤੇ ਬਹੁਤ ਵਧੀਆ ਰਹੇ, ਕਈ ਜਗ੍ਹਾ ਦੇ ਉੱਤੇ ਬਹੁਤ
ਖਰਾਬ ਰਹੇ, ਕਈ ਜਗ੍ਹਾ 'ਤੇ ਵਧੀਆ ਰਹਿੰਦੇ ਹੋਏ ਵੀ ਕਈ ਬਿਆਨ ਐਸੇ ਆਏ ਜਿਹੜੇ ਕਿ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਇਹ ਦਿਖਾਉਂਦੇ ਰਹੇ ਕਿ ਅਜੇ ਵੀ ਸਭ ਕੁਝ ਸਹੀ ਨਹੀਂ ਹੈ। ਕਈ ਜਗ੍ਹਾ 'ਤੇ ਰਿਸ਼ਤੇ ਖਰਾਬ ਹੁੰਦੇ ਹੋਏ ਵੀ ਕਈ ਬਿਆਨ ਐਸੇ ਕੀਤੇ ਗਏ ਜਿਹਦੇ ਤੋਂ ਲੱਗਦਾ ਰਿਹਾ ਕਿ ਰਿਸ਼ਤੇ ਜਿਹੜੇ ਅਜੇ ਵੀ ਠੀਕ ਚੱਲ ਰਹੇ ਹੈ। ਪਰ ਇਰਾਨ ਨੂੰ ਲੈ ਕੇ ਜਿਸ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਗਈਆਂ, ਚੀਨ ਨੂੰ ਲੈ ਕੇ ਜਿਸ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਗਈਆਂ, ਸੋ ਇਹਨਾਂ ਨੂੰ ਲੈ ਕੇ ਹੁਣ ਦੇਖਣਾ ਹੋਏਗਾ, ਕਿਉਂਕਿ ਦੇਖੋ ਇਹਦੇ 'ਚ ਇੱਕ ਬਹੁਤ ਵੱਡਾ ਜਿਹੜਾ ਇਹਦਾ ਅਸਰ ਸਿੱਧਾ ਦੇਖਣ ਨੂੰ ਇਹ ਵੀ ਆਏਗਾ ਕਿ ਕੈਨੇਡਾ ਦੇ ਨਾਲ ਜਿਹੜੇ ਤਾਲੁਕ ਉਹ ਕਿਸ ਤਰ੍ਹਾਂ ਦੇ ਹੁੰਦੇ, ਕਿਉਂਕਿ ਕੈਨੇਡਾ ਦੇ ਤਾਲੁਕ ਚੀਨ ਦੇ ਨਾਲ ਜੇ ਖਰਾਬ ਹੋਏ ਤਾਂ ਉਹ US ਦੇ ਕਹਿਣ 'ਤੇ ਹੀ ਹੋਏ ਸੀ। US ਵੱਲੋਂ ਜਦੋਂ ਜਿਹੜੇ ਇਹਨਾਂ ਦੇ CFO ਸੀ ਵਾਵੇ ਕੰਪਨੀ ਦੇ, ਉਹਨਾਂ ਨੂੰ ਜੋ ਚੁੱਕਿਆ ਗਿਆ ਮੰਗ ਵੌਨਜ਼ੂ ਨੂੰ 1 ਦਸੰਬਰ 2018 ਨੂੰ ਵੈਨਕੂਵਰ 에ਅਰਪੋਰਟ ਤੋਂ, ਉਸ ਤੋਂ ਬਾਅਦ ਤੋਂ ਚੀਨ ਦੇ ਨਾਲ ਰਿਲੇਸ਼ਨ ਖਰਾਬ ਹੋਣੇ ਸ਼ੁਰੂ ਹੋਏ ਔਰ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਐਜ਼ ਬਾਰਗੇਨਿੰਗ ਚਿਪ ਮੈਂ ਇਹਨੂੰ ਯੂਜ਼ ਕਰਾਂਗਾ ਮੰਗ ਵੌਨਜ਼ੂ ਨੂੰ ਡੋਨਲਡ ਟਰੰਪ ਵੱਲੋਂ। ਪਰ ਹੁਣ ਜਦੋਂ ਡੋਨਲਡ ਟਰੰਪ ਹਾਰ ਚੁੱਕੇ ਨੇ ਤਾਂ ਜਿਹੜੀ ਹੁਣ ਨਵੀਂ ਸਰਕਾਰ ਹੈ ਉਹ ਇਸ ਕੇਸ ਨੂੰ ਕਿੰਨਾ ਕੁ ਸੀਰੀਅਸਲੀ ਲੈ ਕੇ ਅੱਗੇ ਜਾਏਗੀ, ਕੀ ਉਹ ਐਕਸਟ੍ਰੈਡੀਸ਼ਨ ਦੀ ਮੰਗ ਕਰਨਗੇ ਜਾਂ ਕਿ ਚੁੱਪ-ਚਪੀਤੇ ਇਸੇ ਤਰੀਕੇ ਨਾਲ ਕੇਸ ਜਿਹੜਾ ਉਹ ਹੌਲੀ-ਹੌਲੀ ਕਮਜ਼ੋਰ ਹੁੰਦਾ ਹੋਇਆ ਇਹ ਜਿਹੜੇ ਮੰਗ ਵੌਨਜ਼ੂ ਨੇ ਉਹਨਾਂ ਨੂੰ ਛੱਡ ਦਿੱਤਾ ਜਾਏਗਾ ਔਰ ਜਿਹੜੇ ਚੀਨ ਦੇ ਨਾਲ ਰਿਲੇਸ਼ਨ ਨੇ ਉਹ ਹੌਲੀ-ਹੌਲੀ ਸੁਧਾਰਨ ਵਾਲੇ ਪਾਸੇ ਚੱਲਣਗੇ। ਪਰ ਜਿਸ ਤਰੀਕੇ ਨਾਲ ਸਾਊਦੀ ਅਰਬ ਦੇ ਨਾਲ ਰਿਲੇਸ਼ਨ ਰਹੇ, ਜਿਸ ਤਰੀਕੇ ਨਾਲ ਰਸ਼ੀਆ ਦੇ ਨਾਲ US ਦੇ ਰਿਲੇਸ਼ਨ ਰਹੇ, ਜਿਸ ਤਰੀਕੇ ਨਾਲ ਚੀਨ ਦੇ ਨਾਲ ਰਹੇ, ਈਰਾਨ ਦੇ ਉੱਤੇ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ, ਕੁੱਲ ਮਿਲਾ ਕੇ ਜਿਹੜਾ ਖਾੜੀ ਮੁਲਕਾਂ ਤੋਂ ਬਾਹਰ ਆਉਣ ਦੀ, ਫੌਜੀਆਂ ਨੂੰ ਲਿਆਉਣ ਦੀ ਗੱਲ ਕੀਤੀ ਗਈ, ਇਹ ਜਿਹੜੇ ਹੁਣ ਸਾਰੇ ਕੇਸ ਨੇ ਇਹਨਾਂ ਦੇ ਉੱਤੇ ਬਹੁਤ ਜਿਹੜਾ ਉਹ ਫੋਕਸ ਰਹੇਗਾ ਔਰ ਖ਼ਾਸ ਤੌਰ 'ਤੇ ਕਮੈਲਾ ਹੈਰਿਸ ਦੀ ਵੀ ਜਿਹੜੀ ਗੱਲ ਕਹੀ ਜਾਂਦੀ ਹੈ, ਭਾਰਤ ਦੇ ਨਾਲ ਇਹਨਾਂ ਦਾ ਤਾਲੁਕ ਦੱਸਿਆ ਜਾਂਦਾ। ਹਾਲਾਂਕਿ ਇਹ ਖੁਦ ਇਹਨਾਂ ਦਾ ਜਿਹੜਾ ਜਨਮ ਹੈ ਇਹ ਕੈਲੀਫੋਰਨੀਆ ਦੇ ਓਕਲੈਂਡ ਦੇ ਵਿੱਚ ਹੋਇਆ ਸੀ। ਦੋਨੇ ਪ੍ਰਵਾਸੀ ਮਾਪੇ ਸੀ ਇਹਨਾਂ ਦੇ ਜਿਹੜੇ ਮਦਰ ਸੀ ਉਹ ਭਾਰਤੀ ਮੂਲ ਦੇ ਸੀ, ਪਿਤਾ ਇੱਕ ਜਮਾਇਕਨ ਸੀ। ਹਾਲਾਂਕਿ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਦੇ ਮਾਪਿਆਂ ਦਾ ਤਲਾਕ ਹੋ ਗਿਆ ਸੀ। ਪਰ ਇਹਨਾਂ ਦੀ ਜਿਹੜੇ ਮਦਰ ਸੀ ਸ਼ਿਆਮਲਾ ਗੋਪਾਲਨ ਹੈਰਿਸ, ਉਹਨਾਂ ਨੇ ਇਕੱਲੇ ਹੀ ਇਹ ਦੋਹੇ ਕੁੜੀਆਂ ਜਿਹੜੀਆਂ ਇਹਨਾਂ ਦੀ ਸਿਸਟਰ ਮਾਇਆ ਔਰ ਇਹਨਾਂ ਨੂੰ ਪਾਲਿਆ ਔਰ ਇਹਨਾਂ ਦੀ ਮਦਰ ਜਿਹੜੇ ਨੇ ਖੁਦ ਬਹੁਤ ਪੜ੍ਹੇ ਲਿਖੇ ਸੀ, ਕੈਂਸਰ ਰਿਸਰਚਰ ਸੀ ਔਰ ਉਹ ਵੀ ਜਿਹੜੇ ਹਿਊਮਨ ਰਾਈਟ ਐਕਟਿਵਿਸਟ ਰਹੇ। ਔਰ ਕਾਫੀ ਹੱਦ ਤੱਕ ਇਹ ਵੀ ਜੋ ਜਾਣਕਾਰੀਆਂ ਮਿਲੀਆਂ ਕਿ ਕਮਲਾ ਦੇ ਜਿਹੜੇ ਮਦਰ ਨੇ ਇਹਨਾਂ ਨੇ ਆਪਣੀਆਂ ਧੀਆਂ ਦੇ ਵਿੱਚ ਜਿਹੜੀਆਂ ਭਾਰਤੀ ਕਦਰ ਕੀਮਤਾਂ ਉਹ ਕਾਫੀ ਭਰੀਆਂ ਔਰ ਇਹ ਆਪਣੀ ਮਦਰ ਦੇ ਨਾਲ ਭਾਰਤ ਵੀ ਆਉਂਦੇ ਰਹੇ ਨੇ। ਹਾਲਾਂਕਿ ਉਦੋਂ ਕਮੈਲਾ ਦਾ ਕਹਿਣਾ ਸੀ ਕਿ ਉਹਨਾਂ ਦੀ ਮਦਰ ਨੇ ਓਕਲੈਂਡ ਦੇ ਵਿੱਚ ਜਿਹੜੇ ਬਲੈਕ ਭਾਈਚਾਰਾ ਹੈ, ਕਮਿਊਨਿਟੀ ਹੈ, ਉਹਨਾਂ ਦਾ ਸੱਭਿਆਚਾਰ ਜਿਹੜਾ ਅਪਣਾ ਲਿਆ ਔਰ ਆਪਣੀਆਂ ਧੀਆਂ ਨੂੰ ਵੀ ਉੱਦਾਂ ਹੀ ਉਹ ਵੱਡੇ ਕਰ ਰਹੇ ਨੇ। 2018 'ਚ ਉਹਨਾਂ ਨੇ ਆਪਣੀ ਜਿਹੜੀ ਇੱਕ ਆਟੋਬਾਇਓਗ੍ਰਾਫੀ ਲਿਖੀ ਸੀ ਦ ਟਰੂਥ ਵੀ ਟੋਲਡ, ਉਹਦੇ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਮਦਰ ਉਹਨਾਂ ਨੂੰ ਇਸੇ ਤਰੀਕੇ ਨਾਲ ਪਾਲ ਰਹੇ ਜਿਸ ਤਰੀਕੇ ਨਾਲ ਇੱਕ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪ੍ਰਾਊਡ ਹੈ ਇਸ ਗੱਲ ਦਾ ਕਿ ਅਸੀਂ ਬਲੈਕ ਕਮਿਊਨਿਟੀ ਦੇ ਨਾਲ ਤਾਲੁਕ ਰੱਖਦੇ ਹਾਂ। ਪਰ ਇਹ ਦੱਸਦੀ ਹੈ ਕਿ ਜਦੋਂ ਜਿਹੜੇ ਗੋਪਾਲਨ ਹੈਰਿਸ ਨੇ, ਜਿਹੜੇ ਸ਼ਿਆਮਲਾ ਗੋਪਾਲਨ ਹੈਰਿਸ, ਇਹਨਾਂ ਨੂੰ ਮੈਕਗਿਲ ਯੂਨੀਵਰਸਿਟੀ ਦੇ ਵਿੱਚ ਬਤੌਰ ਟੀਚਰ ਦੀ ਨੌਕਰੀ ਮਿਲ ਗਈ ਸੀ, ਪ੍ਰੋਫੈਸਰ ਦੀ ਨੌਕਰੀ ਮਿਲ ਗਈ ਸੀ। ਉਦੋਂ ਇਹ ਫਿਰ ਕੈਨੇਡਾ ਆ ਗਏ ਸੀ ਔਰ ਕੈਨੇਡਾ ਦੇ ਵਿੱਚ ਆ ਕੇ ਇਹਨਾਂ ਦੀ ਪੜ੍ਹਾਈ ਜਿਹੜੀ ਉਹ ਕੈਨੇਡਾ ਦੇ ਵਿੱਚ ਵੀ ਹੋਈ ਕਮੈਲਾ ਹੈਰਿਸ ਦੀ। ਔਰ ਇਹ ਜਦੋਂ ਹੁਣ ਜਿੱਤੇ ਨੇ ਤਾਂ ਇਹਨਾਂ ਨੂੰ ਇਹਨਾਂ ਦੇ ਇੱਕ ਪੁਰਾਣੇ ਕਲਾਸਮੇਟ ਜਿਹੜੇ BC ਦੇ ਕਲਾਸਮੇਟ ਨੇ ਇੱਕ, ਉਹਨਾਂ ਦੇ ਵੱਲੋਂ ਵੀ ਵਧਾਈਆਂ ਦਿੱਤੀਆਂ ਗਈਆਂ। ਜਿਹੜਾ ਇੱਥੇ ਸਾਡੇ ਰਾਈਡਿੰਗ ਹੈ ਪੋਵਲ ਰਿਵਰ ਸਨਸ਼ਾਈਨ ਕੋਸਟ, ਇੱਥੇ 2005 ਤੋਂ ਉੱਥੇ MLA ਬਣੇ ਨੇ ਜਿਹੜੇ ਨਿਕ ਸਾਈਮਨਸ ਨੇ। ਇਹਨਾਂ ਨੇ ਵਧਾਈਆਂ ਦਿੱਤੀਆਂ। ਉਹਨਾਂ ਨੇ ਇੱਕ ਪਿਕਚਰ ਹੈ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੀ ਹੈ ਜਿਸ 'ਚ ਇੱਕ ਹਿਊਮਨ ਪਿਰਾਮਿਡ ਬਣਿਆ ਹੋਇਆ, ਉਹਦੇ ਉੱਤੇ ਕੁੜੀਆਂ ਸਟੂਡੈਂਟ ਦੇ ਉੱਤੇ ਸਟੂਡੈਂਟ ਚੜ੍ਹੇ ਨੇ ਔਰ ਕਮੈਲਾ ਹੈਰਿਸ ਜਿਹੜੇ ਨੇ ਉਹ ਯੰਗ, ਉਹਨਾਂ ਦੀ ਜਿਹੜੀ ਇੱਕ ਤਸਵੀਰ ਹੈ ਉਹ 'ਚ ਉਹਨਾਂ ਦੀਆਂ 2 ਗੁੱਤਾਂ ਹੋਈਆਂ ਨੇ ਔਰ ਉਹ ਇੱਕ ਦੂਜੇ ਦੇ ਉੱਤੇ ਚੜ੍ਹੇ ਹੋਏ ਨੇ। ਇਕੋਲ ਫੇਸ ਜਿਹੜਾ ਮੌਂਟਰੀਅਲ ਦਾ ਸਕੂਲ ਹੈ ਉਹਦੇ ਵਿੱਚ ਇਹ ਜਿਹੜੀ ਫੋਟੋ ਹੈ ਇਹ ਉਹਨਾਂ ਨੇ ਲਗਾਈ ਹੈ ਔਰ ਇਹ ਦੱਸਿਆ ਕਿ ਅਸੀਂ 12 ਸਾਲ ਦੇ ਸੀ ਜਦੋਂ ਇਹ ਫੋਟੋ ਖਿੱਚੀ ਗਈ ਸੀ ਔਰ ਇਹ ਲਾਸਟ ਈਅਰ ਸੀ ਜਿਹੜਾ ਗ੍ਰੇਡ 7 ਦਾ ਸੀ ਐਲੀਮੈਂਟਰੀ ਸਕੂਲ ਦਾ। ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੈਸਟਮਾਊਂਟ ਹਾਈ ਸਕੂਲ ਜਿਹੜਾ ਉਹਦੇ ਵਿੱਚ ਚਲੇ ਗਏ ਸੀ। ਔਰ ਹਾਲਾਂਕਿ ਮੌਂਟਰੀਅਲ ਦਾ ਜਿਹੜਾ ਸੈਕੰਡਰੀ ਸਕੂਲ ਆ ਉਹਨਾਂ ਵੱਲੋਂ ਵੀ ਇਸ ਜਿੱਤ ਦੀ, ਜਿਹੜੀ ਕਮੈਲਾ ਹੈਰਿਸ ਦੀ ਜਿੱਤ ਹੈ, ਉਹਦੀ ਖੁਸ਼ੀ ਮਨਾਈ ਗਈ ਹੈ। ਔਰ ਇਹ ਕਿਹਾ ਗਿਆ ਕਿ WHS ਨਾਈਟ ਹੈ ਜਿਹੜਾ ਸਕੂਲ ਦੇ ਜਿਹੜੇ ਬੱਚੇ ਨੇ ਉਹਦਾ ਕਿਹਾ ਗਿਆ ਕਿ WHS ਨਾਈਟ ਜਿਹੜਾ ਉਹ ਵਾਈਟ ਹਾਊਸ ਦੇ ਵਿੱਚ ਵੀ ਜਾਏਗਾ। ਸੋ ਇਹਨਾਂ ਦਾ ਇਹ ਤਾਲੁਕ ਜਿਹੜਾ ਇਹ ਕੈਨੇਡਾ ਦੇ ਨਾਲ ਜੁੜਿਆ ਹੋਇਆ ਸੀ ਔਰ ਭਾਰਤ ਦਾ ਤਾਲੁਕ ਤੁਹਾਨੂੰ ਮੈਂ ਦੱਸਿਆ ਕਿ ਇਹਨਾਂ ਦੇ ਮਦਰ ਜਿਹੜੇ ਨੇ ਉਹ ਭਾਰਤ ਤੋਂ ਸੀ ਔਰ ਇਹ ਕਿਹਾ ਜਾ ਰਿਹਾ ਕਿ ਭਾਰਤ ਦੇ ਨਾਲ ਉਹਨਾਂ ਦਾ ਕਾਫੀ ਕਰੀਬ ਦਾ ਨਾਤਾ ਰਿਹਾ। ਬੇਸ਼ੱਕ ਇਸ ਵੇਲੇ ਤਾਮਿਲਨਾਡੂ ਦੇ ਵਿੱਚ ਜਿਹੜਾ ਪਿੰਡ ਹੈ ਜਿੱਥੋਂ ਇਹ ਆਏ ਸੀ ਇਹਨਾਂ ਦੇ ਮਦਰ, ਔਰ ਅਜੇ ਵੀ ਇਹਨਾਂ ਦੀ ਮਾਸੀ ਉੱਥੇ ਰਹਿ ਰਹੇ ਆ, ਹੋਰ ਕੁਝ ਪਰਿਵਾਰ ਦੇ ਦੂਰ ਦਰਾਜ਼ ਦੇ ਮੈਂਬਰ ਜਿਹੜੇ ਰਹਿ ਰਹੇ ਨੇ ਉਹ ਅਜੇ ਵੀ ਉੱਥੇ ਖੁਸ਼ੀਆਂ ਮਨਾ ਰਹੇ ਨੇ। ਉੱਥੇ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਦੋਹਤੀ ਹੈ ਇਸ ਪਿੰਡ ਦੀ ਉਹ ਜਾ ਕੇ ਵਾਈਟ ਹਾਊਸ ਦੇ ਵਿੱਚ ਬੈਠੇਗੀ। ਪਰ ਕਿੰਨਾ ਕੁ
ਪਹਿਲਾਂ ਯਾਦ ਕੀਤਾ ਜਾਂਦਾ ਰਿਹਾ, ਜਦੋਂ ਕੋਈ ਜਿੱਤਦਾ ਉਦੋਂ ਹੀ ਯਾਦ ਕੀਤਾ ਜਾਂਦਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਵੀ ਹੁਣ ਸਾਹਮਣੇ ਆ ਰਹੀਆਂ। ਪਰ ਜਿਹੜੇ ਕਮੈਲਾ ਹੈਰਿਸਨ ਨੇ, ਇਹਨਾਂ ਨੇ ਤਰੱਕੀ ਕਾਫੀ ਕੀਤੀ ਹੈ। ਇਹਨਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਬਾਅਦ ਪਹਿਲਾਂ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ। 2014 'ਚ ਇਹ ਸੈਨੇਟਰ ਬਣ ਚੁੱਕੇ ਸੀ ਪਹਿਲਾਂ, ਔਰ 2014 'ਚ ਸੈਨੇਟਰ ਕਮਲਾ ਹੈਰਿਸ ਨੇ ਜਿਹੜੇ ਇੱਕ ਉੱਥੋਂ ਦੇ ਵਕੀਲ ਨੇ ਡਗਲਸ ਐਮ ਹੋਫਟ, ਉਹਨਾਂ ਦੇ ਨਾਲ ਵਿਆਹ ਕਰਾ ਲਿਆ ਸੀ, ਔਰ ਉਹਨਾਂ ਦੇ ਅੱਗੋਂ 2 ਬੱਚੇ ਸੀ। ਉਹਨਾਂ ਦੇ ਮਦਰ ਵੀ ਬਣੇ। ਹਾਰਵਰਡ ਯੂਨੀਵਰਸਿਟੀ ਤੋਂ ਬਾਅਦ ਕੈਮਲਾ ਹੈਰਿਸ ਜਿਹੜੇ ਨੇ, ਇਹਨਾਂ ਨੇ ਵਕਾਲਤ ਦੀ ਡਿਗਰੀ ਲੈਣ ਵਾਸਤੇ ਕੈਲੀਫੋਰਨੀਆ ਦੀ ਜਿਹੜੀ ਯੂਨੀਵਰਸਿਟੀ ਸੀ ਉੱਥੇ ਜਾ ਕੇ ਜਿਹੜਾ ਆਪਣਾ ਕਰੀਅਰ ਹੈ ਐਲਮੇਜਾ ਕਾਊਂਟੀ, ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਤੋਂ ਉਹ ਸ਼ੁਰੂ ਕੀਤਾ। ਅਤੇ ਫਿਰ ਉਸ ਤੋਂ ਬਾਅਦ ਸਾਲ 2003 ਦੇ ਵਿੱਚ ਸੈਨ ਫਰਾਂਸਿਸਕੋ ਦੇ ਜ਼ਿਲ੍ਹਾ ਅਟਾਰਨੀ ਬਣੇ। ਪਿਛਲੇ ਸਾਲ ਓਕਲੈਂਡ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਮਲਾ ਹੈਰਿਸਨ ਨੇ ਪਹਿਲੀ ਵਾਰ ਜਦੋਂ ਰਾਸ਼ਟਰਪਤੀ ਦੇ ਅਹੁਦੇ ਵਾਸਤੇ ਆਪਣੀ ਉਮੀਦਵਾਰੀ ਦੇਣੀ ਸੀ, ਉਦੋਂ 20,000 ਲੋਕਾਂ ਦੇ ਸਾਹਮਣੇ ਇਹਨਾਂ ਨੇ ਇਹ ਐਲਾਨ ਕੀਤਾ ਸੀ। ਉਦੋਂ ਕਈ ਇਹਨਾਂ ਨੂੰ ਸਵਾਲ ਪੁੱਛੇ ਗਏ, ਪਰ ਇਹ ਸਵਾਲਾਂ ਦੇ ਉਸ ਤਰੀਕੇ ਨਾਲ ਜਵਾਬ ਨਹੀਂ ਦੇ ਸਕੇ ਜਿਸ ਤਰੀਕੇ ਨਾਲ ਇਹਨਾਂ ਨੂੰ ਦੇਣੇ ਚਾਹੀਦੇ ਸੀ ਜਾਂ ਦੇਣੇ ਬਣਦੇ ਸੀ। ਸੋ ਉਦੋਂ ਇਹ ਰਾਸ਼ਟਰਪਤੀ ਦੀ ਚੋਣ ਵਾਸਤੇ ਜਦੋਂ ਖੜੇ ਹੋਏ ਸੀ, ਉਦੋਂ ਇਹਨਾਂ ਨੇ ਜੋ ਬਾਈਡਨ ਦੀ ਕਾਫੀ ਖਿਲਾਫ ਵੀ ਬਿਆਨਬਾਜ਼ੀ ਜਿਹੜੀ ਕੀਤੀ। ਪਰ ਹੁਣ ਇਹਨਾਂ ਨੇ ਜਾ ਕੇ ਜਿਹੜੀ ਇਸ ਸਾਲ ਅਕਤੂਬਰ ਦੇ ਵਿੱਚ ਜਦੋਂ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਪ੍ਰੈਜ਼ੀਡੈਂਸ਼ੀਅਲ ਡਿਬੇਟਸ ਹੋਣੀਆਂ ਸੀ, ਉਦੋਂ ਕਮੈਲਾ ਨੇ ਜਿਹੜੇ ਮੌਜੂਦਾ ਜਿਹੜੇ ਇਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸੀ ਮਾਈਕ ਪੈਂਸ, ਉਹਨਾਂ ਨੂੰ ਕਈ ਮਾਮਲਿਆਂ 'ਤੇ ਘੇਰਿਆ। ਤੁਹਾਡੇ ਜੇਕਰ ਕਿਸੇ ਨੇ ਸੁਣੀ ਹੋਵੇ ਉਹ ਜਿਹੜੀਆਂ ਡਿਬੇਟਸ ਹੋਈਆਂ ਸੀ, ਉਹਦੇ 'ਚ ਬਾਰ-ਬਾਰ ਇਹਨਾਂ ਵੱਲੋਂ ਮਾਈਕ ਪੈਂਸ ਨੂੰ ਰੋਕਿਆ ਜਾਂਦਾ ਸੀ, ਟੋਕਿਆ ਜਾਂਦਾ ਸੀ ਇਨਫੈਕਟ, ਔਰ ਇਹ ਕਿਹਾ ਜਾਂਦਾ ਸੀ ਮਿਸਟਰ ਵਾਈਸ ਪ੍ਰੈਜ਼ੀਡੈਂਟ ਆਈ ਐਮ ਸਪੀਕਿੰਗ, ਕਿ ਮੈਂ ਬੋਲ ਰਹੀ ਹਾਂ। ਸੋ ਜਿਹੜੀ ਇਹ ਜਿਹੜੇ ਸ਼ਬਦ ਸੀ ਉਹ ਕਈ ਚੈਨਲਸ ਵੱਲੋਂ ਬੜੀ ਪ੍ਰਮੁੱਖਤਾ ਨਾਲ ਦਿਖਾਏ ਗਏ, ਔਰ ਇਹ ਇੱਕ ਚੀਜ਼ ਜਿਹੜੀ ਆ ਸਾਹਮਣੇ ਆਈ ਕਿ ਦੇਖੋ ਕਿੰਨੀ ਇਹਨਾਂ 'ਚ ਲੀਡਰਸ਼ਿਪ ਕੁਆਲਿਟੀ ਸੀ, ਜਿਸ ਤਰੀਕੇ ਨਾਲ ਇਹਨਾਂ ਨੇ ਆਪਣੀ ਗੱਲ ਨੂੰ ਜਿਹੜਾ ਉਹ ਅੱਗੇ ਰੱਖਿਆ। ਪਰ ਹੁਣ ਇਹਨਾਂ ਦੀ ਜਿੱਤ ਤੋਂ ਬਾਅਦ ਕਿਸ ਕਿਸਮ ਦੇ ਰਿਸ਼ਤੇ ਭਾਰਤ ਨਾਲ ਬਣਨਗੇ, ਕਿਉਂਕਿ ਭਾਰਤ ਨੂੰ ਲੈ ਕੇ ਵੀ H1B ਵੀਜ਼ਾ ਹੈ, ਚਾਹੇ ਜਿਹੜੇ ਅਮਰੀਕਾ ਦੇ ਵਿੱਚ ਇੰਡੀਅਨਸ ਨੂੰ ਨੌਕਰੀਆਂ ਮਿਲਦੀਆਂ, ਇੰਡੀਆ ਦੇ ਨਾਲ ਇਹਨਾਂ ਦੇ ਜਿਹੜੇ ਰੱਖਿਆ ਨੂੰ ਲੈ ਕੇ ਸਮਝੌਤੇ ਹੋਏ, ਪਾਕਿਸਤਾਨ ਦੇ ਨਾਲ ਅਮਰੀਕਾ ਦਾ ਕਿਹੋ ਜਿਹਾ ਰੁਖ ਰਿਹਾ, ਜਿਹੜਾ ਟੈਰਰਿਜ਼ਮ ਹੈ ਉਹਨੂੰ ਲੈ ਕੇ ਕਿਹੋ ਜਿਹਾ ਰੁਖ ਰਹੇਗਾ, ਈਰਾਨ ਦੇ ਉੱਤੇ ਕਿਸ ਤਰ੍ਹਾਂ ਦੇ ਫੈਸਲੇ ਹੋਣਗੇ, ਕਸ਼ਮੀਰ ਦੇ ਉੱਤੇ ਕਿੱਦਾਂ ਦਾ ਰੁਖ ਹੋਏਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਬਣਦੀਆਂ ਨੇ। ਕਿਉਂਕਿ ਬਹੁਤ ਸਾਰੇ ਇਸ ਵੇਲੇ ਪੋਲੀਟੀਕਲ ਪੰਡਤ ਨੇ ਜਿਹੜੇ ਕਹਿ ਰਹੇ ਨੇ ਕਿ ਜਦੋਂ ਕਿਸੇ ਮੁਲਕ ਦੇ ਵਿੱਚ ਇਸ ਤਰ੍ਹਾਂ ਸੱਤਾ ਚੇਂਜ ਹੁੰਦੀ ਹੈ ਤਾਂ ਵਿਦੇਸ਼ ਨੀਤੀਆਂ ਦੇ ਵਿੱਚ ਵੀ ਚੇਂਜ ਹੁੰਦੇ ਹੈ। ਹਾਲਾਂਕਿ ਬਹੁਤ ਵੱਡੇ ਚੇਂਜ ਨਹੀਂ ਹੁੰਦੇ, ਕਿਉਂਕਿ ਜੇ ਕਲਿੰਟਨ ਦੇ ਜ਼ਮਾਨੇ ਤੋਂ ਦੇਖਿਆ ਜਾਏ, ਜਦੋਂ ਬਿਲ ਕਲਿੰਟਨ ਸੀ, ਉਦੋਂ ਇੰਡੀਆ ਨੇ ਜਦੋਂ ਨਿਊਕਲੀਅਰ ਜਿਹੜੇ ਵਿਸਫੋਟ ਕੀਤੇ ਸੀ, ਉਸ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿੱਚ ਕਾਫੀ ਕਮੀ ਆਈ ਸੀ, ਦਰਾਰ ਆ ਗਈ ਸੀ। ਪਰ ਹੌਲੀ ਹੌਲੀ ਇਹ ਸੁਧਰਦੇ ਫਿਰ ਸੁਧਰਨੇ ਸ਼ੁਰੂ ਹੋ ਗਏ। ਕਲਿੰਟਨ ਉਸ ਤੋਂ ਬਾਅਦ ਇੰਡੀਆ ਦੇ ਦੌਰੇ 'ਤੇ ਵੀ ਗਏ। ਫਿਰ ਅੱਗੇ ਚੱਲ ਕੇ ਜਦੋਂ ਜਿਹੜੇ ਰਾਸ਼ਟਰਪਤੀ ਬੁਸ਼ ਸੀ, ਉਹਨਾਂ ਦੇ ਜ਼ਮਾਨੇ 'ਚ ਵੀ ਨਿਊਕਲੀਅਰ ਵਾਲੇ ਮਾਮਲੇ ਦੇ ਉੱਤੇ ਵਿਵਾਦ ਜਿਹੜਾ ਹੋਇਆ ਸੀ, ਪਰ ਉਸ ਤੋਂ ਬਾਅਦ ਫਿਰ ਦੋਨਾਂ ਮੁਲਕਾਂ ਦੇ ਵਿੱਚ ਡੀਲ ਹੋਈ। ਉਸ ਤੋਂ ਬਾਅਦ ਓਬਾਮਾ ਜਿਹੜੇ 2 ਵਾਰ ਇੰਡੀਆ ਆਏ, ਟਰੰਪ ਨੇ ਵੀ 2 ਵਾਰ ਜਿਹੜਾ ਇੰਡੀਆ ਦਾ ਦੌਰਾ ਕੀਤਾ, ਔਰ ਜੋ ਬਾਈਡਨ ਜਿਹੜੇ ਨੇ ਓਬਾਮਾ ਦੇ ਜਦੋਂ ਸਰਕਾਰ ਸੀ, ਰਾਸ਼ਟਰਪਤੀ ਸੀ, ਉਦੋਂ ਇਹ ਉਪ ਰਾਸ਼ਟਰਪਤੀ ਰਹੇ। ਸੋ ਕੁੱਲ ਮਿਲਾ ਕੇ ਇਹ ਕਾਫੀ ਹੱਦ ਤੱਕ ਉਸ ਸਟ੍ਰੈਟਜੀ ਨੂੰ ਲੈ ਕੇ ਜਿਹੜੀ ਬਰੈਕ ਓਬਾਮਾ ਦੀ ਸਟ੍ਰੈਟਜੀ ਸੀ ਉਹਨੂੰ ਲੈ ਕੇ ਅੱਗੇ ਚੱਲਣਗੇ। ਪਰ ਫਿਰ ਵੀ ਅਜੇ ਇਹੀ ਮੰਨਿਆ ਜਾ ਰਿਹਾ ਕਿ ਚੀਨ ਨੂੰ ਲੈ ਕੇ ਔਰ ਈਰਾਨ ਨੂੰ ਲੈ ਕੇ ਇਹਨਾਂ ਦੀ ਨੀਤੀਆਂ ਕੀ ਹੋਣਗੀਆਂ, ਉਹਦੇ 'ਤੇ ਬਹੁਤ ਕੁਝ ਨਿਰਭਰ ਕਰੇਗਾ। ਉਹਨਾਂ ਦੇ ਨਾਲ ਹੀ ਉਹ ਜਿਹੜੀਆਂ ਨੀਤੀਆਂ ਨੇ, ਕਿਉਂਕਿ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਵੀ ਜੋ ਬਾਈਡਨ ਨੂੰ ਇੱਕ ਬੜਾ ਵੱਡਾ ਜਿਹੜਾ ਉੱਥੋਂ ਦਾ ਸੈਕਿੰਡ ਸਭ ਤੋਂ ਹਾਈਐਸਟ ਸਿਵਿਲੀਅਨ ਅਵਾਰਡ ਸੀ ਉਹ ਦਿੱਤਾ ਗਿਆ ਸੀ। ਸੋ ਇਸ ਕਰਕੇ ਪਾਕਿਸਤਾਨ ਦੇ ਨਾਲ ਕਿਹੋ ਜਿਹੇ ਰਿਸ਼ਤੇ ਨੇ, ਭਾਰਤ ਦੇ ਨਾਲ ਇਹਨਾਂ ਦੇ ਕਿਹੋ ਜਿਹੇ ਰਿਸ਼ਤੇ ਨੇ, ਔਰ ਕਿੰਨਾ ਕੁ ਜ਼ੋਰ ਜਿਹੜਾ ਉੱਥੇ ਦੀਆਂ ਜਿਹੜੀਆਂ ਕਮਿਊਨਿਟੀਜ਼ ਨੇ, ਜਿਹੜੀਆਂ ਵਿਜ਼ੀਬਲ ਮਾਈਨੋਰਟੀਜ਼ ਕਮਿਊਨਿਟੀਜ਼ ਨੇ, ਉਹਨਾਂ ਦਾ ਜ਼ੋਰ ਰਹੇਗਾ। ਇਹ ਵੀ ਜਿਹੜੀਆਂ ਚੀਜ਼ਾਂ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਗੀਆਂ। ਖੈਰ, ਹੁਣ ਸਮਾਂ ਹੋ ਗਿਆ ਜੀ ਖਬਰਾਂ ਦਾ। ਲਾਈਵ ਖਬਰਾਂ ਜਿਹੜੀਆਂ ਉਹ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਰਮੀਤ ਸਿੰਘ ਦੀ ਆਵਾਜ਼ ਖਬਰਾਂ ਸੁਣੋਗੇ, ਔਰ ਅਗਲਾ ਪ੍ਰੋਗਰਾਮ ਲੈ ਕੇ ਨਿੰਮੀ ਦੌਲਾ ਜੀ ਤੁਹਾਡੇ ਸਾਹਮਣੇ ਹਾਜ਼ਰ ਹੋਣਗੇ। ਨਿੰਮੀ ਦੌਲਾ ਸ਼ੋਅ ਦੇ ਵਿੱਚ ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ। ਕੋਈ ਸੁਝਾਅ ਹੋਣ 604 204 0600 'ਤੇ ਤੁਸੀਂ ਦੇ ਸਕਦੇ ਹੋ। ਸਮੀਰ ਕੌਸ਼ਲ ਨੂੰ ਇਜਾਜ਼ਤ ਦਿਓ। ਤੁਹਾਡਾ ਸਾਡਾ ਰੱਬ ਰਾਖਾ। ਬਹੁਤ ਬਹੁਤ ਧੰਨਵਾਦ।